बहुत बहुत धन्यवाद। मेरे तो पहला डॉक्टर हरजिंदर सिंह और रियाज साहब ने काफ़ी चानना पाया वा और मैं यही गल दोबारा जिहड़ी आ वो अपने तरीके दे नाल तुहानू अगे लियाना वा। जिहड़ी ये गल रियाज साहब ने इंटैलीजेंस नैटवर्क की कीती आ, ये असल दे विच पंजाब नू कंट्रोल करन दा उन्हां दा पुराना सिस्टम आ। ਜਿਹੜੇ ਇਹ ਕਹਿੰਦੇ ਨੇ ਕਿ ਪੰਜਾਬ ਬੜਾ ਲਾਇਲ ਸੀਗਾ, ਮੈਂ ਤੁਹਾਨੂੰ ਹੁਣ ਹੀ ਦੱਸਦਾ ਵਾਂ ਕਿ 1849 ਤੋਂ ਬਾਅਦ ਜਿਸ ਕਿਸਮ ਦਾ ਨਿਜ਼ਾਮ ਇੱਥੇ ਰਿਹਾ ਵਾ, ਉੱਥੋਂ ਪਤਾ ਲੱਗੇਗਾ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਹੋਇਆ ਸੀਗਾ। 1800 ਹੈਲੋ ਹੈਲੋ आवाज आ रही है? आवाज आ रही है, कोई साउंड आ रही है लगता है। हाँ ठीक है ठीक है। हाँ ਹੁਣ 1849 ਤੋਂ ਬਾਅਦ ਜਦੋਂ ਦੇਖਦੇ ਹਾਂ ਆਪਾਂ ਤਾਂ ਪੰਜਾਬ ਦੇ ਤਕਰੀਬਨ 25,000 ਪਿੰਡ ਸਨ ਉਸ ਟਾਈਮ ਤੇ, ਔਰ ਅੰਗਰੇਜ਼ਾਂ ਨੇ ਜਿਹੜਾ ਆਪਣਾ ਨਿਜ਼ਾਮ ਸੀਗਾ ਰੈਵਨਿਊ ਇਕੱਠਾ ਕਰਨ ਦਾ, ਜਿਹਦੇ ਵਿੱਚ ਨੰਬਰਦਾਰ ਤੇ ਉਹਨਾਂ ਦੇ ਅੱਗੇ ਜਿਹੜਾ ਵਾ ਉਹ ਚੌਕੀਦਾਰ ਹੁੰਦੇ ਸੀਗੇ। ਜੇ ਆਪਾਂ ਐਵਰੇਜ 3 ਲਗਾ ਦਈਏ, ਮਿਨੀਮਮ ਆਪਾਂ 3 ਲਗਾ ਦਈਏ, ਤਾਂ ਹਰ ਪਿੰਡ ਦੇ ਵਿੱਚ ਅੰਗਰੇਜ਼ਾਂ ਨੂੰ ਸੂਹ ਦੇਣ ਵਾਸਤੇ ਤਕਰੀਬਨ 75,000 ਬੰਦਾ ਉਹਨਾਂ ਨੇ ਆਪਣਾ ਜਿਹੜਾ ਵਾ ਉਹ ਪਿੰਡ ਤੱਕ ਪਹੁੰਚਾ ਦਿੱਤਾ। ਕਿਉਂਕਿ ਇਹ ਜਿਹੜੇ ਨੰਬਰਦਾਰ ਔਰ ਜਿਹੜੇ ਉਹਨਾਂ ਦੇ ਚੌਕੀਦਾਰ ਹੁੰਦੇ ਸੀਗੇ, ਇਹਨਾਂ ਦਾ ਕੰਮ ਹੁੰਦਾ ਸੀਗਾ ਕਿ ਕੋਈ ਵੀ ਪਿੰਡ ਦੇ ਵਿੱਚ ਆਉਂਦਾ ਵਾ, ਬਾਹਰ ਜਾਂਦਾ ਵਾ, ਉਹਨਾਂ ਦਾ ਸਾਰਾ ਰੂਟ ਜਿਹੜਾ ਵਾ, ਸਾਰਾ ਉਹਨਾਂ ਦੇ ਲਿੰਕ ਜਿਹੜੇ ਨੇ ਉਹ ਪੁਲਿਸ ਸਟੇਸ਼ਨ ਜਿਹੜੇ ਨੇ ਦਿੱਤੇ ਜਾਣਗੇ। ਔਰ ਇਸੇ ਤਰ੍ਹਾਂ ਹੀ ਜਦੋਂ ਉਸ ਟਾਈਮ ਤੇ ਚਾਰਲਸ ਨੇਪੀਅਰ ਸੀਗਾ ਚੀਫ ਆਫ ਆਰਮੀ ਸਟਾਫ, ਉਸਨੇ ਕਿਹਾ ਕਿ ਮੈਂ ਆਪਣੀ ਆਰਮੀ 50,000 ਬੰਦਾ ਫੌਜ ਦਾ ਪੰਜਾਬ ਨੂੰ ਕੰਟਰੋਲ ਕਰਨ 'ਚ ਰੱਖਣਾ ਵਾ। ਤਾਂ ਜਿਹੜਾ ਹੈਨਰੀ ਲਾਰੈਂਸ ਸੀਗੇ, ਉਹਨੇ ਕਿਹਾ ਕਿ ਇਸ ਦੇ ਨਾਲ ਇਹ ਇੱਕ ਡਿਕਟੇਟਰਸ਼ਿਪ ਜਿਹੜੀ ਆ ਕ੍ਰੀਏਟ ਕਰੇਗਾ, ਜਿੱਦਾਂ ਇਹਨੇ ਸਿੰਧ ਨੂੰ ਕਬਜ਼ੇ ਕਰਨ ਦੇ ਵਿੱਚ ਲਗਾਇਆ ਸੀ, ਕਿਉਂਕਿ ਉਹ ਸਿੰਧ ਨੂੰ ਵੀ ਉਸਨੇ 1843 ਦੇ ਵਿੱਚ ਕਬਜ਼ਾ ਕੀਤਾ ਸੀਗਾ, ਔਰ ਇਹ ਸੈਮੀ ਡਿਕਟੇਟਰਸ਼ਿਪ ਲਾਗੂ ਕਰੇਗਾ। ਔਰ ਉਸ ਸਮੇਂ ਦੇ ਜਿਹੜਾ ਗਵਰਨਰ ਜਨਰਲ ਸੀਗਾ, ਉਸਨੂੰ ਲਾਰਡ ਡਲਹੌਜੀ ਨੂੰ ਕਨਵਿੰਸ ਕੀਤਾ ਕਿ ਮੈਂ ਆਪਣੇ ਤਰੀਕੇ ਨਾਲ ਪੰਜਾਬ ਨੂੰ ਕੰਟਰੋਲ ਕਰਨਾ ਵਾ, ਤਾਂ ਮੈਨੂੰ 50,000 ਜਿਹੜੇ ਨੇ ਗਾਈਡ ਕੋਰ ਪੈਰਾਮਿਲਟਰੀ ਜਿਹੜੇ ਬੰਦੇ ਨੇ ਉਹ ਦਿੱਤੇ ਜਾਣ। ਸੋ 50,000 ਪੈਰਾਮਿਲਟਰੀ ਜਿਹੜੇ ਸੀਗੇ ਪੰਜਾਬ ਦੇ ਵਿੱਚੋਂ ਉਹ ਪੈਦਾ ਕਰ ਲਏ ਸਰਕਾਰ ਨੇ। ਜਿਹੜਾ ਹੈਨਰੀ ਲਾਰੈਂਸ ਸੀਗਾ, 50,000 ਜਿਹੜੇ ਆਰਮੀ ਸੀਗੀ ਉਸ ਟਾਈਮ ਤੇ, ਬੰਗਾਲ ਆਰਮੀ ਜਿਹਨੂੰ ਕਹਿੰਦੇ ਨੇ, ਉਹ ਉਸ ਟਾਈਮ ਤੇ 50,000 ਉਹਨਾਂ ਦੇ ਆ ਗਏ, ਔਰ 25,000 ਪੁਲਿਸ ਜਿਹੜੀ ਆਮ ਕ੍ਰਾਈਮ ਜਿਹੜਾ ਵਾ ਉਹ ਡੇ ਟੂ ਡੇ ਕ੍ਰਾਈਮ ਆ ਉਹਨਾਂ ਨੂੰ ਹੈਂਡਲ ਕਰਨ ਵਾਸਤੇ। ਸੋ ਇਹ 2 ਲੱਖ ਬੰਦਾ ਬਣ ਜਾਂਦਾ ਵਾ, ਜਿਹਦੇ ਨਾਲ ਪੰਜਾਬ ਬਹੁਤ ਵੱਡੀ ਪੱਧਰ ਤੇ ਪੁਲਿਸ ਦੇ ਨਾਲ ਤੇ ਫੌਜ ਦੇ ਨਾਲ ਜਿਹੜਾ ਵਾ ਕੰਟਰੋਲ ਕੀਤਾ ਗਿਆ। ਔਰ ਇਹੀ ਕਾਰਨ ਆ ਕਿ ਜਦੋਂ 1857 ਆਉਂਦਾ ਵਾ ਤੇ ਪੰਜਾਬ ਪਹਿਲਾਂ ਹੀ ਇਸ ਤਰੀਕੇ ਨਾਲ ਦਬਾਇਆ ਹੋਇਆ ਸੀਗਾ ਕਿ ਕੋਈ ਵੀ ਕੰਮ ਕਿਸੇ ਬੰਨੇ ਵੀ ਜਿਹੜਾ ਵਾ ਉਹ ਨਹੀਂ ਹੋ ਸਕਿਆ। ਦੂਸਰਾ, ਮੈਂ ਲੈਜਿਸਲੇਸ਼ਨ ਦੇ ਬਾਰੇ ਦੇਖਦਾ ਵਾਂ ਕਿ ਆਮ ਕਰਕੇ ਸਾਨੂੰ ਇਹ ਕਿਹਾ ਜਾਂਦਾ ਵਾ ਕਿ ਉਹਨਾਂ ਨੇ, ਅੰਗਰੇਜ਼ਾਂ ਨੇ ਇੱਕ ਮਾਡਲ ਬਣਾਇਆ ਇਤਿਹਾਸ ਨੂੰ ਪੜ੍ਹਨ ਦਾ। ਉਹ ਸੀਗਾ ਜਿਹੜਾ ਉਹਨਾਂ ਨੇ ਜਿੱਦਾਂ ਪੜ੍ਹਿਆ ਕਿ ਇਤਿਹਾਸ ਨੂੰ 3 ਹਿੱਸਿਆਂ 'ਚ ਵੰਡੀਏ, ਹਿੰਦੂ ਇੰਡੀਆ, ਮੁਸਲਿਮ ਇੰਡੀਆ ਤੇ ਬ੍ਰਿਟਿਸ਼ ਇੰਡੀਆ। ਜਦੋਂ ਉਹ ਆਪ ਆਉਂਦੇ ਨੇ ਉਦੋਂ ਕਹਿੰਦੇ ਨੇ ਕਿ ਸਾਡਾ ਜਿਹੜਾ ਪੀਰੀਅਡ ਆ ਉਹ ਬ੍ਰਿਟਿਸ਼ ਇੰਡੀਆ ਵਾ। ਹੁਣ ਤੁਸੀਂ ਲੈਜਿਸਲੇਸ਼ਨ ਦਾ ਪੈਟਰਨ ਦੇਖੋਗੇ ਤੇ ਇਹੀ ਪੈਟਰਨ ਇੱਥੇ ਜਿਹੜਾ ਵਾ ਉਹ ਲਾਗੂ ਕਰ ਦਿੱਤਾ। ਉਹ ਕਿੱਦਾਂ? ਇਹ ਜਿੰਨੇ ਵੀ ਐਕਟ ਨੇ, ਇਹਨਾਂ ਐਕਟ ਦੀ ਜਿਹੜੀ ਤੁਸੀਂ ਜਦੋਂ ਟਰਮਸ ਦੇਖਦੇ ਜੇ ਤੇ ਉਹਦੇ 'ਚ ਕੀ ਆ ਕਿ ਕੁਝ ਸੀਟਾਂ ਮੁਸਲਿਮਸ ਦੀਆਂ ਹੋਣਗੀਆਂ, ਸਿੱਖਸ ਤੇ ਕ੍ਰਿਸਚੀਅਨ ਦੀਆਂ ਹੋਣਗੀਆਂ, ਜਿਹਨੂੰ ਆਪਾਂ ਸੈਪਰੇਟ ਇਲੈਕਟੋਰੇਟ ਕਹਿੰਦੇ ਆ। ਔਰ ਹੈਰਾਨੀ ਵਾਲੀ ਗੱਲ ਹੈ ਕਿ ਫਿਰ ਬਾਕੀ ਰਹਿ ਕਿਹੜਾ ਗਿਆ? ਉਹ ਜਨਰਲ ਸੀਟਸ ਹੋਣਗੀਆਂ। ਉਧਰਲੇ ਪਾਸੇ ਬ੍ਰਿਟਿਸ਼ ਹੋਣਗੇ ਤੇ ਇਧਰਲੇ ਪਾਸੇ ਜਿਹੜਾ ਵਾ ਜਨਰਲ ਸੀਟਸ ਹੋਣਗੇ, ਹਿੰਦੂ ਨਹੀਂ ਹੋਣਗੇ। ਹੁਣ ਉਹਦੇ ਨਾਲ ਹੋਇਆ ਕਿ ਮੁਸਲਿਮਸ ਨੂੰ ਔਰ ਸਿੱਖਸ ਨੂੰ ਬਾਰ-ਬਾਰ ਇਸ ਪ੍ਰੋਪੋਗੰਡਾ ਕਰਨਾ ਪਿਆ ਕਿ ਅਸਲ 'ਚ ਇਹ ਲੋਕ ਨੇ ਜਿਹੜੇ ਸੈਪਰੇਟ ਕਰ ਰਹੇ ਨੇ, ਅਸੀਂ ਜਿਹੜਾ ਵਾ ਉਹ ਇਕੱਠਾ ਕਰ ਰਹੇ ਹਾਂ। ਇਸ ਪ੍ਰਚਾਰ ਨੇ, ਕਿਉਂਕਿ ਜੇ ਤੁਸੀਂ ਟਰਮਸ ਜਿਹੜੀਆਂ ਨੇ ਯੂਜ਼ ਕਰਦੇ ਜੇ ਸੈਪਰੇਟ ਇਲੈਕਟੋਰੇਟ ਦੇ ਮੁਤਾਬਕ, ਸਾਰੀਆਂ ਟਰਮਸ ਦੀ ਜਿਹੜੀ ਆ ਉਹ ਰਿਲੀਜੀਅਸ ਬੇਸਿਸ ਹੋਣਾ ਚਾਹੀਦਾ ਵਾ, ਪਰ ਰਿਲੀਜੀਅਸ ਬੇਸਿਸ ਇੱਥੇ ਨਹੀਂ ਸੀਗਾ। ਇਸ ਕਰਕੇ ਇਹ ਲੈਜਿਸਲੇਸ਼ਨ ਬੜੇ ਸਟਲ ਤਰੀਕੇ ਨਾਲ ਬ੍ਰਿਟਿਸ਼ ਮਾਡਲ ਨੂੰ ਉਹਨਾਂ ਨੇ ਆਪਣਾ ਇੱਥੇ ਜਿਹੜਾ ਵਾ ਉਹ ਲਗਾ ਦਿੱਤਾ। ਔਰ ਜੇ ਤੁਸੀਂ ਹੁਣ ਇਹਨਾਂ ਦੇ ਦੇਖੋਗੇ, ਇਹ ਜਿਹੜੇ ਆਪਣਾ ਸੈਪਰੇਟ ਇਲੈਕਟੋਰੇਟ ਆ ਜਾਂ ਫਰੈਂਚਾਈਜ਼ ਆ, ਕਿਉਂਕਿ ਇਹ ਵੀ ਇੱਕ ਬਹੁਤ ਇੰਪੋਰਟੈਂਟ ਆ। 1919 ਦੇ ਵਿੱਚ ਜਦੋਂ
ਐਕਟ ਆਫ ਇੰਡੀਆ ਦਾ 99 ਦਾ ਜਿਹੜਾ ਵਾ ਉਹਦਾ ਅਸਰ ਅੱਗੇ ਹੋਣਾ ਸੀਗਾ ਫਰੈਂਚਾਈਜ਼ ਦੇ ਉੱਪਰ, ਤਾਂ ਉਸ ਤੋਂ ਪਹਿਲਾਂ ਇੱਕ ਫਰੈਂਚਾਈਜ਼ ਕਮੇਟੀ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਗਈ। ਉਹਨਾਂ ਦੇ ਮੁਤਾਬਕ 1919 ਤੋਂ ਪਹਿਲਾਂ ਵੋਟ ਪਾਉਣ ਦਾ ਹੱਕ ਜਿਹੜਾ ਵਾ ਉਹ ਸਿਰਫ 1.45% ਵੋਟਰਸ ਨੂੰ ਸੀਗਾ ਪੰਜਾਬ ਦੇ ਵਿੱਚ, ਜਾਨੀ 1.5% ਜਿਹੜਾ ਵਾ ਉਹ ਫਰੈਂਚਾਈਜ਼ ਉਸ ਟਾਈਮ ਤੇ ਜਿਹੜਾ ਵਾ ਉਹ ਇਲੈਕਟੋਰੇਟ ਪੰਜਾਬ ਦੇ ਵਿੱਚ ਸੀਗਾ। ਜਦੋਂ ਇਹ ਐਕਟ ਬਣਦਾ ਵਾ 1919 ਦਾ, ਔਰ 1920 ਦੇ ਵਿੱਚ ਇਸ ਦੀਆਂ ਜਿਹੜੀਆਂ ਜਦੋਂ ਚੋਣਾਂ ਹੁੰਦੀਆਂ ਨੇ, ਇਹ ਫਰੈਂਚਾਈਜ਼ ਵਧਾ ਕੇ ਫਿਰ ਇਹ 3% ਪਾਪੂਲੇਸ਼ਨ ਦਾ ਬਣਦਾ ਵਾ। ਇਹ ਬੜਾ ਲਿਮਟਿਡ ਜਿਹਾ ਫਰੈਂਚਾਈਜ਼ ਆ। ਪਰ ਜਦੋਂ ਇਹ 1935 ਦੇ ਵਿੱਚ ਐਕਟ ਜਿਹੜਾ ਪਾਸ ਹੁੰਦਾ ਵਾ, ਉਹਦੇ ਵਿੱਚ ਫਰੈਂਚਾਈਜ਼ ਜਿਹੜਾ ਵਾ ਉਹ ਵਧਾ ਦਿੱਤਾ ਜਾਂਦਾ ਵਾ, ਤਾਂ ਇਹ 11.9 ਜਾਂ ਇਸ ਨੂੰ 12% ਜਿਹੜਾ ਵਾ ਕਹਿ ਲਓ। ਔਰ ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਭ ਤੋਂ ਵੱਧ ਸੀਗਾ ਇਹ ਇੰਡੀਆ ਦੇ ਵਿੱਚ, ਸਭ ਤੋਂ ਵੱਧ ਫਰੈਂਚਾਈਜ਼ ਸੀਗਾ 12%। ਔਰ ਇਸੇ ਤਰ੍ਹਾਂ ਹੀ ਅਡਲਟ ਪਾਪੂਲੇਸ਼ਨ ਜੇ ਦੇਖੀਏ ਤਾਂ ਟੋਟਲ ਅਡਲਟ ਪਾਪੂਲੇਸ਼ਨ ਜਿਹੜੀ 21 ਸਾਲ, ਉਸ ਟਾਈਮ ਤੇ 21 ਸਾਲ ਸੀਗਾ, 21 ਸਾਲ ਤੋਂ ਇਹ 24% ਲੋਕ ਸੀਗੇ ਜਿਹੜੇ ਪੰਜਾਬ ਦੇ ਵਿੱਚ ਵੋਟ ਉਸ ਟਾਈਮ ਤੇ ਪਾ ਸਕਦੇ ਸੀਗੇ। ਇਹ ਮੈਂ ਇਸ ਕਰਕੇ ਦੱਸ ਰਿਹਾ ਵਾਂ ਕਿ ਇਹਨੇ ਜਦੋਂ ਮੋਬਿਲਾਈਜੇਸ਼ਨ ਹੋਣੀ ਆ, ਬਹੁਤ ਲੋਕਾਂ ਨੂੰ ਜਿਹੜਾ ਵਾ ਉਹ ਜਿਹੜੀਆਂ ਲਾਈਨਸ ਚੱਲਣੀਆਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕਮਿਊਨਲਾਈਜ਼ ਜਿਹੜਾ ਵਾ ਉਹ ਕਰ ਦੇਣਾ ਵਾ। ਔਰ ਇਸ ਤੋਂ ਇਲਾਵਾ ਜਿਹੜਾ ਰਿਆਜ਼ ਸਾਹਿਬ ਨੇ ਦੱਸਿਆ ਵਾ ਗਦਰ, ਅਸਲ 'ਚ ਗਦਰ ਇੱਕ ਬਹੁਤ ਵੱਡਾ ਡਿਪਾਰਚਰ ਆ 1857 ਜਾਂ 1849 ਤੋਂ ਲੈ ਕੇ ਤੇ 1919 ਤੋਂ ਪਹਿਲਾਂ ਜਾਂ 1914-15 ਤੱਕ। ਔਰ ਜਿਹੜਾ ਗਦਰ ਦਾ ਜਿਹੜਾ ਇੱਕ ਪ੍ਰੋਗਰਾਮ ਆ, ਉਹ ਪ੍ਰੋਗਰਾਮ ਨੂੰ ਕੋਈ ਹਾਈਲਾਈਟ ਨਹੀਂ ਕਰਦਾ, ਨੈਸ਼ਨਲ ਡਿਸਕੋਰਸ ਤੋਂ ਬਾਹਰ ਕੱਢਿਆ ਜਾਂਦਾ ਵਾ। ਔਰ ਗਦਰ ਦੇ ਵਿੱਚ ਹੀ ਪਹਿਲੀ ਵਾਰੀ ਆਜ਼ਾਦੀ ਜਿਹੜੀ ਆ ਅੰਗਰੇਜ਼ਾਂ ਤੋਂ ਹਥਿਆਰਬੰਦ ਤਰੀਕੇ ਨਾਲ ਲੈਣ ਦਾ ਜਿਹੜਾ ਵਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀਗਾ। ਔਰ ਇਹਦੇ ਨਾਲ ਹੀ ਰੌਲਟ ਬਿੱਲ ਜਿਹੜੇ ਨੇ, ਇਹਨੂੰ ਦਬਾਉਣ ਵਾਸਤੇ ਹੀ ਰੌਲਟ ਬਿੱਲ ਪਾਸ ਹੁੰਦੇ ਆ। ਔਰ ਇਸੇ ਦੇ ਜਾਨੀ ਸਬੰਧ ਹੀ ਗਾਂਧੀ ਜਾਂ ਜਿਹੜੀ ਪੋਲਿਟਿਕਸ, ਨੈਸ਼ਨਲਿਸਟ ਪੋਲਿਟਿਕਸ ਜਿਹਨੂੰ ਕਹਿੰਦੇ ਆ, ਉਹਨੂੰ ਖੜਾ ਕੀਤਾ ਜਾਂਦਾ ਵਾ। ਔਰ ਜਿਹੜੀ ਜਲਿਆਂਵਾਲੇ ਬਾਗ ਦੇ ਵਿੱਚ ਇੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਕਤਲੇਆਮ ਹੁੰਦਾ ਵਾ। ਇਹ ਜਿਹੜੀ ਏਕਤਾ ਦਾ ਇੱਕ ਉਸ ਸਮੇਂ ਇੱਕ ਮੈਟਾਫਰ ਜਾਂ ਸਿੰਬਲ ਇੱਕ ਬਣਦਾ ਵਾ, ਇਸ ਤੋਂ ਅੰਗਰੇਜ਼ ਡਰ ਜਾਂਦਾ। ਔਰ ਇਹੀ ਕਾਰਨ ਆ ਕਿ ਬਾਅਦ ਦੇ ਵਿੱਚ ਬਹੁਤ ਵੱਡੀ ਜਾਨੀ ਪੱਧਰ ਤੇ ਇਹ ਜਿਹੜੇ ਕਮਿਊਨਲ ਇਸ਼ੂਜ਼ ਨੇ ਉਹ ਖੜੇ ਹੁੰਦੇ ਨੇ, ਕਿਉਂਕਿ ਹਰ ਲੈਵਲ ਤੇ ਅੰਗਰੇਜ਼ ਚਾਹੁੰਦਾ ਵਾ ਕਿ ਯੂਨਿਟੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਔਰ ਇਸ ਹਿਸਾਬ ਦੇ ਨਾਲ ਲੋਕਾਂ ਨੂੰ ਵੱਖਰੀਆਂ ਵੱਖਰੀਆਂ ਜਿਹੜੀਆਂ ਚੈਨਲਸ ਨੇ ਉਹਨਾਂ 'ਚ ਪਾ ਦਿੱਤਾ ਜਾਵੇ। ਔਰ 1925 ਜਾਂ 26 ਦੇ ਵਿੱਚ ਜਿਹੜੀ ਆਪਾਂ 1901 'ਚ ਦੇਖਦੇ ਹਾਂ, ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ ਵੱਖਰਾ ਕਰ ਦਿੱਤਾ ਗਿਆ। ਔਰ 1925-26 ਦੇ ਵਿੱਚ ਟ੍ਰਿਬਿਊਨ ਦੇ ਵਿੱਚ ਲਾਲਾ ਲਾਜਪਤ ਰਾਏ ਨੇ ਸੀਰੀਜ਼ ਜਿਹੜੀਆਂ ਨੇ ਉਹ ਆਰਟੀਕਲ ਲਿਖੇ। ਔਰ ਉਹਨਾਂ ਆਰਟੀਕਲਸ ਦੇ ਵਿੱਚ ਸੀਗਾ ਕਿ ਪੰਜਾਬ ਦੀ ਦੁਬਾਰਾ ਐਡਮਿਨਿਸਟ੍ਰੇਟਿਵ ਡਿਵੀਜ਼ਨ ਜਿਹੜੀ ਆ ਕਰ ਦਿੱਤੀ ਜਾਵੇ। ਔਰ ਬੇਸ ਕੀ ਆ ਕਿ ਜਿਹੜੇ ਮੈਜੋਰਿਟੀ ਮੁਸਲਿਮ ਮੈਜੋਰਿਟੀ ਏਰੀਆਜ਼ ਨੇ ਉਹਨਾਂ ਨੂੰ ਐਡਮਿਨਿਸਟ੍ਰੇਟਿਵਲੀ ਸੈਪਰੇਟ ਕਰਕੇ ਨੌਨ ਮੁਸਲਿਮ ਜਿਹੜੇ ਏਰੀਆਜ਼ ਨੇ, ਜਿਹਨੂੰ ਆਪਾਂ ਹਿੰਦੂ ਕਹਿੰਦੇ ਆ, ਕਿਉਂਕਿ ਇਹ ਵੀ ਇੱਕ ਟਰਮ ਲਗਾਉਂਦੇ ਨੇ, ਜਿੰਨੀ ਤੁਸੀਂ ਹਿਸਟਰੀ ਪੜ੍ਹੋਗੇ ਉਹਦੇ 'ਚ ਟਰਮ ਇਹ ਲਗਾਈ ਜਾਂਦੀ ਆ ਮੁਸਲਿਮਸ ਤੇ ਬਾਕੀ ਨੌਨ ਮੁਸਲਿਮਸ, ਯਾਨੀ ਵਿਲਨ ਹਰ ਵੇਲੇ ਜਿਹੜਾ ਵਾ ਉਹ ਮੁਸਲਿਮ ਅੱਗੇ ਜਿਹੜਾ ਵਾ ਉਹ ਬਣਾ ਕੇ ਖੜਾ ਕੀਤਾ ਜਾਂਦਾ ਵਾ, ਜਦ ਕਿ ਨੌਨ ਮੁਸਲਿਮ ਕਿਹੜੇ ਨੇ ਉਹ ਦੱਸੇ ਜਾ ਸਕਦੇ ਨੇ। ਪਰ ਲੋਕਾਂ ਨੂੰ, ਸਟੂਡੈਂਟ ਨੂੰ ਪਤਾ ਨਹੀਂ ਲੱਗਦਾ। ਉਹ ਇਹੀ ਜਾਣੀ ਕਿ ਕਹਿੰਦੇ ਨੇ ਕਿ ਜੀ ਇਹ ਇਸ ਤਰੀਕੇ ਦੇ ਨਾਲ ਸ਼ਾਰਪ ਡਿਵੀਜ਼ਨ ਆ। ਔਰ ਲਾਲਾ ਲਾਜਪਤ ਰਾਏ ਦੀ ਇਹ ਜਿਹੜੀ ਐਡਮਿਨਿਸਟ੍ਰੇਟਿਵ ਡਿਵੀਜ਼ਨ ਆ, ਇਹ ਰਿਲੀਜੀਅਸ ਬੇਸ ਤੇ ਆ। ਇਸ ਨੂੰ ਵੀ ਕੋਈ ਜਿਹੜਾ ਵਾ ਉਹ ਸਾਹਮਣੇ ਨਹੀਂ ਲਿਆਂਦਾ। ਔਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ 1947 ਦੇ ਵਿੱਚ ਤਕਰੀਬਨ 95% ਡਿਵੀਜ਼ਨ ਇਸ ਬੇਸ ਤੇ ਹੀ ਹੋਈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ 1935 ਤੋਂ ਪਹਿਲਾਂ ਕਾਫੀ ਹੱਦ ਤੱਕ ਜਿਹੜੀਆਂ ਨੇ ਆ ਚੁੱਕੀਆਂ ਸੀਗੀਆਂ। ਔਰ ਇਸ ਕਰਕੇ ਜਿਹੜਾ 1935 ਦਾ ਐਕਟ ਜਿਹੜਾ ਵਾ ਸਾਡੇ ਵਾਸਤੇ ਇੰਪੋਰਟੈਂਟ ਇਸ ਕਰਕੇ ਆ, ਜਿਹਦੇ 'ਚ ਡਾਕਟਰ ਹਰਜਿੰਦਰ ਸਿੰਘ ਉਹਨਾਂ ਨੇ ਦੱਸਿਆ ਵਾ ਕਿ ਜਿਹੜਾ ਇਹ ਫੈਡਰਲ ਵਾਲਾ ਹੈਗਾ ਵਾ ਸਿਸਟਮ ਆ, ਕਿ ਸਟੇਟਸ ਜਿਹੜੀਆਂ ਨੇ ਫੈਡਰਲ ਸਿਸਟਮ ਦੇ ਵਿੱਚ ਜਿਹੜਾ ਵਾ ਉਹ, ਜਿਹੜਾ ਕਿ ਸਾਈਮਨ ਕਮਿਸ਼ਨ ਰਿਪੋਰਟ ਵੀ ਕਹਿੰਦੀ ਆ, ਜਿਹਨੂੰ ਰੱਦ ਕਰ ਦਿੱਤਾ ਜਾਂਦਾ ਵਾ,
ਤੇ ਫੈਡਰਲ ਨੂੰ ਜਿਹੜਾ ਵਾ ਉਹ ਪਹਿਲਾਂ ਸਟਰਕਚਰ ਨੂੰ ਜਿਹੜਾ ਵਾ ਉਹ ਸਥਾਪਿਤ ਕੀਤਾ ਜਾਵੇ। ਉਹਦਾ ਇੱਕ ਮੈਂ ਦੇਖਿਆ ਵਾ ਕਿ ਉਸਦਾ ਇੱਕ ਕਾਰਨ ਇਹ ਆ ਕਿ ਤੁਸੀਂ ਦੋ ਲੈਵਲ ਤੇ ਦੇਖੋ ਕਿ ਸਾਡੇ ਇੰਡੀਆ ਦੇ ਵਿੱਚ ਕਿਸ ਤਰੀਕੇ ਨਾਲ ਉਸ ਸਮੇਂ ਦਾ ਜਿਹੜਾ ਭਾਰਤ ਆ ਕਿਸ ਸਮੇਂ ਦਾ ਜਿਹੜੀਆਂ ਡਿਵੈਲਪਮੈਂਟ ਹੋ ਰਹੀਆਂ ਨੇ। ਇੱਕ ਤਾਂ ਉਹ ਨੇ ਜਿਹੜੇ ਪੈਨ ਇੰਡੀਆ ਲੈਵਲ ਤੇ ਨੇ, ਚਾਹੇ ਉਹ ਕਾਂਗਰਸ ਦੇ ਕਹਿ ਲਓ, ਚਾਹੇ ਉਹ ਈਵਨ ਹਿੰਦੂਆਂ ਸਭਾ ਦਾ ਕਹਿ ਲਓ, ਜਾਂ ਈਵਨ ਮੁਸਲਿਮ ਲੀਗ ਕਹਿ ਲਓ। ਔਰ ਇਹ ਕਿਤੇ ਵੀ ਨਹੀਂ ਹੈ, ਜਾਨੀ ਇਲੈਕਸ਼ਨ ਦੇ ਵਿੱਚ ਫੋਕਸਡ ਇੱਕ ਜਗ੍ਹਾ ਤੇ ਨਹੀਂ, ਪਰ ਲੀਡਰ ਇਹ ਸਾਰੀ ਜਿਹੜੀ ਹੈਗੀ ਆ ਉਹ ਆਪਣਾ ਜਿਹਨੂੰ ਏਰੀਆ ਵਾ ਉਹਨਾਂ ਦੇ ਵਿੱਚ ਆਪਣੀ ਲੀਡਰਸ਼ਿਪ ਜਿਹੜੀ ਆ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਆ। ਦੂਸਰੇ ਬੰਨੇ ਪ੍ਰੋਵਿੰਸ਼ੀਅਲ ਲੈਵਲ ਤੇ ਨੇ ਲੀਡਰਸ ਜਿਹੜੇ ਲੋਕਾਂ ਤੱਕ ਲਿਮਟਿਡ ਤਰੀਕੇ ਨਾਲ ਹੈਗੇ ਨੇ, ਲੋਕਾਂ ਦੀਆਂ ਸਮੱਸਿਆ ਤੱਕ ਹੱਲ ਕਰਦੇ ਨੇ। ਔਰ ਹਰ ਪਾਰਟੀ ਕੋਸ਼ਿਸ਼ ਕਰਦੀ ਆ ਕਿ ਜਿਹੜੀਆਂ ਇਹ ਫੈਡਰਲ ਲੈਵਲ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ ਵਾ। ਔਰ ਇਹਦਾ ਜਿਹੜਾ ਵਾ ਉਹ ਸੈਂਟਰ ਤੋਂ, ਜੇ ਤੁਸੀਂ ਕਾਂਗਰਸ ਚ ਪੈਟਰਨ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਜਿਹੜੇ ਜਿੱਥੇ ਜਿੱਥੇ ਵੀ ਸਟੇਟਸ ਨੇ ਉੱਥੇ ਉੱਥੇ ਆਪਣੇ ਲੀਡਰ ਜਿਹੜੇ ਨੇ ਉਹ ਕਾਂਗਰਸ ਦੀ ਜਿਹੜੀ ਪੈਨ ਇੰਡੀਆ ਲੈਵਲ ਦੀ ਪੋਲਿਟਿਕਸ ਆ ਉਸ ਨੂੰ ਅੱਗੇ ਲੈ ਕੇ ਆਉਂਦੇ ਨੇ, ਜਿਹਦੇ ਨਾਲ ਜਿਹਨੂੰ ਆਪਾਂ ਕਹਿੰਦੇ ਆ ਕਰਦੇ ਕੁਛ ਹੋਰ ਨੇ, ਇਹ ਪ੍ਰੋਵਿੰਸ਼ੀਅਲ ਲੈਵਲ ਤੇ ਪਤਾ ਨਹੀਂ ਗਾ ਲੱਗਦਾ। ਔਰ ਇਹਦਾ ਅਸਰ ਦੇਖਦੇ ਆ ਕਿ ਮੁਸਲਿਮ ਲੀਗ ਤੇ ਵੀ ਹੁੰਦਾ ਵਾ, ਔਰ ਮੁਸਲਿਮ ਲੀਗ ਦੇ ਨਾਲ ਨਾਲ ਈਵਨ ਯੂਨੀਅਨਿਸਟ ਪਾਰਟੀ ਤੇ ਵੀ ਹੁੰਦਾ ਵਾ। ਜਿਵੇਂ ਕਿ ਯੂਨੀਅਨਿਸਟ ਪਾਰਟੀ 1937 ਦੀਆਂ ਇਲੈਕਸ਼ਨ ਦੇ ਵਿੱਚ ਤਕਰੀਬਨ 119 ਸੀਟਾਂ ਲੈ ਜਾਂਦੀ ਆ, ਔਰ ਮੈਜੋਰਿਟੀ ਆ ਟੋਟਲ 75 ਸੀਟਾਂ ਸੀਗੀਆਂ ਤੇ 119 ਮੁਸਲਿਮ ਲੀਗ ਦੀਆਂ ਸੀਟਾਂ ਸੀਗੀਆਂ, ਯੂਨੀਅਨਿਸਟ ਪਾਰਟੀ ਦੀਆਂ ਸੀਟਾਂ ਸੀਗੀਆਂ। ਔਰ ਇਸ ਦੇ ਬਾਵਜੂਦ ਵੀ ਸਿਕੰਦਰ ਹਯਾਤ ਜਿਨ੍ਹਾਂ ਪੈਕਟ ਹੁੰਦਾ ਵਾ, ਕਿਉਂਕਿ ਸਿਕੰਦਰ ਹਯਾਤ ਦੀ ਇਹ ਖਾਸ ਰਹਿੰਦੀ ਆ ਕਿ ਉਹ ਇੰਡੀਆ ਲੈਵਲ ਤੇ ਵੀ ਉਸ ਦਾ ਜਿਹੜਾ ਵਾ ਉਹ ਰੈਕੋਗਨੀਸ਼ਨ ਹੋਣੀ ਚਾਹੀਦੀ ਆ, ਜਦ ਕਿ ਪੰਜਾਬ ਦੇ ਵਿੱਚ ਯੂਨੀਅਨਿਸਟ ਲੈਵਲ ਤੇ ਉਸ ਨੂੰ ਕਾਫੀ ਮਾਨਤਾ ਜਿਹੜੀ ਆ ਮਿਲੀ ਹੋਈ ਆ। ਔਰ ਇਹਦਾ ਅਸਰ ਪੰਜਾਬ ਦੇ ਵਿੱਚ ਆਰੀਆ ਸਮਾਜ ਤੇ ਵੀ ਹੁੰਦਾ ਵਾ ਕਿ ਆਰੀਆ ਸਮਾਜ ਜਿਹੜੀ ਕਿ ਆਪਣੇ ਆਪ ਨੂੰ ਜਿਹੜੀ 19th ਸੈਂਚੁਰੀ ਦੇ ਵਿੱਚ ਜਦੋਂ ਇਹ ਸ਼ਹੂਰਤ ਆਉਂਦੀ ਆ ਆਰੀਆ ਸਮਾਜ ਦੇ ਨਾਲ ਆ, ਇਹ ਲੇਬਲ ਛੱਡ ਕੇ ਤਾਂ ਹਿੰਦੂ ਲੇਬਲ ਲਗਾ ਕੇ ਤਾਂ ਇਸ ਦੀ ਵੀ ਜਿਹੜੀ ਆ ਉਹ ਜਿਹੜੀ ਹਿੰਦੂ ਕੌਂਸਟੀਟੂਐਂਸੀ ਆ ਉਹਦੇ ਵਿੱਚ ਪੈਨ ਇੰਡੀਆ ਲੈਵਲ ਦੀ ਜਿਹੜੀ ਪੋਲਿਟਿਕਸ ਆ, ਸੋ ਜਿਹੜੇ ਵੀ ਇਸ਼ੂ ਇੰਡੀਆ ਲੈਵਲ ਤੇ ਹੁੰਦੇ ਆ ਉਹ ਚੱਟ ਪੰਜਾਬ ਦੇ ਵਿੱਚ ਆ ਜਾਂਦੇ ਆ, ਜਿਹਦੇ ਕਰਕੇ ਪੰਜਾਬ ਬਹੁਤ ਇੱਕ ਹਿਸਾਬ ਦਾ ਕੰਟੈਸਟਡ ਰੀਜਨ ਜਿਹੜਾ ਵਾ ਉਹ ਬਣ ਜਾਂਦਾ ਵਾ। ਔਰ ਸਿੱਖਸ ਕਿਉਂਕਿ ਸਭ ਜਗ੍ਹਾ ਤੇ ਖਿਲਰੇ ਹੋਏ ਆ, ਔਰ ਉਸੇ ਕਿਸਮ ਦੀ ਜਿਹੜਾ ਫੀਅਰ ਆ ਉਹ ਸਿੱਖਸ ਦੇ ਵਿੱਚ ਵੀ ਜਿਹੜੇ ਲੀਡਰ ਨੇ ਉਹ ਜ਼ਿਆਦਾ ਜਾਨੀ ਜਨਰੇਟ ਕਰਦੇ ਨੇ ਕਿ ਸਾਨੂੰ ਇਸ ਕਿਸਮ ਦੀਆਂ ਜਿਹੜੀਆਂ ਨੇ ਪ੍ਰੋਬਲਮ ਆ ਸਕਦੀਆਂ ਨੇ। ਔਰ ਇਹ ਜਿਹੜਾ ਵਰਲਡ ਵਾਰ ਸੈਕੰਡ ਆ ਇਸ ਦੇ ਇੱਕ ਅਜੀਬ ਕਿਸਮ ਦੀ ਸਿਚੁਏਸ਼ਨ ਪੈਦਾ ਕਰ ਦਿੱਤੀ। ਉਹ ਕੀ ਆ, ਫਸਟ ਵਰਲਡ ਵਾਰ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤੇ ਅੰਗਰੇਜ਼ਾਂ ਨੂੰ ਸਪੋਰਟ ਚਾਹੀਦੀ ਸੀ, ਔਰ ਅੰਗਰੇਜ਼ ਹਰ ਕਿਸਮ ਦਾ ਕੰਪਰੋਮਾਈਜ਼ ਕਰਨ ਨੂੰ ਤਿਆਰ ਸੀ। ਅੰਗਰੇਜ਼ਾਂ ਨੇ ਉਸ ਟਾਈਮ ਦੇ ਉੱਪਰ ਇੱਕ ਸੈਲਫ ਗਵਰਨਮੈਂਟ ਦਾ ਜਾਂ ਉਹ ਡੈਕਲੇਰੇਸ਼ਨ ਮੌਂਟੇਗੂ ਐਡਮੰਡ ਮੌਂਟੇਗੂ ਦਾ ਡੈਕਲੇਰੇਸ਼ਨ ਆ ਜਿਹਦੇ ਚ ਪ੍ਰੋਮਿਸ ਕੀਤਾ ਕਿ ਅਸੀਂ ਰਿਸਪੌਂਸਿਬਲ ਗਵਰਨਮੈਂਟ ਦੇਵਾਂਗੇ, ਜਦ ਕਿ ਬਾਅਦ ਦੇ ਵਿੱਚ ਕਦੀ ਵੀ ਇਸ ਦਾ ਵਾਅਦਾ ਜਿਹੜਾ ਵਾ ਪੂਰਾ ਨਹੀਂ ਕੀਤਾ। ਤਾਂ ਇਸੇ ਤਰ੍ਹਾਂ ਹੀ ਸੈਕੰਡ ਵਰਲਡ ਵਾਰ ਦੇ ਵਿੱਚ ਦੁਬਾਰਾ ਸਿਚੁਏਸ਼ਨ ਆ ਜਾਂਦੀ ਆ। ਔਰ ਤੁਹਾਨੂੰ ਜੇ ਯਾਦ ਹੋਵੇ ਤਾਂ ਫਸਟ ਵਰਲਡ ਵਾਰ ਦੇ ਵਿੱਚ ਮਹਾਤਮਾ ਗਾਂਧੀ ਓਪਨਲੀ ਰਿਕਰੂਟਮੈਂਟ ਪਾਲਿਸੀ ਦੇ ਵਿੱਚ ਅੰਗਰੇਜ਼ਾਂ ਦੀ ਸਾਥ ਜਿਹੜਾ ਵਾ ਦਿੰਦਾ ਵਾ। ਇਹ ਹੁਣ ਸੈਕੰਡ ਵਰਲਡ ਵਾਰ ਦੇ ਵਿੱਚ ਦੁਬਾਰਾ ਫਿਰ ਇਹ ਸਿਚੁਏਸ਼ਨ ਆ ਜਾਂਦੀ ਹੈ। ਮਹਾਤਮਾ ਗਾਂਧੀ ਦੀ ਜਾਨੀ ਡਬਲ ਸਟ੍ਰੈਟਜੀ ਕਿਸ ਤਰ੍ਹਾਂ ਵਾ, ਇੱਕ ਤਾਂ ਇਹ ਕਿ ਅਸੀਂ ਅੰਗਰੇਜ਼ ਜਿਹੜਾ ਸਾਮਰਾਜ ਆ ਉਸ ਨੂੰ ਤਬਾਹ ਨਹੀਂ ਹੋਣ ਦੇਵਾਂਗੇ। ਕਾਰਨ ਕੀ ਆ ਕਿ ਜੇ ਅੰਗਰੇਜ਼ ਦਾ ਸਾਮਰਾਜ ਹਿੰਦੁਸਤਾਨ ਚ ਤਬਾਹ ਹੁੰਦਾ ਤੇ ਅਗਲੀ ਤਾਕਤ ਸਾਡੇ ਹੱਥ ਕਿਸ ਤਰ੍ਹਾਂ ਹੋਵੇਗੀ। ਸੋ ਅੰਗਰੇਜ਼ ਜਿਹੜਾ ਵਾ ਇੰਗਲਿਸ਼ ਬ੍ਰਿਟਿਸ਼ ਸਿਸਟਮ ਜਿਹੜਾ ਵਾ ਉਹ ਕੰਟਰੋਲ 'ਚ ਰਹਿਣਾ ਚਾਹੀਦਾ ਵਾ, ਪਰ ਸਾਡੀਆਂ ਕੰਡੀਸ਼ਨ ਜਿਹੜੀਆਂ ਨੇ ਸਾਨੂੰ ਪੂਰੀਆਂ ਜਿਹੜੀਆਂ ਨੇ ਸਾਨੂੰ ਵਾਰ ਏਮਸ ਦੱਸੋ, ਸਾਡੇ ਜਿਹੜਾ ਵਾ ਉਹ ਅੱਗੇ ਜਿਹੜਾ ਵਾ ਪ੍ਰੋਸੈਸ ਕਿੱਦਾਂ ਚੱਲੇਗਾ। ਔਰ ਇਹ ਫੀਅਰ ਇਸੇ ਤਰੀਕੇ ਨਾਲ ਮੁਸਲਿਮ ਲੀਗ ਦੇ ਵਿੱਚ ਵੀ ਕਲਟੀਵੇਟ ਹੁੰਦਾ ਵਾ, ਜਿਹਦੇ ਚੋਂ ਇਹ ਲਾਹੌਰ ਰੈਜ਼ੋਲੂਸ਼ਨ ਆਉਂਦਾ ਵਾ ਕਿ ਉਹਨਾਂ ਦੇ ਜਿਹੜੇ ਫੀਅਰਸ ਨੇ, ਕਿਉਂਕਿ ਜਿਸ ਕਿਸਮ ਦੀ ਪੋਲਿਟਿਕਸ ਧਰਾਤਲ ਤੇ ਜਾਂ ਬੇਸ ਤੇ ਜਿਹੜਾ ਵਾ ਚੱਲ ਰਹੀ ਆ, ਉਸ ਪੋਲਿਟਿਕਸ ਦੇ ਫੀਅਰਸ ਜਿਹੜੇ ਨੇ ਹਰ ਜਗ੍ਹਾ ਤੇ ਜਿਹੜਾ ਵਾ ਉਹ ਨਜ਼ਰ ਆਉਂਦੇ ਆ।
ਚਾਹੇ ਉਹ ਸੈਂਟਰਲ ਇੰਡੀਆ ਵਾ ਚਾਹੇ ਉਹ ਪੰਜਾਬ ਆ। ਔਰ ਇਹ ਜਿਹੜਾ ਅਸੀਂ ਹਿਸਟੋਰੀਅਨ ਦੇਖਦੇ ਜਦੋਂ ਜੇ ਅਸੀਂ ਬੈਲੈਂਸ ਹਰ ਲੈਵਲ ਤੇ ਨਹੀਂ ਰੱਖਾਂਗੇ, ਬਲੇਮ ਦੂਸਰੇ ਨੂੰ ਪਾਵਾਂਗੇ, ਤਾਂ ਸਾਨੂੰ ਮੁਸ਼ਕਲ ਹੋ ਜਾਏਗੀ ਕਿ ਓਵਰਆਲ ਅਸੀਂ ਇਸ ਚੀਜ਼ ਨੂੰ ਕਿੱਦਾਂ ਸਮਝਣਾ ਵਾ। ਔਰ ਜਿਹੜੀਆਂ ਇਲੈਕਸ਼ਨ ਹੋਈਆਂ 1937 ਦੀਆਂ, ਮੁਸਲਿਮ ਲੀਗ ਦੀ ਕਾਫੀ ਹਾਲਤ ਮਾੜੀ ਰਹੀ, 2 ਸੀਟਸ ਮਿਲੀ, ਪਰ ਇੱਕ ਜਿਹੜਾ ਸੀਗਾ ਰਾਜਾ ਜ਼ਫਰ ਅਲੀ ਉਹ ਯੂਨਿਸਟ ਪਾਰਟੀ 'ਚ ਸ਼ਾਮਿਲ ਹੋ ਗਿਆ, ਸਿਰਫ ਮਲਕ ਬਰਕਤ ਅਲੀ ਹੀ ਰਹਿ ਗਿਆ। ਸੋ ਜੇ ਪੰਜਾਬ ਦੇ ਵਿੱਚ ਮੁਸਲਿਮ ਲੀਗ ਦੀ ਹੋਂਦ ਨਹੀਂ ਹੈਗੀ ਇਸ ਵੇਲੇ, ਪਰ ਉਸ ਦੇ ਬਾਵਜੂਦ ਵੀ ਐਕਟੀਵਿਟੀ ਇੰਡੀਆ ਲੈਵਲ ਤੇ ਜਿਹੜੀ ਆ ਉਹ ਚੱਲ ਰਹੀ ਆ। ਔਰ ਫਸਟ ਵਰਲਡ ਵਾਰ ਦੀਆਂ ਜਿਹੜੀਆਂ ਜਦੋਂ ਆਪਾਂ ਅੱਗੇ ਇਲੈਕਸ਼ਨਸ ਦੇ ਵਿੱਚ ਦੇਖਾਂਗੇ, ਤੇ ਫਸਟ ਵਰਲਡ ਵਾਰ ਦੇ ਵਿੱਚ ਜਦੋਂ ਅੰਗਰੇਜ਼ ਆਉਂਦੇ ਨੇ, ਕਿਸ ਕਿਸਮ ਦੇ ਉਹ ਪ੍ਰੈਸ਼ਰਸ ਜਿਹੜੇ ਨੇ ਔਰ ਪ੍ਰੋਮਿਸਸ ਜਿਹੜੇ ਨੇ ਉਹ ਕਰਦੇ ਨੇ। ਔਰ ਇਹਨਾਂ ਪ੍ਰੋਮਿਸਸ ਦੇ ਪਿੱਛੇ ਸਾਨੂੰ ਇਹ ਦੇਖਣਾ ਪਏਗਾ ਕਿ ਜਿਹੜੇ ਸਾਡੇ ਲੀਡਰ ਨੇ ਉਹ ਕਿਸ ਕਿਸਮ ਦੇ ਪ੍ਰੋਮਿਸਸ ਲੋਕਾਂ ਤੱਕ ਵਾਅਦੇ ਜਿਹੜੇ ਨੇ ਕਰਦੇ ਨੇ, ਔਰ ਉਹਨਾਂ ਦਾ ਸਾਰੇ ਪ੍ਰੋਸੈਸ ਦੇ ਵਿੱਚ ਬਾਅਦ ਚ ਕਿਸ ਤਰੀਕੇ ਨਾਲ ਖਿਲਵਾੜ ਹੁੰਦਾ ਵਾ। ਸੋ ਇਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਵਾ ਕਿ ਇਹ ਬਹੁਤ ਫਲੂਇਡ ਸਿਚੁਏਸ਼ਨ ਆ, ਔਰ ਇਹਦੇ ਚ ਸਾਨੂੰ ਬੈਲੈਂਸ ਸਾਰੀਆਂ ਸਾਈਡਸ ਦੇ ਜਿਹੜੇ ਫੀਅਰਸ ਨੇ ਉਹਨਾਂ ਦਾ ਰੱਖ ਕੇ ਇੱਕ ਬੈਲੈਂਸ ਦੇਖਣਾ ਚਾਹੀਦਾ ਵਾ, ਕਿਉਂਕਿ ਚੇਂਜ ਜਿਹੜੀ ਆ ਰਹੀ ਆ ਕਿਸੇ ਦੇ ਕੰਟਰੋਲ 'ਚ ਨਹੀਂ। ਕੋਈ ਇਸ ਚੇਂਜ ਨੂੰ ਸਮਝ ਨਹੀਂ ਰਿਹਾ ਔਰ ਕੋਸ਼ਿਸ਼ ਕਰ ਰਹੇ ਨੇ ਕਿ ਹਰ ਤਰੀਕੇ ਦੇ ਨਾਲ ਇਸ ਚੇਂਜ ਦੇ ਵਿੱਚ ਪਾਰਟਿਸਿਪੇਟ ਕੀਤਾ ਜਾਵੇ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਪ੍ਰੋਫੈਸਰ ਸੋਹਲ, ਬਹੁਤ ਦਿਲਚਸਪ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਨੇ। ਤੇ ਇੱਕ ਸਵਾਲ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਜਾਂ ਜਵਾਬ ਜਦੋਂ ਵੀ ਠੀਕ ਸਮੇਂ ਤੇ ਤੁਸੀਂ ਦੇ ਸਕਦੇ ਹੋ ਕਿ ਕੌਣ ਬੰਦੇ ਸਨ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀਗਾ, ਇਹ ਜਿਹੜੀ ਪਹਿਲੀ ਆਪਣੀ ਚੋਣਾਂ ਹੁੰਦੀਆਂ ਨੇ। ਤੇ ਸੁਖਵੀਰ ਸਿੰਘ ਜੀ ਨੇ ਉਹਨਾਂ ਨੇ ਸਵਾਲ ਪੁੱਛਿਆ ਆ। ਮੈਂ ਜਸਟ ਪਿਛਲੇ ਕੁਝ ਦਿਨਾਂ 'ਚ ਪੜ੍ਹ ਰਿਹਾ ਸੀ ਜਦੋਂ ਇਹਦੇ ਟਾਕ ਦੇ ਬਾਰੇ, ਤੇ ਆਸਟ੍ਰੇਲੀਅਨ ਜਿਹੜੀਆਂ ਮੈਂ ਆਸਟ੍ਰੇਲੀਅਨ ਪੁਆਇੰਟ ਦੇਖ ਰਿਹਾ ਸੀ ਵੀ ਜਿਹੜੀ ਆਸਟ੍ਰੇਲੀਅਨ ਅਖਬਾਰਾਂ ਨੇ ਉਹਦੇ ਵਿੱਚ ਕੁਝ ਰੈਫਰੈਂਸ ਜਿਹੜੇ ਇਹਨਾਂ ਨੇ ਦਿੱਤੇ ਨੇ। ਇੱਕ ਤੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਕਿ 1935 ਦੇ ਵਿੱਚ ਜਿਹੜਾ 1917 ਦੇ ਵਿੱਚ ਜੋ ਪ੍ਰੋਮਿਸ ਕੀਤਾ ਸੀ ਫਸਟ ਵਰਲਡ ਵਾਰ ਤੋਂ ਬਾਅਦ ਕਿ ਅਸੀਂ ਇੰਡੀਆ ਨੂੰ ਇੱਕ ਫੈਡਰਲ ਜਿਹੜਾ ਗਵਰਨਮੈਂਟ ਦੇਵਾਂਗੇ, ਤੇ ਉਸ ਐਕਟ ਦਾ ਉਹ ਰੈਫਰੈਂਸ ਦੱਸਦੇ ਨੇ ਵੀ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈ ਉਹ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ। ਬੇਸਿਕਲੀ ਆਸਟ੍ਰੇਲੀਅਨ ਅਖਬਾਰਾਂ ਇੱਥੋਂ ਦੇ ਲੋਕਾਂ ਨੂੰ ਕੀ ਇਨਫੋਰਮੇਸ਼ਨ ਦੇ ਰਹੀਆਂ ਨੇ ਔਰ ਜੋ ਇੰਡੀਆ 'ਚ ਹੋ ਰਿਹਾ ਉਹਦੇ ਬਾਰੇ ਮੈਂ ਰੈਫਰੈਂਸ ਦੇਣਾ ਚਾਹੁੰਦਾ ਹਾਂ। ਤੇ ਉਹਦੇ ਵਿੱਚ ਉਹਨਾਂ ਨੇ ਇਹ ਫੀਅਰ ਜਿਹੜਾ ਲੋਕਾਂ ਦੇ ਕਮੈਂਟਸ ਦੇ ਵਿੱਚ ਜੇ ਅਸੀਂ ਅਖਬਾਰਾਂ 'ਚ ਜਾਂਦੇ ਹਾਂ ਤੇ ਇਹ ਨਜ਼ਰ ਆਉਂਦਾ ਆ ਕਿ ਕੀ ਇੰਡੀਅਨਸ ਆਪਣੀ ਇੱਕ ਵੈਸਟਰਨ ਸਟਾਈਲ ਦੀ ਡੈਮੋਕ੍ਰੇਸੀ ਔਰ ਵੈਸਟਰਨ ਸਟਾਈਲ ਦੀ ਗਵਰਨਮੈਂਟ ਦੇ ਲਈ ਤਿਆਰ ਨੇ। ਇਹਦੇ ਉੱਤੇ ਜਿਹੜੀ ਡਿਸਕਸ਼ਨ ਆ ਆਸਟ੍ਰੇਲੀਅਨ ਅਖਬਾਰਾਂ 'ਚ ਵੀ ਹੁੰਦੀ ਹੈ। ਸੋ ਗੱਲਬਾਤ ਲੜੀ ਨੂੰ ਅੱਗੇ ਵਧਾ ਰਿਹਾ ਜੀ। ਮੈਂ ਹੁਣ ਡਾਕਟਰ ਹਰਜਿੰਦਰ ਸਿੰਘ ਜੀ, ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਬਾਅਦ ਦੇ ਵਿੱਚ ਵਾਈਂਡ ਅਪ ਕਰਨਾ ਚਾਹੁੰਦੇ ਕਿ ਹੁਣੇ ਹੀ ਬੋਲਣਾ ਚਾਹੁੰਦੇ ਹੋ? ਮੇਰਾ ਖਿਆਲ ਹੈ ਗੰਗਵੀਰ ਹੁਣਾਂ ਨੂੰ ਮੌਕਾ ਦਿਓ ਪਹਿਲਾਂ, ਉਸ ਤੋਂ ਬਾਅਦ ਮੈਂ ਗੱਲ ਕਰ ਲਾਂਗਾ। ਠੀਕ ਹੈ ਜੀ। ਸੋ ਗੰਗਵੀਰ ਸਿੰਘ ਜੀ, ਤੁਸੀਂ ਸਾਰੀ ਗੱਲਬਾਤ ਸੁਣੀ ਤੇ ਜੋ ਵੀ ਤੁਹਾਡੇ ਜ਼ਿੰਦਗੀ ਤਜਰਬੇ ਨੇ ਤੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਸਾਡੇ ਸਾਹਮਣੇ ਰੱਖੋ। ਗੰਗਵੀਰ ਰਾਠੌਰ ਰਾਹੋਂ। ਜਿਹੜੇ ਆਪਾਂ ਹੈਲੋ, ਆਵਾਜ਼ ਆ ਰਹੀ? ਆਵਾਜ਼ ਆ ਰਹੀ ਹੈ। ਜਿਹੜੇ ਆਪਾਂ ਗੱਲ ਕਰਦੇ ਆਂ ਵੀ ਟੂ ਨੇਸ਼ਨ ਥਿਊਰੀ ਤੱਕ ਤੇ ਇਲੈਕਟੋਰਲ ਪੋਲਿਟਿਕਸ ਤੱਕ ਆਉਂਦੇ ਹੋਏ ਜਿਹੜੀਆਂ ਧਿਰਾਂ ਬਣ ਜਾਣਗੀਆਂ, ਉਹਦਾ ਜੇ ਆਪਾਂ ਥੋੜ੍ਹਾ ਜਿਹਾ ਪਿੱਛੋਂ ਦੇਖੀਏ, ਅੰਗਰੇਜ਼ ਦੇ ਆਉਣ ਨਾਲ ਜਿਹੜੀਆਂ ਉਸਨੇ ਰਿਫਾਈਨ ਆਈਡੈਂਟੀਟੀਆਂ ਘੜੀਆਂ ਸਾਡੇ ਇੱਥੇ ਸਮਾਜ 'ਚ ਜਾਂ ਸਾਡੇ ਇਸ ਪੂਰੇ ਖਿੱਤੇ ਵਿੱਚ, ਉਸ ਦੇ ਨਾਲ ਜਿਹੜਾ 47 ਵਾਲਾ ਅਖੀਰ ਜੋ ਹੋਇਆ ਉਹਦਾ ਸਿੱਟਾ ਕਿਤੇ ਨਾ ਕਿਤੇ ਨਿਕਲਣਾ ਸੀ। ਹੋ ਸਕਦਾ ਉਹ ਕੁਛ ਪਹਿਲਾਂ ਆ ਜਾਂਦਾ ਜਾਂ ਕੁਛ ਬਾਅਦ 'ਚੋਂ ਆ ਜਾਂਦਾ। ਇਹ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਵੀ ਜਦੋਂ ਅੰਗਰੇਜ਼ ਨੇ ਕੁਛ ਖਾਸ ਤੌਰ 'ਤੇ ਸਿੰਬੋਲਿਕ ਪੋਲੀਟਿਕਸ ਉਭਾਰੀ, ਜਿਸ ਦੇ ਵਿੱਚ ਹਿੰਦੂਆਂ ਦੀ ਅਲੱਗ ਪਛਾਣ ਉਭਾਰੀ, ਮੁਸਲਮਾਨਾਂ ਦੀ ਅਲੱਗ ਸਮਾਜਿਕ ਤੌਰ 'ਤੇ ਅਤੇ ਸਿੱਖਾਂ ਦੀ ਅਲੱਗ, ਜਿਸ ਦੇ ਅਧੀਨ ਹਿੰਦੀ ਬੋਲੀ ਰਿਫਾਈਨ ਕੀਤੀ ਗਈ, ਉਰਦੂ ਸਕ੍ਰਿਪਟ 'ਤੇ ਕੰਮ ਕੀਤਾ ਗਿਆ, ਉਹ ਉਭਾਰਿਆ ਗਿਆ, ਅਤੇ ਸਿੱਖਾਂ ਲਈ ਮਤਲਬ ਜੋ ਪੰਜਾਬੀ ਬੋਲੀ ਸੀ
ਉਹ ਮਤਲਬ ਇੱਕ ਪ੍ਰੋਪੇਗੈਂਡਾ ਖੜਾ ਕੀਤਾ ਗਿਆ ਕਿ ਜਿਹੜੀ ਪੰਜਾਬੀ ਬੋਲੀ ਹੈ ਉਹ ਸਿੱਖਾਂ ਦੀ ਹੀ ਹੈ। ਉਹਦੇ ਨਾਲ ਕੀ ਉਹ ਹੋ ਗਿਆ ਕਿ ਜਿਹੜੀਆਂ ਪਛਾਣਾਂ ਸੀਗੀਆਂ ਜਿਹੜੀਆਂ ਸਮਾਜ ਦੇ ਵਿੱਚ ਨਵੇਂ ਤੌਰ ਤੇ ਉੱਭਰੀਆਂ, ਉਹ ਪਛਾਣਾਂ ਦੇ ਵਿੱਚ ਜਿਹੜਾ ਇੱਕ ਸਾਡਾ ਸੋਸ਼ਲ ਫਲੈਕਸੀਬਲ ਕਰੈਕਟਰ ਸੀਗਾ, ਇੱਕ ਥੋੜਾ ਕਿਸੇ ਚੀਜ਼ ਨੂੰ ਮਹਿਸੂਸ ਕਰਨ ਦਾ ਜਾਂ ਦੇਖਣ ਦਾ ਜਾਂ ਸਹਿਨਸ਼ੀਲਤਾ ਸੀਗੀ, ਉਹ ਕਿਤੇ ਨਾ ਕਿਤੇ ਉਹ ਰਿਜਿਡਿਟੀ ਵੱਲ ਚਲਾ ਗਿਆ। ਹੁਣ ਉਹਦੇ ਵਿੱਚ ਆਪਾਂ ਹੈਲੋ ਹਾਂਜੀ ਹਾਂਜੀ ਸੁਣ ਰਿਹਾ। ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਦੋਂ ਤੋਂ ਆਪਾਂ ਇੱਕ ਜਿਸ ਚੀਜ਼ ਨੂੰ ਕਹਿ ਦਿੰਦੇ ਆ ਵੀ ਰਾਸ਼ਟਰਵਾਦੀ ਚੇਤਨਾ ਜਾਂ ਹਿੰਦੂ ਚੇਤਨਾ ਜਾਂ ਮੁਸਲਮਾਨ ਚੇਤਨਾ ਜਾਂ ਸਿੱਖਾਂ 'ਚ ਇਸ ਤਰ੍ਹਾਂ ਦੀ ਚੇਤਨਾ ਆਈ, ਕੁਛ ਐਜੂਕੇਸ਼ਨਲ ਇੰਸਟੀਟਿਊਸ਼ਨ ਖੋਲ੍ਹਣ ਦੀ, ਜਾਂ ਉਹ ਸਾਰੇ ਸੈਟਅਪ ਨੇ ਜਿਹੜਾ ਸੀਗਾ ਇੱਕ ਇਸ ਪੂਰੇ ਖਿੱਤੇ ਨੂੰ ਵੰਡਣ ਦਾ ਮਨਸੂਬਾ ਘੜ ਦਿੱਤਾ ਸੀਗਾ। ਹੁਣ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਜਦ 1931 ਵਿੱਚ ਇੱਕ ਮਰਦਮਸ਼ੁਮਾਰੀ ਹੁੰਦੀ ਹੈ, ਉਹਦੇ ਵਿੱਚ ਪਹਿਲੀ ਵਾਰ ਹਿੰਦੂਆਂ ਨੂੰ ਜੋ ਦਲਿਤ ਹੈ ਜਾਂ ਅਛੂਤ ਹੈ ਉਹਨਾਂ ਨੂੰ ਹਿੰਦੂ ਐਲਾਨਣਾ ਪਿਆ। ਉਹ ਪਰ ਜਦ 1871 ਆਉਂਦਾ ਵੈ, 1871 ਤੋਂ ਜੋ ਮਰਦਮਸ਼ੁਮਾਰੀਆਂ ਚੱਲਦੀਆਂ ਆ ਰਹੀਆਂ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਸੀਗਾ। ਉਹਦੇ ਵਿੱਚ ਕੁਛ ਆਈਡੈਂਟੀਟੀਆਂ ਇਹ ਸੀਗੀਆਂ ਵੀ ਅਛੂਤਾਂ ਜਾਂ ਉਹਨਾਂ ਨੂੰ ਕੁਛ ਗਿਣਿਆ ਨਹੀਂ ਸੀ ਜਾਂਦਾ। ਪਰ ਅੱਗੇ ਜਾ ਕੇ ਜਦ ਦੇਖਿਆ ਵੀ ਜਿਹੜੀਆਂ ਮਾਡਰਨ ਸੈਟਅਪ ਦੇ ਵਿੱਚ ਮਾਡਰਨ ਜੋ ਡੈਮੋਕ੍ਰੈਟਿਕ ਸੈਟਅਪ ਆਉਣੇ ਸੀਗੇ, ਉਹਦੇ ਵਿੱਚ ਜਿਹੜਾ ਇੱਕ ਮੈਜੋਰੀਟੇਰੀਅਨ ਸਟੇਟ ਵੀ ਆਉਣਾ ਸੀਗਾ, ਜੇ ਲੋਕਾਂ ਦੀ ਹਿੱਸੇਦਾਰੀ ਆਉਣੀ ਸੀਗੀ, ਇੱਕ ਬਹੁ ਸੰਖਿਅਕਵਾਦ ਦਾ ਕਰੈਕਟਰ ਵੀ ਆਉਣਾ ਸੀਗਾ। ਉੱਥੇ ਜੋ ਗੱਲ ਮੁੱਕਣੀ ਸੀਗੀ, ਜੋ ਨੈਗੋਸ਼ੀਏਸ਼ਨਾਂ ਹੋਣੀਆਂ ਸੀਗੀਆਂ, ਉਹ ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ ਹੋਣੀਆਂ ਸੀਗੀਆਂ। ਜਿੱਥੋਂ ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ ਗੱਲ ਚੱਲਦੀ ਹੈ ਤਾਂ ਉੱਥੇ ਕਾਂਗਰਸ ਦਾ ਜਿਹੜਾ ਉਭਾਰ ਸੀਗਾ ਉਹ ਇੱਕ ਰਿਫੋਰਮਿਸਟ ਪਾਰਟੀ ਤੋਂ ਜਾ ਕੇ ਇੱਕ ਹਿੰਦੂਤਵ ਰਾਸ਼ਟਰਵਾਦ ਜਾਂ ਹਿੰਦੂਤਵੀ ਪਾਰਟੀ ਵੱਲ ਚਲਾ ਗਿਆ, ਜਿਸ ਦੇ ਵਿੱਚ ਕੀ ਸੀ ਕਿ ਉਹ ਪੂਰੇ ਹਿੰਦੂਆਂ ਦੀ ਨੁਮਾਇੰਦਗੀ ਕਰਦੀ ਸੀ, ਉਹ ਸਿੰਬਲਸ ਨੂੰ ਉਭਾਰਦੀ ਸੀਗੀ, ਤੇ ਜਿਸ ਦੇ ਨਤੀਜੇ ਵਜੋਂ ਜਿਹਦੇ ਇੱਕ ਆਪਾਂ ਕਹਿ ਲਈਏ ਕਿ ਜਵਾਬਦੇਹੀ ਵਜੋਂ ਬਾਕੀ ਕੌਮਾਂ 'ਚ ਇਸ ਤਰ੍ਹਾਂ ਦਾ ਇੱਕ ਡਰ ਜਾਂ ਮਾਹੌਲ ਪੈਦਾ ਹੋ ਗਿਆ ਤੇ ਉਹ ਜਵਾਬਦੇਹੀ ਦਾ ਇੱਕ ਦੌਰ ਸ਼ੁਰੂ ਹੋ ਗਿਆ। ਹੁਣ ਆਪਾਂ ਇੱਕ ਦੌਰ ਦਾ ਇਹ ਦੇਖਦੇ ਹਾਂ ਵੀ ਮੁਹੰਮਦ ਅਲੀ ਜਿੰਨਾ ਨੂੰ ਦੇਖਦੇ ਹਾਂ ਵੀ ਇੱਕ ਗੋਖਲੇ ਦੇ ਸ਼ਾਗਿਰਦ ਤੋਂ ਜਿੰਨਾ ਜਾਂ ਮਹਾਤਮਾ ਗਾਂਧੀ ਨੂੰ ਤੇ ਟੂ ਨੇਸ਼ਨ ਸਟੇਟ ਦੇ ਪੈਰੋਕਾਰ ਤੱਕ ਪੁੱਜਦੇ ਜਿਨ੍ਹਾਂ ਦਾ ਇੱਕ ਜੋ ਪੋਲੀਟੀਕਲ ਹੋਰ ਸਫ਼ਰ ਰਿਹਾ ਵੈ, ਉਹ ਕਿਸ ਤਰ੍ਹਾਂ ਪੂਰਾ 180 ਡਿਗਰੀ ਬਦਲ ਗਿਆ। ਪਰ ਉਸਦੇ ਵਿੱਚ ਆਪਾਂ ਇਹ ਉਹਦੇ ਕੋਈ ਰਾਜਨੀਤਿਕ ਫਾਇਦੇ ਦੀ ਜਗ੍ਹਾ ਉਹਦੇ ਕੁਛ ਸ਼ੰਕੇ ਵੀ ਦੇਖਣੇ ਪੈਣਗੇ ਵੀ ਉਹਦੇ ਜੋ ਸ਼ੰਕੇ ਸੀਗੇ ਬਾਅਦ 'ਚ ਜੋ ਖੜੇ ਹੋ ਗਏ ਉਹ ਵੀ ਜ਼ਿੰਮੇਦਾਰ ਸਨ। ਜਦ ਆਪਾਂ ਦੇਖਦੇ ਹਾਂ ਵੀ ਇੱਕ ਕਾਂਗਰਸ ਦੀ ਜਿੱਦਾਂ ਰਿਆਜ਼ ਸਾਹਿਬ ਨੇ ਗੱਲ ਕੀਤੀ ਹੈ ਵੀ ਗੱਲ ਹਿੰਦੁਸਤਾਨੀ ਬੋਲੀ ਦੀ ਸੀ, ਉਸ ਤੋਂ ਬਾਅਦ ਪਰ ਜਦੋਂ 1937 'ਚ ਕਾਂਗਰਸ ਆਉਂਦੀ ਹੈ ਤੇ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਐਲਾਨ ਦਿੰਦੀ ਹੈ ਤੇ ਗਾਂ ਹੱਤਿਆ ਤੇ ਰੋਕ ਲਾਉਣ ਦੀ ਗੱਲ ਕਰਦੀ ਹੈ, ਤਾਂ ਉਹਦੇ ਨਾਲ ਇੱਕ ਮੁਸਲਿਮ ਜਿਹੜੀ ਸੀਗੀ ਜੋ ਕਿ ਦੂਸਰੀ ਵੱਡੀ ਬਹੁਗਿਣਤੀ ਸੀਗੀ ਇੱਥੇ, ਉਹਨਾਂ ਨੂੰ ਆਪਣੇ ਇੰਟਰਸਟ ਕਿਤੇ ਨਾ ਕਿਤੇ ਖੁੱਸਦੇ ਦਿਖੇ। ਤਾਂ ਉਹ ਫਿਰ ਆਪਾਂ ਦੇਖਦੇ ਹਾਂ ਕਿ ਉਹ ਕਿਤੇ ਨਾ ਕਿਤੇ ਸਾਰਾ ਜੋ ਸੈਟਅਪ ਆ ਗਿਆ ਸੀਗਾ ਵੀ ਪੂਰਾ ਵੀ ਇਸ ਮੁਲਕ ਦਾ ਜੋ ਫਿਊਚਰ ਸੀਗਾ ਜਾਂ ਵੰਡ ਸੀਗੀ ਉਹ ਕਿਤੇ ਨਾ ਕਿਤੇ ਹੋਣੀ ਹੀ ਸੀ, ਹੋ ਕੇ ਰਹਿਣੀ ਹੀ ਸੀ। ਤਾਂ ਆਪਾਂ ਕੁੱਲ ਮਿਲਾ ਕੇ ਗੱਲ ਇਹ ਕਰ ਲੈਂਦੇ ਹਾਂ ਵੀ ਜਿਹੜੀਆਂ ਮਾਡਰਨ ਸੈਟਅਪ ਦੇਖਦੇ ਹੋਏ, ਡੈਮੋਕ੍ਰੈਟਿਕ ਸੈਟਅਪ ਦੇਖਦੇ ਹੋਏ ਤੇ ਸਿਰਾਂ ਦੀ ਗਿਣਤੀ ਮਿਣਤੀ ਦੇਖਦੇ ਹੋਏ ਜੋ ਸਾਰਾ ਮਾਹੌਲ ਬਣ ਰਿਹਾ ਸੀਗਾ, ਉਸ ਮਾਹੌਲ ਦੇ ਹਿਸਾਬ ਨਾਲ ਇਸ ਖਿੱਤੇ ਦੀ ਵੰਡ ਹੋਣੀ ਹੀ ਸੀਗੀ। ਤੇ ਇਹਦੇ ਹੋ ਸਕਦਾ ਵੀ ਥੋੜਾ 10 ਸਾਲ ਪਹਿਲਾਂ ਜਾਂ ਬਾਅਦ ਹੋ ਜਾਂਦੀ, ਪਰ ਇਹ ਸਭ ਕੁਝ ਦਿਖ ਰਿਹਾ ਸੀਗਾ, ਸਾਫ਼ ਹੋ ਰਿਹਾ ਸੀਗਾ। ਤੇ ਇਹਦਾ ਵੱਡਾ ਕਾਰਨ ਇਹੀ ਸੀਗਾ ਵੀ ਜਿਹੜਾ ਸਿੰਬੋਲਿਕ ਪਛਾਣਾਂ ਘੜ ਕੇ ਉਹਨਾਂ ਨੂੰ ਉਭਾਰਿਆ ਗਿਆ, ਉਹਦੇ ਵਿੱਚ ਹੋ ਸਕਦਾ ਵੀ ਅੰਗਰੇਜ਼ ਦੇ ਵੱਡੇ ਇੰਟਰਸਟ ਸੀਗੇ, ਉਹਨਾਂ ਦੇ ਜੀਓਪੋਲੀਟੀਕਲ ਇੰਟਰਸਟ ਹੋ ਸਕਦੇ ਸੀ। ਪਰ ਇਸ ਦੇ ਵਿੱਚ ਫਿਰ ਇੱਕ ਜਾ ਕੇ ਵਪਾਰੀ ਐਂਗਲ ਤੋਂ ਜਦ ਦੇਖਦੇ ਹਾਂ ਵੀ ਜਿਹੜਾ ਮੁਸਲਿਮ ਲੀਗ ਨੂੰ ਸਪੋਰਟ ਕਰ ਰਿਹਾ ਸੀਗਾ ਖਵਾਜਾ ਜੋ ਸੀਗਾ ਖੋਜਾ ਵਪਾਰੀ ਐਂਗਲ, ਉਹਨੂੰ ਵੀ ਲੱਗਿਆ ਕਿ ਜੇ ਕੱਲ੍ਹ ਨੂੰ ਪਾਕਿਸਤਾਨ ਬਣਦਾ ਵੈ
ਤਾਂ ਸਾਨੂੰ ਜੋ ਮਾਰਵਾੜੀ ਵਪਾਰੀ ਹੈ, ਜੋ ਲੋਬੀ ਹੈ, ਉਹਦੇ ਮੁਕਾਬਲੇ ਸਾਨੂੰ ਇੱਕ ਬਿਹਤਰ ਬਾਜ਼ਾਰ ਤੇ ਬਿਹਤਰ ਸਿਚੁਏਸ਼ਨ ਮਿਲ ਸਕਦੀ ਹੈ ਤੇ ਮੁਕਾਬਲੇਬਾਜ਼ੀ ਉੱਥੋਂ ਉਹਨਾਂ ਨਾਲ ਮੁਕਾਬਲੇਬਾਜ਼ੀ ਖਤਮ ਹੋਵੇਗੀ। ਤਾਂ ਇਹੀ ਵਜ੍ਹਾ ਸੀ ਕਿ ਉਹਨਾਂ ਨੇ ਪੂਰੇ ਇਸ ਸਾਰੇ ਖੇਡ ਦੇ ਵਿੱਚ ਮੁਸਲਿਮ ਲੀਗ ਨੂੰ ਮਦਦ ਵੀ ਕੀਤੀ, ਸਾਰਾ ਫਾਈਨੈਂਸ ਸਾਂਭਿਆ। ਤੇ ਦੂਸਰੇ ਪਾਸੇ ਹਿੰਦੂ ਮਾਰਵਾੜੀ ਲੋਬੀ ਸੀ, ਜਿਨ੍ਹਾਂ ਨੂੰ ਦਿਖਦਾ ਸੀਗਾ ਕਿ ਇਸ ਪੂਰੇ ਖਿੱਤੇ 'ਚੋਂ ਜੇ ਆਪਾਂ ਨੂੰ ਇੱਕ ਅੰਗਰੇਜ਼ ਜਾਣ ਤੋਂ ਬਾਅਦ ਕੁਛ ਇੱਕ ਖਿੱਤਾ ਮਿਲ ਜਾਂਦਾ ਵੈ ਤਾਂ ਉੱਥੇ ਉਹਨਾਂ ਦੀ ਇੱਕ ਸਰਦਾਰੀ ਹੋਵੇਗੀ। ਤਾਂ ਇਸ ਕਰਕੇ ਆਪਾਂ ਜਦ ਦੇਖਦੇ ਹਾਂ ਕਿ ਇਸ ਐਂਗਲ 'ਚ ਆਪਾਂ ਇੱਕ ਸਿੱਖਾਂ ਦਾ ਪੱਖ ਇਹ ਦੇਖ ਲੈਂਦੇ ਹਾਂ ਵੀ ਸਿੱਖਾਂ 'ਚ ਉਸ ਤਰ੍ਹਾਂ ਦੀ ਕੋਈ ਵਪਾਰਿਕ ਜਮਾਤ ਹੈ ਨਹੀਂ ਸੀ ਉਸ ਦੌਰ ਦੇ ਵਿੱਚ, ਤੇ ਉਹ ਤਾਂ ਸਿਰਫ ਇੱਕ ਮਤਲਬ ਲੈਂਡਲੋਰਡ ਕਮਿਊਨਿਟੀ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੁਛ ਸੂਝ ਵੀ ਨਹੀਂ ਸੀ ਜੋ ਉਸ ਜੋ ਦੁਨੀਆ ਦਾ ਜੋ ਟ੍ਰੈਂਡ ਬਦਲ ਰਿਹਾ ਸੀਗਾ, ਜੋ ਦੌਰ ਬਦਲ ਰਿਹਾ ਸੀ, ਉਸ ਚੀਜ਼ ਨੂੰ ਦੇਖ ਪਾਉਂਦੇ। ਸੋ ਉਹਨਾਂ ਦੀ ਪੋਲੀਟਿਕਸ ਤਾਂ ਇਹੀ ਲੱਗੀ ਵੀ ਗਿਣਤੀ ਮਿਣਤੀ ਦੇ ਵਿੱਚ ਅਸੀਂ ਕਿਸ ਦੇ ਨਾਲ ਥੋੜ੍ਹਾ ਸਮਾਜਿਕ ਤੌਰ 'ਤੇ ਥੋੜ੍ਹਾ ਜ਼ਿਆਦਾ ਸੇਫ ਰਹਿ ਸਕਾਂਗੇ ਜਾਂ ਸਾਡੀ ਪਛਾਣ ਠੀਕ ਰਹਿ ਸਕੇਗੀ। ਤਾਂ ਉਸ ਦੌਰ ਦੇ ਵਿੱਚ ਉਹਨਾਂ ਨੇ ਇੱਕ ਖੁੱਲ੍ਹ ਕੇ ਇੱਕ ਜੋ ਸੀਗਾ ਵੀ ਮੁਸਲਿਮ ਲੀਗ ਦੇ ਐਂਟੀ ਇੱਕ ਸਟੈਂਡ ਲੈਣਾ ਸ਼ੁਰੂ ਕਰਤਾ, ਜਾਂ ਐਂਟੀ ਮੁਸਲਿਮ ਪਛਾਣ ਦੇ ਤੌਰ 'ਤੇ ਉੱਭਰ ਕੇ ਉਹਨਾਂ ਦੀ ਪੋਲੀਟਿਕਸ ਸ਼ੁਰੂ ਹੋਈ। ਤੇ ਈਵਨ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਸਿੱਖਾਂ ਦਾ ਪੋਲੀਟੀਕਲ ਕਨਫਲਿਕਟ ਚੱਲਦਾ ਵਾ 1935 ਦੇ ਦੌਰ ਦਾ, ਜਾਂ ਕਿਤੇ ਇੱਥੇ ਕਰਤਾਰ ਸਿੰਘ ਝੱਬਰ ਵਰਗੇ ਵੀ ਉਹ ਹੁੰਦੇ ਆ, ਕਿਤੇ ਵੈਸਟ ਪੰਜਾਬ ਦੇ ਵਿੱਚ ਕਲੈਸ਼ਿਸ ਵੀ ਹੁੰਦੀਆਂ। ਈਵਨ ਆ ਲਾਹੌਰ ਦੇ ਉਸ ਤੋਂ ਬਾਅਦ ਵੀ ਜਦੋਂ ਭਾਈ ਤਾਰੂ ਸਿੰਘ ਦੇ ਉੱਤੇ ਸਮਾਧ ਤੇ ਮਸੀਤ ਦਾ ਮਸਲਾ ਪਿਆ, ਜ਼ਿਆਦਾਤਰ ਕਲੈਸ਼ ਉਹਨਾਂ ਦੇ ਮੁਸਲਿਮਸ ਨਾਲ ਹੀ ਹੋਏ ਤੇ ਉਹ ਉਹਦੇ ਵਿੱਚੋਂ ਸੀਗਾ ਵੀ ਸਿਰਾਂ ਦੀ ਗਿਣਤੀ ਦੇ ਵਿੱਚ ਜ਼ੋਰ ਦਿਖਾਉਣ ਦਾ ਮਸਲਾ। ਸੋ ਆਪਾਂ ਇਸ ਗੱਲ ਨੂੰ ਇਹ ਕਹਿ ਸਕਦੇ ਹਾਂ ਕਿ ਜੋ ਸਾਡੀਆਂ 1935 ਤੱਕ ਆਂਦੇ ਸਾਡਾ ਜੋ ਇੱਕ ਫਿਊਚਰ ਸੀਗਾ ਜਾਂ ਜੋ ਸਾਡਾ ਭਵਿੱਖ ਸੀਗਾ, ਉਹਦੀ ਜੋ ਲਿਖਤ ਸੀ ਜਾਂ ਹੋਣੀ ਸੀਗੀ, ਉਹ ਇਸ ਦੌਰ ਤੋਂ ਕਾਫੀ ਦੇਰ ਪਹਿਲਾਂ ਲਿਖੀ ਜਾ ਚੁੱਕੀ ਸੀ, ਜਾਂ ਅੰਗਰੇਜ਼ ਨੇ ਜੋ ਇੱਕ ਸਕ੍ਰਿਪਟ ਤਿਆਰ ਕਰਕੇ ਸਾਡੇ ਮੂੰਹ ਦੇ ਵਿੱਚ ਲਫ਼ਜ਼ ਪਾਏ, ਉਹਨਾਂ ਦੇ ਬੇਸ ਤੇ ਹੀ ਜਿਹੜੀਆਂ ਲਾਮਬੰਦੀਆਂ ਸੀ ਉਹ ਬਣ ਰਹੀਆਂ ਸਨ। ਤਾਂ ਮੈਂ ਇਹੀ ਕਹਿਣਾ ਚਾਹਾਂਗਾ। ਸ਼ੁਕਰੀਆ ਗੰਗਵੀਰ। ਕਾਫੀ ਗੱਲਾਂ ਜਿਹੜੀਆਂ ਤੁਸੀਂ ਪਿਛੋਕੜ ਔਰ ਬੈਕਗਰਾਉਂਡ 'ਚ ਗੱਲ ਕਰਨ ਦੀ ਕੀਤੀ ਹੈ। ਵਨ ਨੇਸ਼ਨ ਥਿਊਰੀ ਜਾਂ ਟੂ ਨੇਸ਼ਨ ਥਿਊਰੀ ਬਣਦੀ ਹੈ ਵਿਦ ਵਨ ਨੇਸ਼ਨ ਏਜੰਡਾ, ਤੇ ਕੁਝ ਸਵਾਲ ਜਿਹੜੇ ਇਸ ਵਿੱਚ ਬੈਕਡ੍ਰੌਪ 'ਚ ਚੱਲਦੇ ਨੇ ਕਿ ਜਿਹੜੀ ਕਿਤੇ ਫੈਡਰਲ ਸਟਰਕਚਰ ਦੀ ਗੱਲ ਬ੍ਰਿਟਿਸ਼ ਲਿਟਰੇਚਰ ਦੇ ਵਿੱਚ ਆਉਂਦੀ ਹੈ, ਜੋ ਖਾਸ ਕਰਕੇ ਆਸਟ੍ਰੇਲੀਅਨ ਨਿਊਜ਼ਪੇਪਰ ਦੇ ਵਿੱਚ ਕੋਟ ਕੀਤੀ ਜਾਂਦੀ ਹੈ ਕਿ ਬ੍ਰਿਟਿਸ਼ ਇੰਡੀਆ ਦੇ ਵਿੱਚ ਇੱਕ ਫੈਡਰਲ ਸਟਰਕਚਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਦੇ ਵਿੱਚ ਉਹਨਾਂ ਨੇ ਇਹ ਵੀ ਮੈਂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਉਹਨਾਂ ਨੇ ਡੇਅਰ ਕੀਤਾ ਸੀ ਕਿ ਇੰਡੀਅਨਸ ਨੂੰ ਸੈਲਫ ਗਵਰਨਮੈਂਟ ਦੀ ਜਿਹੜੀ ਰੂਲਿੰਗ ਹੈ ਜਾਂ ਉਹਨਾਂ ਨੂੰ ਇਹ ਸਿਸਟਮ ਹੈ ਉਹ ਦਿੱਤਾ ਜਾਵੇ, ਖਾਸ ਕਰਕੇ ਵੈਸਟਰਨ ਗਵਰਨਮੈਂਟ ਸਿਸਟਮ ਦੇ ਵਿੱਚ। ਉਹ ਦੇਖਦੇ ਸੀ ਕਿ ਜਿਹੜਾ ਫਿਊਡਲ ਸਿਸਟਮ ਆ ਤੇ ਜਿਹੜਾ ਵੈਸਟਰਨ ਗਵਰਨਰ ਸਿਸਟਮ ਹੈ ਇਹਦੇ ਵਿੱਚ ਕਿਵੇਂ ਆਪਰੇਟ ਕਰੇਗਾ। ਗੰਗਵੀਰ ਦੀ ਇਸ ਗੱਲ ਨਾਲ ਥੋੜਾ ਜਿਹਾ ਇੱਕ ਨਵੀਂ ਡਾਇਰੈਕਸ਼ਨ ਹੈ ਕਿ ਟ੍ਰੇਡ ਪੁਆਇੰਟ ਆਫ ਵਿਊ ਤੋਂ ਦੋਨੋਂ ਡਿਵੀਜ਼ਨਸ ਨੂੰ ਟ੍ਰੇਡਰਸ ਉਸ ਵੇਲੇ ਤੇ ਕਿਵੇਂ ਦੇਖਦੇ ਸੀ, ਖਾਸ ਕਰਕੇ ਜਦੋਂ ਅਸੀਂ ਹੁਣ ਇਨ ਰੈਟਰੋਸਪੈਕਟ ਇੰਡੀਆ ਦੇ ਵਿੱਚ ਦੇਖਦੇ ਹਾਂ ਕਿ ਟ੍ਰੇਡ ਪਾਲਿਸੀਜ਼ ਔਰ ਸਿੰਧ ਔਰ ਕਰਾਚੀ ਦੇ ਵਿੱਚ ਤਾਂ ਟ੍ਰੇਡ, ਸੌਰੀ ਬੰਬੇ ਔਰ ਕਰਾਚੀ ਦੇ ਵਿੱਚ ਤਾਂ ਟ੍ਰੇਡ ਚੱਲ ਰਿਹਾ, ਜਦੋਂ ਕਿ ਲਾਹੌਰ ਤੇ ਅੰਮ੍ਰਿਤਸਰ ਦੇ ਟ੍ਰੇਡ ਦੀ ਗੱਲ ਆ ਤੇ ਸਭ ਤੋਂ ਪਹਿਲਾਂ ਬੰਦ ਕੀਤਾ ਜਾਂਦਾ ਹੈ। ਇਹ ਕਾਫੀ ਇਹਦੀਆਂ ਜਿਹੜੀਆਂ ਰੂਟਸ ਨੇ ਹੋ ਸਕਦੀਆਂ ਉਸ ਵੇਲੇ ਜਿਹੜੀ ਟ੍ਰੇਡਿੰਗ ਪੋਰਟਸ ਨੇ ਉਹਦੇ ਵਿੱਚ ਹੋਣ। ਸੋ ਹੋਰ ਵੀ ਬਹੁਤ ਸਾਰੇ ਸਵਾਲ ਨੇ ਜੀ, ਤੇ ਗੱਲਾਂ ਅੱਗੇ ਮੇਰੇ ਖਿਆਲ ਜਾਰੀ ਰਹਿਣਗੀਆਂ। ਤੇ ਪ੍ਰੋਫੈਸਰ ਹਰਜਿੰਦਰ ਸਿੰਘ ਜੀ। ਮਿਹਰਬਾਨੀ ਜੀ। ਮੈਂ ਦੋ ਤਿੰਨ ਨੁਕਤੇ ਨੇ ਜਿਹੜੇ ਮੈਂ ਰੇਜ਼ ਕਰਨਾ ਚਾਹਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਨਾ 1935 ਦੀ, ਕਿਉਂਕਿ ਸ਼ੁਰੂ ਕੀਤੀ 1935 ਦੀ ਗੱਲ ਰੱਖੀਏ ਤਾਂ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਉਹ ਬ੍ਰਿਟਿਸ਼ ਇੰਡੀਆ, ਉਹ ਇੰਡੀਆ ਨਹੀਂ, ਉਹ ਬ੍ਰਿਟਿਸ਼ ਇੰਡੀਆ। ਉਹ ਸਾਰੇ ਇਲਾਕੇ ਜਿਹੜੇ ਅੰਗਰੇਜ਼ਾਂ ਨੇ ਜਿੱਤ ਕੇ ਉਹਨਾਂ ਨੂੰ ਇੱਕ ਪੋਲੀਟੀਕਲ ਐਡਮਿਨਿਸਟ੍ਰੇਟਿਵ ਯੂਨਿਟ ਬਣਾਇਆ ਤੇ ਜਿਹਦਾ ਨਾਮ ਬ੍ਰਿਟਿਸ਼ ਇੰਡੀਆ।
ਤੇ ਉਹ ਬ੍ਰਿਟਿਸ਼ ਇੰਡੀਆ ਜਿਹੜਾ ਉਹ ਏਡਾ ਵੱਡਾ ਇਲਾਕਾ ਹੈ ਵੀ ਉਹਦੇ ਵਿੱਚ ਕਿੰਨੀਆਂ ਕੌਮਾਂ ਰਹਿੰਦੀਆਂ ਨੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਬੋਲੀਆਂ ਨੇ, ਤਾਮਿਲ ਆ, ਬੰਗਾਲੀ ਨੇ, ਪੰਜਾਬੀ ਨੇ, ਔਰ ਕਿੰਨੇ ਹੀ ਮੁਲਕਾਂ ਨੂੰ ਜਿਹੜੇ ਉਸ ਵੇਲੇ ਮੁਲਕ ਸੀਗੇ, ਕੰਟਰੀ ਸੀਗੇ, ਉਹਨਾਂ ਨੂੰ ਜਿੱਤ ਕੇ ਉਹਨਾਂ ਨੇ ਸਾਰਿਆਂ ਦੀ ਇੱਕ ਅਮਲਗਮੇਸ਼ਨ ਕੀਤੀ ਤੇ ਇੱਕ ਬ੍ਰਿਟਿਸ਼ ਇੰਡੀਆ ਹੋਂਦ 'ਚ ਲਿਆਂਦਾ। ਨੰਬਰ 1, ਸਾਨੂੰ ਇਹਦਾ ਜਿਹੜਾ ਕੌਨਟੈਕਸਟ ਆ, ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਹਿੰਦੁਸਤਾਨ ਉਸ ਵੇਲੇ ਦਾ ਕਿੰਨੀਆਂ ਹੀ ਕੌਮਾਂ, 25 ਜਿਹੜੀਆਂ ਨੇਸ਼ਨਸ ਨੇ, ਨੈਸ਼ਨੈਲਿਟੀਜ਼ ਨੇ, ਉਹਨਾਂ ਦਾ ਇੱਕ ਗਰੁੱਪ ਆ। ਔਰ ਕੌਮ ਇੱਕ ਧਰਮ ਦੇ ਆਧਾਰ ਤੇ ਨਹੀਂ ਬਣਦੀ, ਕੌਮ ਜਿਹੜੀ ਆ ਉਹ ਸੱਭਿਆਚਾਰ ਦੇ ਆਧਾਰ ਤੇ ਬਣਦੀ ਹੈ, ਜਿਹਦਾ ਇੱਕ ਖਾਸ ਇਲਾਕੇ ਵਿੱਚ ਉਹ ਰਹਿੰਦੀ ਹੈ ਤੇ ਉਹਦੀ ਪੋਲੀਟੀਕਲ ਐਂਬੀਸ਼ਨ ਹੁੰਦੀ ਹੈ ਤੇ ਬੋਲੀ ਹੈ ਜਿਹੜੀ ਉਹਦੀ ਖਾਸ ਪਛਾਣ। ਸੋ ਲੈਂਗੁਏਜ, ਕਲਚਰ ਤੇ ਖਿੱਤੇ ਜਿਹਦੀ ਮੈਜੋਰਿਟੀ ਹੋਣਾ ਤੇ ਪੋਲੀਟੀਕਲ ਐਸਪੀਰੇਸ਼ਨ ਹੋਣਾ, ਇਹ 4 ਚੀਜ਼ਾਂ ਨੇ ਜਿਹੜੀਆਂ, ਤੇ ਉਹਨਾਂ 'ਚ ਇੱਕ ਹੁੰਦਾ ਫੀਲਿੰਗ, ਆਇਡੈਂਟੀਫਾਈ ਕਰਨਾ ਉਸ ਲੈਂਡ ਦੇ ਨਾਲ, ਉਹਦੇ ਇੰਟਰਸਟ ਦੇ ਨਾਲ। ਇਹ ਇੱਕ ਕੌਮ ਦੀ ਬਣਨ ਦੀ ਆਧਾਰ ਆ, ਬੇਸ, ਤੇ ਉਹਦੇ ਆਧਾਰ ਤੇ ਹਿੰਦੁਸਤਾਨ ਉਸ ਵੇਲੇ ਦਾ, ਅੱਜ ਵੀ ਖੈਰ ਉਸ ਵੇਲੇ ਦਾ, ਉਹ ਇੱਕ ਮਲਟੀ ਨੈਸ਼ਨਲ ਕੰਟਰੀ ਹੈ। ਅੰਗਰੇਜ਼ ਪਛਾਣ ਰਹੇ ਨੇ ਤੇ ਅੰਗਰੇਜ਼ ਨੇ ਆਪਣਾ 1935 ਦਾ ਐਕਟ ਲਿਆਂਦਾ, ਉਹਦੇ 'ਚ ਉਹ ਚੀਜ਼ ਰਿਫਲੈਕਟ ਕੀਤੀ। ਔਰ ਜਿੱਦਾਂ ਰਿਆਜ਼ ਸਾਹਿਬ ਨੇ ਕਿਹਾ ਕਿ ਜਦੋਂ 1935 ਇਲੈਕਸ਼ਨਾਂ ਹੁੰਦੀਆਂ ਨੇ, ਉਦੋਂ ਵੀ ਕਿੰਨੇ ਹੀ ਪਾਰਟੀਆਂ ਬਣਦੀਆਂ ਨੇ, ਕਿੰਨੇ ਆਜ਼ਾਦ ਉਹਦੇ ਕੈਂਡੀਡੇਟ ਜਿੱਤਦੇ, ਹਾਲਾਂਕਿ ਲਿਮਿਟਡ ਫਰੈਂਚਾਈਜ਼, ਫਿਰ ਵੀ ਉਹ ਪਾਰਟੀ ਕੋਈ ਨਹੀਂ ਜਿੱਤਦੀ। ਸੋ ਡਿਫਰੈਂਟ ਪਾਰਟੀਆਂ ਜਿੱਤਣਾ ਤੇ ਆਜ਼ਾਦ ਜਿਹੜੇ ਮੈਂਬਰ ਨੇ ਉਹਨਾਂ ਦਾ ਇੰਨੀ ਬਹੁਤਾਤ ਦੇ ਵਿੱਚ ਜਿੱਤਣਾ, ਉਹ ਆਪਣੇ ਆਪ ਹੀ ਦੱਸਦਾ ਕਿ ਉਹ ਜਿਹੜੀ ਮਲਟੀ ਹਿੰਦੁਸਤਾਨ ਦਾ ਉਹ ਰਿਫਲੈਕਟ ਹੁੰਦਾ। ਨੰਬਰ 1। ਨੰਬਰ 2, ਜਿਹੜਾ ਰਿਲੀਜਨ ਸਭ ਤੋਂ ਪਹਿਲਾਂ ਜਦੋਂ ਪੋਲਿਟਿਕਸ ਦੇ ਵਿੱਚ ਐਂਟਰ ਕੀਤਾ ਜਾਂਦਾ, ਇਨਜੈਕਟ ਕੀਤਾ ਜਾਂਦਾ, ਮੇਰੇ ਹਿਸਾਬ ਨਾਲ ਕਾਂਗਰਸ ਕਰਦੀ। ਔਰ ਗਾਂਧੀ ਆ ਜਿਹੜਾ MK ਗਾਂਧੀ, ਉਹ ਰਿਲੀਜੀਅਸ ਸਿੰਬਲਸ ਨੂੰ ਬਹੁਤ ਯੂਜ਼ ਕਰਦਾ, ਔਰ ਉਹ ਰਾਮ ਰਾਜ ਦੀ ਗੱਲ ਕਰਦਾ ਤੇ ਹੱਥ ਦੇ ਵਿੱਚ ਕੀੜਾ ਰੱਖਦਾ, ਠੀਕ ਹੈ, ਤੇ ਜਨਾਬ ਉਸ ਚੀਜ਼ ਨੂੰ, ਜਨਾਬ ਵੀ ਬਹੁਤ ਇੰਪੋਰਟੈਂਟ ਮੈਂਬਰ ਕਰਦਾ ਵੀ ਇਹ ਜੇ ਰਾਮ ਰਾਜ ਦੀ ਗੱਲ ਕਰੇਗਾ ਤੇ ਮੈਂ ਫਿਰ ਕਿਹੜੇ, ਮੈਂ ਇਸਲਾਮ ਚੋਂ ਲਾਇਕ ਕੱਢਾ ਤੇ ਉਹਦੀ ਗੱਲ ਕਰ, ਪੀਤਾ ਰੱਖਦਾ, ਮੈਂ ਕੁਰਾਨ ਦੀ ਗੱਲ ਕਰ। ਤੇ ਫਿਰ ਜਦੋਂ ਪਬਲਿਕ ਨੂੰ ਐਡਰੈਸ ਕੀਤਾ ਜਾਂਦਾ ਸੀਗਾ, ਹਮੇਸ਼ਾ ਤੁਸੀਂ ਤਕਰੀਰਾਂ ਦੇਖ ਲਓ, ਗਾਂਧੀ ਨੇ ਹਮੇਸ਼ਾ ਇਹ ਕਿਹਾ ਸ਼ੁਰੂ ਕਰਨ 'ਚ, हिंदू और मुसलमान भाइयों, उससे भी जनाब रिजेक्ट की कि भी तू हिंदू और सिख और मुसलमान भाइयों क्यों कहते हैं, क्योंकि हिंदुस्तानी भाइयों। सो रिलीजन के बाद ਜਿਹੜੀ ਵੀ ਪੋਜੀਸ਼ਨ ਕਾਂਗਰਸ ਲੈਂਦੀ ਹੈ ਇੰਡੀਆ ਦੇ ਫਿਊਚਰ ਵਿਜ਼ਨ ਬਾਰੇ, ਉਹਦੇ ਵਿੱਚ ਟੋਟਲ ਡਿਨਾਇਲ ਆ ਇੰਡੀਆ ਦੀ ਮਲਟੀ ਨੈਸ਼ਨਲ ਐਗਜ਼ਿਸਟੈਂਸ, ਜਿਹੜੀ ਇੰਟਰ ਨੂੰ ਤਕੜਾ ਕਰ ਤੇ ਯੂਨਿਟੀ ਟਾਈਪ ਆਫ ਤੇ ਉਹਦਾ ਔਰ ਮੁਸਲਿਮ ਲੀਗ ਤਾਂ ਬਹੁਤ ਚ ਨਹੀਂ ਆਈ, ਔਰ ਜੇ ਹੈ ਤਾਂ ਪੇਪਰ ਤੇ ਤਕੜੀ ਫੋਰਸ ਆ ਜਿਹੜੀ ਕਾਂਗਰਸ, ਤੁਸੀਂ ਉਹਨਾਂ ਨੂੰ ਅਕਮੋਡੇਟ ਕਰੋ, ਉਹਨਾਂ ਦੀਆਂ ਜਿਹੜੀਆਂ ਜਾਇਜ਼ ਗੱਲਾਂ ਨੇ ਮਾਈਨੋਰਿਟੀਜ਼ ਦੀਆਂ ਨੇ ਜਾਂ ਡਿਫਰੈਂਟ ਨੈਸ਼ਨੈਲਿਟੀਜ਼ ਦੀਆਂ ਨੇ, ਉਹਨਾਂ ਨੂੰ ਤੁਸੀਂ ਅਕਮੋਡੇਟ ਕਰਕੇ ਨਾਲ ਲੈ ਕੇ ਚੱਲੋ। ਤੁਸੀਂ ਤਾਨੇ ਮਾਰ ਰਹੇ ਹੋ ਜਿਸ ਤਰ੍ਹਾਂ ਵੀ ਤੁਸੀਂ ਤਾਂ ਵਿਗੜੇ ਨਹੀਂ ਹੈ, ਜਿਸ ਤਰ੍ਹਾਂ ਰਿਆਜ਼ ਸਾਹਿਬ ਨੇ ਗੱਲ ਕੀਤੀ, ਸੋ ਉਹਦੀ ਡਿਨਾਇਲ। ਤੇ ਤੀਸਰੀ ਗੱਲ ਇਹ ਹੈ ਜਿਹੜੀ ਮੈਂ ਗੱਲ ਕਹਿਣੀ ਕਿ ਜਦੋਂ ਤੁਸੀਂ ਵਨ ਨੇਸ਼ਨ ਦੀ ਗੱਲ ਕਰਦੇ ਹੋ, ਇੰਡੀਅਨ ਨੇਸ਼ਨ, ਪਹਿਲੀ ਗੱਲ ਮੈਂ ਪਹਿਲਾਂ ਦੱਸਿਆ ਵੀ ਬੜਾ ਵੱਡਾ ਮੁਲਕ ਆ, ਉੱਥੇ ਕੋਈ ਇੰਡੀਅਨਨੈਸ ਦੀ ਗੱਲ ਹੀ ਨਹੀਂ ਹੈ। ਸਾਰੇ ਜਿਹੜੇ ਲੋਕ ਨੇ, ਚਾਹੇ ਉਹ ਪੰਜਾਬ ਦੇ ਰੈਵੋਲੂਸ਼ਨਰੀ ਨੇ, ਚਾਹੇ ਉਹ ਬੰਗਾਲ ਦੇ ਰੈਵੋਲੂਸ਼ਨਰੀ ਨੇ, ਚਾਹੇ ਉਹ ਤਾਮਿਲ ਸਾਊਥ ਦੇ ਨੇ, ਉਹਨਾਂ ਦੀ ਇੱਕ ਥਾਂ ਇਹ ਹੈ ਕਿ ਅੰਗਰੇਜ਼ ਸਾਡਾ ਕਾਮਨ ਐਨੇਮੀ ਆ, ਅਸੀਂ ਇਹਨੂੰ ਕੱਢਣਾ, ਜੇ ਆਪਾਂ ਰਲ ਕੇ ਕੱਢ ਲਈਏ ਤੇ ਮੁੜ ਕੇ ਆਪਾਂ ਆਪਣੇ ਇਲਾਕਿਆਂ ਦੇ ਮਾਲਕ ਆਜ਼ਾਦੀ ਲਵਾਂਗੇ। ਸਹੀ ਹੈ,
ਉਹ ਚੀਜ਼ ਦੇ ਨਾਲ ਜੇ ਕਾਂਗਰਸ ਦੇ ਵਿੱਚ ਇੱਕ ਸੈਕੂਲਰ ਕਿਸਮ ਦੇ ਫੋਰਸ ਇੱਕ ਕੰਪਨੀ ਸੁਭਾਸ਼ ਚੰਦਰ ਬੋਸ ਉਹਦਾ ਰਿਪਰੈਜ਼ੈਂਟੇਟਿਵ ਉਹਨੂੰ ਚੱਲਣ ਨਹੀਂ ਦਿੱਤਾ ਜਾਂਦਾ, ਇਹ ਸਾਡੇ ਕੰਮ ਦਾ ਏਜੰਡਾ ਜਿਹੜਾ ਉਹ ਵਨ ਨੇਸ਼ਨ ਦਾ। ਨਹਿਰੂ ਰਿਪੋਰਟ ਆ ਜਿਹੜੀ ਆਈ ਉਹ ਸਾਡੀ ਵਨ ਨੇਸ਼ਨ ਦੀ ਗੱਲ ਹੈ। ਜਦੋਂ ਤੁਸੀਂ ਇਹ ਗੱਲ ਬੀਜਿਆ ਮੇਰੇ ਹਿਸਾਬ ਉਹ ਵੰਡ ਦਾ ਉਹ ਕਾਂਗਰਸ ਬੀਜਦੀ। ਔਰ ਦੂਸਰੀ ਗੱਲ ਕਰਨ ਦੀ ਲੋੜ ਆ ਵੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਉਹਦੇ 'ਚ ਕੌਣ ਨੇ, ਉਹਦੇ 'ਚ 50% ਬ੍ਰਾਹਮਣ ਤੇ ਜਾਂ ਬਾਣੀਆਂ ਬੈਠਾ ਜਾਂ ਹੋਰ ਉੱਚੀ ਜਾਤ ਦਾ ਆਮ ਲੋਕਾਂ ਦੀ ਮੈਂ ਪਾਰਟੀ ਦੀ ਮੈਂਬਰਸ਼ਿਪ ਦੀ ਗੱਲ ਇਸ ਕਰਕੇ ਜੇ ਔਰ ਦੂਸਰੀ ਗੱਲ ਇਹ ਆ ਵੀ ਵਨ ਨੇਸ਼ਨ ਪਾਰਟੀ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਖਤਰਾ ਹਿੰਦੁਸਤਾਨ ਦੇ ਵਿੱਚ ਮਲਟੀਨੈਸ਼ਨਲਿਜ਼ਮ ਦੇ ਉੱਭਰਨ ਦਾ, ਜਿਹੜੀਆਂ ਪੰਜਾਬੀ, ਬੰਗਾਲੀ, ਮਦਰਾਸੀ ਜਿਹੜੀਆਂ ਇਹ ਕੌਮਾਂ ਦੀ ਸ਼ਨਾਖਤ ਦੇ ਉੱਭਰਨ ਤੋਂ ਖਤਰਾ ਜ਼ਿਆਦਾ ਜੇ ਟੂ ਨੇਸ਼ਨ ਪੋਸੀਬਲ ਆ, ਕਿਉਂਕਿ ਜੇ ਟੂ ਨੇਸ਼ਨ ਪੂਰੀ ਹੈ ਜਿਹੜੀ ਉਹ ਰਿਐਕਟ ਚ ਆਉਂਦੀ ਹੈ ਵਨ ਨੇਸ਼ਨ ਤੋਂ, ਪਰ ਉਹ ਫਿਰ ਵੀ ਕਿਉਂਕਿ ਫਿਰ ਵੀ ਹਿੱਸੇ ਦੋ ਵੀ ਜੇ ਕਿਤੇ ਮਲਟੀਨੈਸ਼ਨਲ ਪੂਰੀ ਅਸੀਂ ਮੰਨ ਲੈਂਦੇ ਹਾਂ ਤਾਂ ਫਿਰ ਕਿਤੇ ਪਤਾ ਨਹੀਂ 25 ਪਰ ਮੇਰਾ ਮੰਨਣਾ ਇਹ ਆ ਜੇ ਕਿਤੇ ਕਾਂਗਰਸ ਪਾਰਟੀ ਜਿਹੜੀ ਕਿ ਵੱਡੀ ਪਾਰਟੀ ਇਹ ਕਿਤੇ ਜਿਹੜੀ ਅਕੋਮੋਡੇਸ਼ਨ ਨਹੀਂ ਕਰਦੀ ਔਰ ਰਿਕਗਨਾਈਜ਼ ਕਰਦੀ ਸੂਬੇ ਕੌਮਾਂ ਨੇ ਸਾਂਝ ਵੀ ਹੈ ਇਹ ਅਕੋਮੋਡੇਟ ਕਰਦੀ ਤੇ ਹਿੰਦੁਸਤਾਨ ਮੈਂ ਸਮਝਦਾ ਸ਼ਾਇਦ ਅੱਜ ਵੀ ਇੱਕ ਰਹਿ ਸਕਦਾ ਹੁੰਦਾ। ਜ਼ਰੂਰੀ ਨਹੀਂ ਸੀ ਵੰਡ ਜਿਹੜੀ ਹੁੰਦੀ ਆ ਉਹਦੀ ਜੜ ਆ ਜਿਹੜੀ ਉਹ ਵਨ ਨੇਸ਼ਨ ਥਿਊਰੀ ਹੈ ਜਿਹੜੀ ਇੰਡੀਅਨ ਨੇਸ਼ਨ ਦੇ ਥੱਲੇ ਕੈਮਾਫਲੇਜ ਕਰਕੇ ਕੀਤੀ ਗਈ। ਐਕਚੁਅਲੀ ਉਹ ਹਿੰਦੂ ਨੇਸ਼ਨ ਹੈ ਪਰ ਉਹ ਗੱਲ ਜਿੱਦਾਂ ਰਿਹਾ ਕੀਤੀ ਹੈ ਵੀ ਗੱਲਾਂ ਹਿੰਦੁਸਤਾਨ ਦੀ ਹੈ, ਸੈਕੂਲਰ ਦੀ ਹੈ ਜਾਂ ਐਂਟੀ ਬ੍ਰਿਟਿਸ਼ ਨਾਲ ਬ੍ਰਿਟਿਸ਼ ਸਪੋਰਟ ਦੀ ਹੈ, ਕਹਿਣੀ ਹੋਰ ਆ ਕਰਨੀ ਹੋਰ ਆ। ਉਹ ਚੀਜ਼ ਆਪਾਂ ਦੇਖਦੇ ਹਾਂ ਕਿ ਬਾਅਦ ਦੇ ਵਿੱਚ ਹੁੰਦੀ ਹੈ। ਸੋ ਇਸ ਕਰਕੇ ਜਿਹੜੀ ਜੜ ਹੈ ਮੈਂ ਸਮਝਦਾ ਜਿਹੜੀ ਗੱਲ ਹੋਈ ਉਹ ਜੜ ਹਿੰਦੁਸਤਾਨ ਦੇ ਵਿੱਚ ਰਹਿੰਦੀਆਂ ਬਹੁਤ ਕੌਮਾਂ ਦੀ ਹੋਂਦ ਦੇ ਮੰਨਣ ਤੋਂ ਇਨਕਾਰੀ ਹੋਣਾ ਵੱਡੀ ਗੱਲ, ਉਹਦੇ ਵਿੱਚ ਸਾਰੇ ਫਿਰ ਮਸਲੇ ਹਨ। ਦੂਸਰਾ ਗੱਲ ਅੰਗਰੇਜ਼ ਤਾਂ ਬਾਹਰਲਾ ਸੀ, ਅੰਗਰੇਜ਼ ਨੇ ਤਾਂ ਵੰਡੀਆਂ ਪਾਉਣੀਆਂ ਤੇ ਉਹਨੇ ਆਪਣੇ ਢੰਗ ਨਾਲ ਜਿਹੜੇ ਹਿੰਦੁਸਤਾਨ ਦੇ ਕਹਿੰਦੇ ਨੇ ਅਸੀਂ ਹਿੰਦੁਸਤਾਨੀ ਹਾਂ ਅਸੀਂ ਇਹਨਾਂ ਨੇ ਵੰਡੀਆਂ ਨੂੰ ਪੱਕਾ ਕੀਤਾ, ਅੰਗਰੇਜ਼ ਦੀ ਮਦਦ ਕੀਤੀ ਹੋਰ ਹਿੰਦੁਸਤਾਨ ਦੇ ਟੁਕੜੇ ਕਰਨ ਤੇ ਅੱਜ ਹੈਰਾਨੀ ਦੀ ਗੱਲ ਇਹ ਆ ਲੋਕ ਮਰ ਗਏ ਅੱਜ ਤੱਕ ਕਿਸੇ ਨੇ ਪਾਰਲੀਮੈਂਟ 'ਚ ਨਾ ਪਾਕਿਸਤਾਨ ਵਾਲੀ ਸਾਈਡ ਤੇ ਨਾ ਹਿੰਦੁਸਤਾਨ ਵਾਲੀ ਸਾਈਡ ਤੇ ਕਿਸੇ ਨੇ ਕੋਈ ਪੋਲਿਟਿਕਸ ਕਿਸੇ ਨੇ ਕੋਈ ਰਿਸਪੌਂਸਿਬਿਲਿਟੀ ਨਹੀਂ। ਇਸ ਕਰਕੇ ਮੇਰਾ ਇਹ ਮੰਨਣਾ ਵੀ ਇਹਦੀ ਸਾਨੂੰ ਅੱਜ ਵੀ ਜੇ ਅਸੀਂ ਹਿੰਦੁਸਤਾਨ ਦੀ ਜਿਹੜੀ ਹੈਗੀ ਆ ਉਹ ਜਿਹੜੀ ਨਹੀਂ ਹੋ ਸਕਦੀ ਉਹਦੀ ਡਾਇਵਰਸਿਟੀ ਉਹਨੂੰ ਰਿਕਗਨਾਈਜ਼ ਔਰ ਨਾਲ ਉਹ ਯੂਨਿਟੀ ਵੀ ਇਹ ਚੀਜ਼ ਸੋ ਮੇਰਾ ਜਿਹੜਾ ਵਿਊ ਆ ਉਹ ਆ ਵੀ ਸਾਡੇ ਲੀਡਰਾਂ ਨੇ ਇੱਕ ਨਾ ਤਾਂ ਸੈਕੂਲਰ ਨਾ ਡੈਮੋਕ੍ਰੇਟਿਕ ਨਾ ਵਿਊ ਲਿਆ ਨਾ ਪ੍ਰਾਪਤੀ ਆਈ। ਜਿਹੜੇ ਕਹਿੰਦੇ ਸੀ ਕਿ ਅਸੀਂ ਇੰਡੀਅਨ ਆਈ ਨਹੀਂ ਧਰਮ ਦੀ ਬਲਗਣ ਤੋਂ ਨੈਰੋ ਮਾਈਂਡਡਨੈਸ ਤੋਂ ਕੁਝ ਨਿਕਲੇ ਹੀ ਨਹੀਂ। ਚਾਹੇ ਨਾ ਤੁਸੀਂ ਜੋ ਮਰਜ਼ੀ ਕਰੋ ਅਕਾਲੀ ਯੂਨੀਵਰਸਿਟੀ ਦੀ ਗੱਲ ਕੀਤੀ ਜਿਹੜਾ ਕਾਂਗਰਸ ਹੈ ਹਿੰਦੂ ਦੀ ਮੰਨ ਰਹੀ ਧਰਮਾਂ ਦੇ ਆਧਾਰ ਦੇ ਉੱਤੇ ਜਿਹੜੀਆਂ ਆਇਡੈਂਟੀਟੀਆਂ ਬਣੀਆਂ ਉਹ ਅੰਗਰੇਜ਼ ਨੂੰ ਵੀ ਸੂਟ ਕਰਦੀਆਂ ਸੀ। ਉਹ ਸਾਡੇ ਇਹ ਹਿੰਦੁਸਤਾਨ ਦੇ ਜਿਹੜੇ ਲੀਡਰ ਨੇ ਵੈਸੇ ਤਾਂ ਅੰਗਰੇਜ਼ਾਂ ਨਾਲ ਰਲ ਕੇ ਚੱਲਦੇ ਸੀ ਇਹਨਾਂ ਨੂੰ ਵੀ ਸੂਟ ਇਸ ਕਰਕੇ ਸਾਨੂੰ ਮੈਨੂੰ ਇਹ ਲੱਗਦਾ ਵੀ ਸਾਨੂੰ ਜਿਹੜੀ ਜ਼ਿੰਮੇਵਾਰੀ ਆ ਸਾਡੇ ਆਪਣੇ ਜਿਹਨਾਂ ਨੂੰ ਆਪਣੇ ਕਹਿੰਦੇ
ਨੂੰ ਲੈਣ ਦੀ ਸਾਡਾ ਇਹ ਜਿਹੜਾ ਬਲੱਡ ਬਾਥ ਹੋਇਆ ਨਾ ਪੰਜਾਬ ਚ ਇਹਦੇ ਇੱਕ ਜ਼ਿੰਮੇਵਾਰੀ ਕੌਣ ਕਰਨ ਦੀ ਲੋੜ ਪਰ 1935 ਦਾ ਆਪਾਂ ਦੇਖੀਏ ਕਿ ਆਪਣੀ ਐਜੂਕੇਸ਼ਨ ਨੂੰ ਕਿ ਕੋਈ ਰਿਪਰੈਜ਼ੈਂਟੇਸ਼ਨ ਜਿਹਦੇ ਨਾਲ ਉਹਨੇ ਕਿਹਾ ਕਿ ਉਹ 12.5% ਨੂੰ ਸੀਗੀ ਸਾਰੇ ਲੋਕਾਂ ਨੂੰ ਤਾਂ ਹੈ ਨਹੀਂ ਸੀ ਪਰ ਇਹਦੀਆਂ ਕਈ ਫੇਰ ਵੀ ਇਹਦੇ ਇੱਕ ਐਸਾ ਫਰੇਮਵਰਕ ਸੀਗਾ ਜਿਹਦੇ ਵਿੱਚ ਤੁਸੀਂ ਡਿਫਰੈਂਟ ਜਿਹੜੀ ਨੈਸ਼ਨੈਲਿਟੀਜ਼ ਨੇ ਜਾਂ ਲੋਕ ਨੇ ਚਾਹੇ ਉਹ ਇਲਾਕੇ ਦੇ ਬੇਸ ਤੇ ਨੇ ਤੇ ਚਾਹੇ ਧਰਮ ਦੇ ਆਧਾਰ ਤੇ ਨੇ ਉਹ ਕਮੋਡੇਟ ਕੀਤੇ ਜਾ ਸਕਦੇ ਸੀ ਔਰ ਮੋਡੀਫਾਈ ਕੀਤਾ ਜਾ ਸਕਦਾ ਔਰ ਜਿਹੜੇ ਜੋ ਸਵਾਲ ਆਏ ਨੇ ਉਹਦੇ ਸੰਬੰਧ ਚ ਗੱਲ ਚਾਹਾਂਗਾ ਕਿ ਜਿਹੜੇ ਗਲਤ ਨੇ ਗਲਤਾਂ ਦੇ ਜਿਹੜੀ ਲੀਡਰਸ਼ਿਪ ਹੋਈ ਸੀ ਉਹਨਾਂ ਨੇ ਸਾਈਮਨ ਕਮਿਸ਼ਨ ਨੂੰ ਸਪੋਰਟ ਕੀਤੀ ਸਾਈਮਨ ਕਮਿਸ਼ਨ ਦੀ ਐਕਟੀਵਿਟੀ ਨੂੰ ਸਪੋਰਟ ਕੀਤਾ ਤੇ ਨਾਲ ਕੋਆਪਰੇਟ ਕੀਤੀ ਬਾਕੀ ਰਹੀ ਇੱਕ ਸਵਾਲ ਸਿੱਖਾਂ ਦਾ ਰੋਲ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਇਲੈਕਸ਼ਨਾਂ 1937 ਚ ਹੋਈਆਂ ਉਹ ਆਮ ਜਨਤਾ ਦਾ ਉਹਦੇ ਚ ਬਹੁਤੀ ਪਾਰਟੀਸਪੇਟ ਉਹਨਾਂ ਨੇ ਕੀਤਾ ਨਹੀਂ 12% ਤਾਂ ਜਿਹੜੇ ਅਮੀਰ ਲੋਕ ਸੀ ਉਹਨਾਂ ਦੀ ਪਾਰਟੀ ਸੋ ਇਸ ਕਰਕੇ 12% ਨੂੰ ਆਪਾਂ ਇਹ ਨਹੀਂ ਕਹਿ ਸਕਦੇ ਜਿਹੜੇ ਸਿੱਖਾਂ ਦੇ 12% ਨੇ ਬਈ ਉਹ ਸਿੱਖਾਂ ਦੇ ਨੁਮਾਇੰਦੇ ਸਾਰੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਅੱਗੇ ਉਹਨਾਂ ਦੇ ਵਿੱਚ ਵੀ ਦੋ ਤਰ੍ਹਾਂ ਦੇ ਮੇਨ ਇੱਕ ਗਰੁੱਪ ਸੀ ਜਿਹੜਾ ਯੂਨੀਅਨ ਪਾਰਟੀ ਦੇ ਨਾਲ ਚੱਲਦਾ ਤੇ ਦੂਸਰਾ ਗਰੁੱਪ ਜਿਹੜਾ ਉਹ ਕਾਂਗਰਸ ਦੇ ਨਾਲ ਪਰ ਜਦੋਂ ਪੰਜਾਬ ਦੀ ਵੰਡ ਸੋ ਇਹਨਾਂ ਕਰਕੇ ਮੈਂ ਜੀ ਮਿਹਰਬਾਨੀ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ ਇੱਥੇ ਹੈਲੋ ਹਾਂਜੀ ਸਾਈਮਨ ਕਮਿਸ਼ਨ ਨੇ ਇੱਕ ਚੀਜ਼ ਦਾ ਮਤਲਬ ਗਵਰਨਮੈਂਟ ਆਫ ਇੰਡੀਆ ਅਪਣਾਉਂਦੇ ਹੋਏ ਹੈ ਇੱਥੇ ਦੀ ਗਿਣਤੀ ਮਿਣਤੀ ਉਹਨੇ ਆਬਾਦੀ ਦੀ ਲਗਾਈ ਇੱਕ ਚੀਜ਼ ਉਹਨੇ ਹੋਰ ਹਿਸਾਬ ਲਗਾਇਆ ਕਿ ਜਿਹੜਾ ਮੁਸਲਿਮ ਪੱਖ ਸੀਗਾ ਜਾਂ ਮੁਸਲਿਮ ਏਰੀਆ ਸੀਗੇ ਉਹਦੇ ਵਿੱਚੋਂ ਫੌਜ ਜ਼ਿਆਦਾ ਆਉਂਦੀ ਸੀ ਤੇ ਜਿੱਥੇ ਹਿੰਦੂ ਮੈਜੋਰਟੀ ਸਿਸਟਮ ਸੀਗਾ ਜਾਂ ਏਰੀਆ ਸੀਗਾ ਉਹਦੇ ਵਿੱਚੋਂ ਰੈਵਨਿਊ ਜ਼ਿਆਦਾ ਆਉਂਦਾ ਸੀਗਾ ਇਹ ਸਰ ਨੇ ਸਾਈਮਨ ਨੇ ਕੋਟ ਕੀਤਾ ਹੋਇਆ ਵੀ ਸ਼ਾਇਦ 53% ਜਿਹੜਾ ਰੈਵਨਿਊ ਸੀਗਾ ਉਹ ਆ ਰਿਹਾ ਸੀਗਾ ਹਿੰਦੂ ਮੈਜੋਰਟੀ ਏਰੀਆ ਤੋਂ ਪਰ ਜਿਹੜੀ ਫੌਜ ਦੀ ਮੈਜੋਰਟੀ ਸੀਗੀ ਉਹ ਮੁਸਲਮਾਨ ਏਰੀਆ ਤੋਂ ਆ ਰਹੀ ਸੀਗੀ ਤਾਂ ਇੱਕ ਉਹਨਾਂ ਨੇ ਇਹ ਵੀ ਬਣਾ ਕੇ ਚੱਲ ਰਹੇ ਸੀਗੇ ਵੀ ਜਾਂ ਤਾਂ ਇੰਡੀਆ ਜਿਹੜਾ ਹੋਊਗਾ ਭਵਿੱਖ ਦਾ ਉਹ ਡੋਮੀਨੀਅਨ ਹੋਊਗਾ ਬ੍ਰਿਟੇਨ ਦੇ ਅੰਡਰ ਜਿਹੜਾ ਹੋਊਗਾ ਵੀ ਉਹਦੇ ਵਿੱਚ ਇਹ ਦੋਨੀ ਕੌਮਾਂ ਨੂੰ ਥੋੜਾ ਜਿਹਾ ਆਜ਼ਾਦੀ ਦਾ ਉਹ ਮਿਲ ਜਾਊਗਾ ਪਰ ਉਹ ਇੱਕ ਪੱਖੋਂ ਜੋ ਉਹਨਾਂ ਦੀ ਆਈਡੈਂਟਿਟੀ ਘੜ ਚੱਕੇ ਸੀਗੇ ਖੁਦ ਹੀ ਤਾਂ ਉਸ ਐਕਸਟ੍ਰੀਮ ਲੈਵਲ ਤੱਕ ਆ ਚੱਕੀ ਸੀ ਵੀ ਇੱਕ ਕੌਮ ਜਿਹੜੀ ਹੈ ਉਹ ਫੌਜ ਪੱਖੋਂ ਜ਼ਿਆਦਾ ਤਕੜੀ ਹੈ ਮਾਰਸ਼ਲ ਉਹਦੇ ਪਿੱਛੋਂ ਦੂਜੀ ਵਪਾਰੀ ਪਿੱਛੋਂ ਪੱਖੋਂ ਤਾਂ ਉਹ ਕਹਿੰਦੇ ਸੀ ਵੀ ਜੇ ਅਸੀਂ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰਕੇ ਗਏ ਤਾਂ ਇਹ ਜਿਹੜਾ ਖਿੱਤਾ ਹੋਊਗਾ ਸਾਰਾ ਦੱਖਣ ਏਸ਼ੀਆ ਦਾ ਇਹ ਸਿਵਲ ਵਾਰ ਦੇ ਵਿੱਚ ਉਲਝ ਜਾਊਗਾ ਇਹ ਸਾਈਮਨ ਦਾ ਹਵਾਲਾ ਹੈ ਕਿਤਾਬ ਤੇ ਉਹਨੇ ਅੰਕੜੇ ਵੀ ਦਿੱਤੇ ਹੋਏ ਆਪਾਂ ਨੂੰ ਇਹ ਲੱਗਦਾ ਹੀ ਹੈ ਵੀ ਕਿਤੇ ਨਾ ਕਿਤੇ ਜੋ ਸਾਡੇ 100 ਸਾਲ ਦੀ ਜੋ ਨਰਚਰਿੰਗ ਹੋਈ ਹੈ ਜੋ ਸਾਡੀਆਂ ਪਛਾਣਾਂ ਘਟ ਗਈਆਂ ਉਹ ਕਿਤੇ ਨਾ ਕਿਤੇ ਜਦ ਆਪਾਂ ਦੇਖਦੇ ਹਾਂ ਵੀ ਵਨ ਨੇਸ਼ਨ ਤੋਂ ਜਾਂ ਮਲਟੀ ਨੇਸ਼ਨ ਤੋਂ ਜਿਹੜੀ ਵਨ ਨੇਸ਼ਨ ਦਾ ਕੋਟ ਫਿਰ ਉੱਥੇ ਟੂ ਨੇਸ਼ਨ ਦਾ ਆ ਗਿਆ ਉਹਦਾ ਫਿਰ ਅਖੀਰ ਜਾ ਕੇ ਉਹ ਬਟਵਾਰੇ ਤੱਕ ਜੋ ਸੀਗਾ ਉਸ ਤੋਂ ਅੱਗੇ ਕੁਛ ਰਾਹ ਦਿਖ ਨਹੀਂ ਸੀ ਰਿਹਾ ਉਸ ਦੌਰ ਦੇ ਹਿਸਾਬ ਨਾਲ ਹਾਂਜੀ ਬਹੁਤ ਵਧੀਆ ਸਵਾਲ ਹੈ ਗੰਗਵੀਰ ਤੋਂ ਇਨ ਲਾਈਨ ਵਿਦ ਗੰਗਵੀਰ ਦੀ ਜਿਹੜੀ ਗੱਲ ਹੈ ਉਹ ਸਵਾਲ ਜਿਹੜੇ ਮਨ ਚਾਹੁੰਦੇ ਨੇ ਫੈਡਰਲਿਜ਼ਮ ਦੇਣ ਦੀ ਗੱਲ ਕਿਤੇ ਆਈ फेसबुक पे भी कुछ मल्टी नेशन इंडिया की गल आई है और खास करके इत्थे गांधी का की रोल सीगा इस सारे सिस्टम दे विच कि वो वाइसराय नाल एग्रीमेंट करके कांग्रेस नैशनल वर्किंग कमेटी दे विच वो किदां कन्विंस कराउंदा सी या ओदा जिहड़ी कोहेशन दा कांसेप्ट 1940s दे 40 दे विच आके वो हरिजन्स नूं किवें वो होल्ड करदा है ते वर्ल्ड वार जो लगन दी तैयारी दे विच राइज ऑफ यूएस होंदा है उस दे सवाल
ਅਗਲੀ ਟੌਪ ਕਰ ਸਕਦੇ ਹਾਂ ਉਸ ਵੇਲੇ ਗਾਂਧੀ ਦਾ ਕੀ ਰੋਲ ਹੈ। ਸੋ ਇਹਨਾਂ ਸਾਰੇ ਸੁਮੇਲ ਦੇ ਵਿੱਚ ਜੇ ਕੋਈ ਫਰਦਰ ਚਾਨਣਾ ਪਾਉਣਾ ਚਾਹੁੰਦੇ ਹੋ ਤੁਸੀਂ ਤੇ ਤੁਸੀਂ ਕੋਈ ਵੀ ਸੱਜਣ ਮਿੱਤਰ ਤੋਂ ਗੱਲ ਕਰ ਸਕਦੇ ਹੋ। ਹੈਲੋ ਹੈਲੋ ਹਾਂਜੀ ਹਾਂਜੀ ਸੁਖਦੇਵ ਸਿੰਘ। ਹਾਂਜੀ ਹਾਂਜੀ ਰਿਆਜ਼ ਸਾਹਿਬ ਪਹਿਲਾਂ ਕਰ ਲੈ। ਹਾਂਜੀ ਹਾਂਜੀ ਆਮਿਰ ਰਿਆਜ਼ ਜੀ। ਇਹ ਗੱਲ ਕਰਨਾ ਚਾਹੁੰਦਾ ਸਾਂ ਕਿ ਇਹ ਜਿਹੜੀ ਗੱਲ ਹੈਗੀ ਹੈ ਰਿਲੀਜਨ ਐਂਡ ਪੋਲਿਟਿਕਸ ਵਾਲੀ, ਹਾਂਜੀ ਦੇਖੋ ਰਿਲੀਜਨ ਐਂਡ ਪੋਲਿਟਿਕਸ ਦੀ 19th ਸੈਂਚੁਰੀ ਦੇ ਅੰਦਰ ਹੀ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੇ ਖਿਲਾਫ ਜਿਹੜੀ ਸਾਰੀ ਕੈਂਪੇਨ ਹੈਗੀ ਉਹ ਕਮਿਊਨਲਿਜ਼ਮ ਦੀ ਬੁਨਿਆਦ ਤੇ, ਉਸ ਤੋਂ ਤੁਹਾਨੂੰ ਉਹਦੀ ਜੜ੍ਹਾਂ ਮਿਲਣਗੀਆਂ। ਫਿਰ ਤੁਹਾਨੂੰ ਸੈਕੰਡ ਹਾਫ ਆਫ 19th ਸੈਂਚੁਰੀ ਦੇ ਅੰਦਰ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਨੇ, ਖਾਲਸਾ ਕਾਲਜ ਬਣਦਾ ਹੈ, ਕੋਈ ਇਸਲਾਮੀਆ ਕਾਲਜ ਬਣਦਾ ਹੈ, ਕੋਈ ਸਨਾਤਨ ਧਰਮ ਬਣਦਾ ਹੈ, ਉਹ ਸਾਰੇ ਦੇ ਅੰਦਰ ਤੁਹਾਨੂੰ ਰਿਲੀਜਨ ਦੀ ਬੁਨਿਆਦ ਮਿਲਦੀ ਹੈ ਜਿਹਦੇ 'ਚ। ਔਰ ਫਿਰ ਅਗਰ ਤੁਸੀਂ ਰਾਇਟ ਕਮਿਸ਼ਨ ਰਿਪੋਰਟ ਪੜ੍ਹੋ ਤਾਂ ਤੁਹਾਨੂੰ ਉਹਦੇ 'ਚ ਨਜ਼ਰ ਆਉਂਦਾ ਹੈ, ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਜਰਮਨ ਹਿੰਦੂ ਕੌਨਸਪੀਰੇਸੀ, ਉਹ ਜਰਮਨ ਹਿੰਦੂ ਕੌਨਸਪੀਰੇਸੀ ਕੀਤੀ। ਅਗਰ ਤੁਸੀਂ 19th ਸੈਂਚੁਰੀ ਦੇ ਲਾਸਟ ਦੇ ਵਿੱਚ ਲਾਲ-ਪਾਲ ਬਾਲ ਦੀ ਗੱਲ ਦੇਖੋ ਕਿ ਜਿਹਦੇ ਵਿੱਚ ਜਿਹੜਾ ਹੈਗਾ ਉਹ ਲਾਲਾ ਲਾਜਪਤ ਰਾਏ ਹੈਗੇ ਨੇ ਔਰ ਤਿਲਕ ਨੇ ਔਰ ਵਿਪਨ ਹੈਗੇ ਨੇ ਜਿਹੜੇ ਪਾਲ, ਤੇ ਉਹ ਜਿਹੜੀ ਗੱਲ ਕਰ ਰਹੇ ਨੇ ਉਹ ਵੀ ਸਾਰੀ ਜਿਹੜੀ ਹੈਗੀ ਹੈ ਉਹ ਹਿੰਦੂ ਨੈਸ਼ਨਲਿਜ਼ਮ ਦੇ ਉੱਤੇ ਬੇਸ ਕਰਦੀ ਹੈ। ਔਰ ਇਸ ਵਾਸਤੇ ਰਿਲੀਜਨ ਔਰ ਫਿਰ ਮੁਤਹਿਦਾ ਬੰਗਾਲ ਦੀ ਸਾਰੀ ਤਹਿਰੀਕ ਮਜ਼ਹਬ ਤੇ ਖਲੋਤੀ ਹੋਈ ਹੈ। ਉਹਦੇ ਸਾਰੇ ਸਿੰਬਲ ਜਿਹੜੇ ਹੈਗੇ ਨੇ ਮਹਾਤਮਾ ਗਾਂਧੀ ਤੋਂ ਪਹਿਲੇ ਦੀ ਗੱਲਾਂ ਨੇ ਕਿ ਉਹ ਸਾਰਾ ਸਿੰਬਲ ਜਿਹੜਾ ਹੈਗਾ ਯੂਨਾਈਟਿਡ ਬੰਗਾਲ ਦੀ ਤਹਿਰੀਕ ਦਾ ਉਹ ਹਿੰਦੂ ਮਜ਼ਹਬ ਤੋਂ ਖਲੋਤਾ ਹੋਇਆ ਹੈ। ਹੱਤਾਂ ਕਿ ਯੂਨਾਈਟਿਡ ਬੰਗਾਲ ਵਾਲੇ ਇਹ ਵੀ ਨਹੀਂ ਕਹਿ ਰਹੇ ਕਿ ਉੜੀਸਾ ਜਿਨ੍ਹਾਂ ਦਾ ਉਹਦਾ ਕੋਈ ਤਾਲੁਕ ਨਹੀਂ, ਉਹ ਕਦੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਹੈਗਾ ਸੀ, ਉਹਨੂੰ ਵੀ ਸ਼ਾਮਲ ਕਰੋ ਵਾਪਸ ਉਹਨਾਂ ਦੇ ਵਿੱਚ। ਹਾਲਾਂਕਿ ਉਹਦਾ ਕੋਈ ਤਾਲੁਕ ਨਹੀਂ ਹੈਗਾ ਸੀ, ਉਹ ਇੱਕ ਅਲੱਗ ਮਤਲਬ ਹੈ ਕਿ ਦੁਨੀਆ ਹੈਗੀ ਸੀ, ਲੇਕਿਨ ਕਿਉਂਕਿ ਉਹਨੂੰ ਸ਼ਾਮਲ ਕਰਕੇ ਫਿਰ ਹਿੰਦੂਆਂ ਦੀ ਅਕਸਰੀਅਤ ਉੱਤੇ ਵੱਧ ਜਾਂਦੀ ਤੇ ਉਹ ਕਹਿੰਦੇ ਹਨ ਕਿ ਸਾਨੂੰ ਪੂਰਾ ਬੰਗਾਲ ਜਿਹੜਾ ਹੈਗਾ। ਲੇਕਿਨ ਤੁਹਾਨੂੰ ਪਤਾ ਕਿ ਜਦੋਂ ਬੰਗਾਲ ਅਲੱਗ ਹੋਇਆ ਤੇ ਉਹਦੇ 'ਚ ਫਿਰ ਉੜੀਸਾ ਕੱਢਦਾ ਸੀ 1911। ਅੱਛਾ, ਇੱਕ ਤੇ ਇਹ ਗੱਲ ਬਹੁਤ ਅਹਿਮ ਹੈ। ਦੂਸਰੀ ਇਹ ਹੈਗੀ ਹੈ ਕਿ ਜਿਹੜੀ ਦਲਿਤਾਂ ਦੀ ਸਿਆਸਤ ਸ਼ੁਰੂ ਹੋਈ 1932 ਤੋਂ ਬਾਅਦ, ਤੁਸੀਂ ਦੇਖੋ ਕਿ ਇਹ ਗੱਲ ਹਕੀਕਤ ਹੈਗੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਰਿਆਜ਼ ਸਾਹਿਬ ਵਿੱਚ ਤਾਂ ਆਇਆ ਕਿ ਇਹ ਆਵਾਜ਼ ਡਿਸਟਰਬੈਂਸ ਬਹੁਤ ਆ ਰਹੀ ਜੇ, ਜਾਂ ਤਾਂ ਤੁਹਾਡਾ ਕੋਈ ਫੋਨ ਜਾਂ ਤੁਹਾਡਾ ਫੋਨ ਨਾ ਕਿਤੇ ਹੋਵੇ। ਹਾਂਜੀ ਹੁਣ ਠੀਕ ਹੈ ਜੀ, ਡਬਲ ਆਵਾਜ਼ ਆ ਰਹੀ ਹੈ। ਮੈਂ ਆਪਣਾ ਚੈੱਕ ਕੀਤਾ, ਅਰੇ ਵੀ ਆਵਾਜ਼ ਆ ਰਹੀ ਡਬਲ, ਥੋੜੀ ਜਿਹੀ ਘਟੀ ਜੇ ਕਿਸੇ ਕਈ ਵਾਰ ਹੁੰਦਾ ਕਿ ਅਸੀਂ ਨਾਲ ਫੇਸਬੁੱਕ ਲਾ ਲੈਂਦੇ ਹਾਂ, ਡਬਲ ਓਵਰਲੈਪ ਜਿਹਾ ਹੋ ਰਿਹਾ। ਮੈਂ ਫੇਸਬੁੱਕ ਬੰਦ ਕੀਤੀ ਹੋਈ ਹੈ, ਆਵਾਜ਼ ਬੰਦ ਹੈ। ਚਲੋ ਸ਼ੁਰੂ ਕਰੋ ਜੀ ਦੁਬਾਰਾ। ਹਾਂਜੀ ਸੌਰੀ। ਤੇ ਇਹ ਦਲਿਤਾਂ ਦਾ ਸਵਾਲ ਹੈਗਾ ਜਿਹੜਾ 1932 ਤੋਂ ਬਾਅਦ ਅਹਿਮ ਹੋ ਗਿਆ। ਜ਼ਾਹਿਰ ਹੈ ਇਸ ਨੂੰ ਸੋਚਣਾ ਉਹਨਾਂ ਨੇ 20s 'ਚ ਸ਼ੁਰੂ ਕਰਤਾ ਸੀ। ਤੇ ਇਹਦੇ ਬਾਅਦ ਤੁਸੀਂ ਦੇਖਦੇ ਹੋ ਕਿ ਮਹਾਤਮਾ ਗਾਂਧੀ ਮਰਨ ਵਰਤ ਰੱਖਦੇ ਨੇ ਔਰ ਫਿਰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਜਿਹੜਾ ਆਪਣਾ ਅੰਬੇਦਕਰ ਸਾਹਿਬ ਨੂੰ ਜਿਹੜਾ ਹੈਗਾ ਉਹ ਲਿਆਇਆ ਜਾਂਦਾ ਹੈ ਔਰ ਉਹ ਫਿਰ ਜਿਹੜਾ ਹੈਗਾ ਇਸ ਦੇ ਉੱਤੇ ਉਹਨਾਂ ਨੂੰ ਸੀਟਾਂ ਵੱਖਰੀਆਂ ਦੇਣ ਦਾ ਖਿਆਲ ਜਿਹੜਾ ਹੈਗਾ ਅੰਗਰੇਜ਼ ਖਤਮ ਕਰ ਹੁਣ ਇਹ। ਔਰ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਪੂਰੇ ਇੰਡੀਆ ਦੇ ਅੰਦਰ ਦਲਿਤਾਂ ਦੀ ਆਰਗੇਨਾਈਜੇਸ਼ਨਾਂ ਬਣਨ ਲੱਗ ਜਾਂਦੀਆਂ ਔਰ ਉਹ 30s ਦੇ ਵਿੱਚ ਔਰ 40s ਦੇ ਵਿੱਚ ਜਿਹੜਾ ਹੈਗਾ ਉਹ ਚੰਗੇ ਭਲੇ ਮਤਲਬ ਇੱਕ ਮੂਵਮੈਂਟ ਤਹਿਰੀਕ ਚੱਲ ਜਾਂਦੀ ਹੈ ਜਿਹਦੇ 'ਚ ਜੁਲਾਏ ਔਰ ਤਰਖਾਨ ਜਿਹੜੇ ਹੈਗੇ ਨੇ ਯੂਪੀ ਬਿਹਾਰ ਦੇ ਵਿੱਚ ਬਣ ਜਾਂਦੀ ਹੈ, ਇੱਥੇ ਬਣ ਜਾਂਦੀ ਹੈ, ਸਿੰਧ 'ਚ ਬਣ ਜਾਂਦੀ ਹੈ, ਸਾਡੇ ਇੱਥੇ ਵੀ ਮੁਸਲਿਮਾਂ ਦੀ ਤਹਿਰੀਕਾਂ ਉੱਤੇ ਜ਼ਮਾਨੇ ਦੀਆਂ ਨੇ। ਤੇ ਉਹ ਸਾਰਾ ਜਿਹੜਾ ਹੈਗਾ ਉਹਨੂੰ ਉਹ ਸਮਝਦੇ ਇਹੀ ਨੇ ਕਿ ਇਹਦੇ ਨਾਲ ਹਿੰਦੂਆਂ ਦੀ ਗਿਣਤੀ ਘੱਟ ਹੋ ਜਾਏਗੀ ਤੇ ਉਹ ਇਸ ਵਾਸਤੇ ਮਰਨ ਵਰਤ ਰੱਖਿਆ ਜਾਂਦਾ ਉਸ ਦੇ ਵਿੱਚ। ਤੇ ਜਿਹੜੀ ਮੈਂ ਕਹਿ ਰਿਹਾ ਕਿ ਥੋੜੀ ਜਿਹੜੀ ਗੱਲ ਹੋ ਗਈ ਹੈ, ਮੈਂ ਥੋੜੀ ਉਹਦੇ ਤੇ ਕਰ ਦੇਵਾਂ ਕਿ ਸਾਨੂੰ ਵਨ ਨੇਸ਼ਨ ਥਿਊਰੀ ਇਹ ਵਾਲੀ ਗੱਲ ਤੇ ਬੜੀ ਡਿਟੇਲ ਨਾਲ ਹੋ ਗਈ ਹੈ। ਲੇਕਿਨ ਤੁਸੀਂ ਇਹ ਗੱਲ ਬੜੀ ਦਿਲਚਸਪ ਹੈ ਕਿ ਕਿਹੜੇ ਇਲਾਕੇ ਨੇ ਜਿਹੜੇ ਬ੍ਰਿਟਿਸ਼ ਕੰਟਰੋਲ 'ਚ ਆਉਂਦੇ ਨੇ 1849 ਤੋਂ 1947 ਤੱਕ ਔਰ ਉਹ ਉਹਨਾਂ ਨੂੰ ਬ੍ਰਿਟਿਸ਼ ਇੰਡੀਆ ਦਾ ਹਿੱਸਾ ਨਹੀਂ ਬਣਾਉਂਦੇ। ਯਾਨੀ ਅਫਗਾਨਿਸਤਾਨ ਜਿਹੜਾ ਹੈਗਾ ਉਹ 1880 ਦੇ ਵਿੱਚ ਉਹ ਪੂਰਾ ਢਾਹ ਦਿੰਦੇ ਨੇ। ਸ਼ੇਰ ਖਾਨ ਜਿਹੜਾ ਦੋਸਤ ਮੁਹੰਮਦ ਖਾਨ ਦਾ ਪੁੱਤਰ ਹੈ ਉਹਨੂੰ ਮਾਰ ਦਿੰਦੇ ਨੇ। ਗੰਦਮਕ ਮੁਆਹਿਦਾ ਜੈਸਾ ਜਿਹੜਾ ਘਟੀਆ ਮੁਆਹਿਦਾ ਉਹਨਾਂ ਦੇ ਨਾਲ ਕਰਦੇ ਨੇ ਲੇਕਿਨ ਉਹਨੂੰ ਬਾਹਰ ਰੱਖਦੇ ਨੇ। ਇਹ ਨੇਪਾਲ ਸਿੱਕਮ ਵਗੈਰਾ ਇਹਨਾਂ ਦੀ ਤਾਰੀਖਾਂ ਤੇ ਦੇਖ ਕੇ ਦੇਖੋ ਨਾ। ਇਸ ਵਾਸਤੇ ਉਹਨਾਂ ਨੇ ਬੜੀ ਸੋਚੇ ਸਮਝੇ ਅੰਦਾਜ਼ ਦੇ ਵਿੱਚ ਇੱਥੇ ਡਿਊਰੈਂਟ ਲਾਈਨ ਬਣਾਈ ਤੇ ਉੱਥੇ ਮੈਕਮੋਹਨ ਲਾਈਨ 1913 'ਚ ਬਣਾਈ ਉਹਨਾਂ ਨੇ। ਤੇ ਉਹ ਤੇ ਆਪਣੀ ਮਤਲਬੀ ਚੀਜ਼ਾਂ ਉਹਨਾਂ ਨੇ ਚਲਾਉਣੀਆਂ ਸੀ। ਤੇ 1935 ਦੇ ਐਕਟ 'ਚ ਉਹਨਾਂ ਨੇ ਅਗਰ ਉਹਦੇ 'ਚੋਂ ਕੱਢਤਾ ਆਪਣਾ ਉਹ ਯਮਨ ਦੀ ਜਿਹੜੀ ਬੰਦਰਗਾਹ ਹੈਗੀ ਸੀ ਉਹ ਕੱਢ ਦਿੱਤੀ ਤੇ ਬਰਮਾ ਕੱਢ ਦਿੱਤਾ ਤੇ ਉਹ ਵੀ ਉਹਨਾਂ ਦੀ ਪੂਰੀ ਪਾਲਿਸੀ ਦਾ ਹਿੱਸਾ ਹੈਗਾ ਸੀ। ਇਹ ਸਾਰੀ ਗੇਮਾਂ ਉਹ ਕਰ ਰਹੇ ਸਨ। ਲੇਕਿਨ ਸਾਡੇ ਨਾਲ ਇੱਕ ਇਸ ਤੋਂ ਵੀ ਵੱਡਾ ਅਲਮੀਆ ਜਿਹੜਾ ਹੈਗਾ ਕਿ ਸਾਡੀ ਸਾਰੀ ਜ਼ਬਾਨਾਂ ਦੀ ਡਿਕਸ਼ਨਰੀਆਂ ਅੰਗਰੇਜ਼ ਦੌਰ 'ਚ ਬਣੀਆਂ
ਉਹਨੂੰ ਕਿੱਥੇ ਲਿਜਾਓਗੇ? ਡਿਕਸ਼ਨਰੀ ਦੇ ਅੰਦਰ ਜਿਹੜੇ ਲਫ਼ਜ਼ ਪਾਤੇ ਜਾਂਦੇ ਨੇ ਉਹ ਨਸਲਾਂ ਤੱਕ ਚੱਲਦੇ ਨੇ। ਮਸਲਨ ਉਰਦੂ ਦੇ ਅਗਰ ਇਹ ਬੜੀ ਕਾਮਨ ਮਿਸਾਲ ਹੈਗੀ ਜਿਹੜੀ ਇੱਥੇ ਦਿੱਤੀ ਵੀ ਜਾਂਦੀ ਹੈ ਕਿ ਉਰਦੂ ਦੇ ਅੰਦਰ ਅਗਰ ਸੈਕੂਲਰਿਜ਼ਮ ਦਾ ਮਤਲਬ ਜਿਹੜਾ ਹੈਗਾ ਉਹ ਗੈਰ ਮਜ਼ਹਬੀ ਕਰਦਾ ਜਾਏ ਕਿ ਇਹਦਾ ਮਤਲਬ ਹੀ ਐਂਟੀ ਰਿਲੀਜਨ ਹੈਗਾ, ਤੇ ਉਹ ਤੇ ਮਤਲਬ ਸੈਕੂਲਰਿਜ਼ਮ ਨੂੰ ਕੀ ਸਮਝੇਗਾ ਬੰਦਾ ਉਹ, ਔਰ ਉਹ ਨਸਲਾਂ ਪੜ੍ਹਦੀਆਂ ਨੇ ਉਹ ਡਿਕਸ਼ਨਰੀਆਂ। ਔਰ ਇਹ ਤਾਂ ਇੱਕ ਛੋਟੀ ਮਿਸਾਲ ਹੈਗੀ ਹੈ, ਬਾਕੀ ਸਾਰੀ ਜ਼ਬਾਨਾਂ ਦੇ ਨਾਲ ਇਹ ਹੋਇਆ ਕਿ ਡਿਕਸ਼ਨਰੀਆਂ ਤਾਂ ਬਣੀਆਂ ਹੀ ਉਹਨਾਂ ਦੇ ਜ਼ਮਾਨੇ ਦੇ ਅੰਦਰ, ਔਰ ਅਸੀਂ ਉਸ ਦੇ ਵਿੱਚ ਕੀ ਕੀਤਾ, ਅਸੀਂ ਉਹਨੂੰ ਮਜ਼ੀਦ ਜ਼ਿਆਦਾ ਧਰਮੀ ਕਰਤਾ। ਉਸ ਤੋਂ ਬਾਅਦ ਬਜਾਏ ਇਹਦੇ ਕਿ ਉਹਨੂੰ ਠੀਕ ਕਰਦੇ ਅਸੀਂ ਹੋਰ ਜ਼ਿਆਦਾ ਕਰਤਾ। ਤੇ ਆਖਰੀ ਜਿਹੜੀ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਉਹ ਸਾਰੀ ਗੱਲਾਂ ਠੀਕ ਹੈਗੀਆਂ ਨੇ ਜਿਹੜੀਆਂ ਅਸਲ ਵਿੱਚ ਅਸੀਂ 1935 ਔਰ 1940 ਤੱਕ ਹੀ ਇਹਨੂੰ ਫੋਕਸ ਰੱਖੀਏ ਤੇ ਉਹ ਜ਼ਿਆਦਾ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸ਼ਾਇਦ ਸਾਨੂੰ ਅੱਜ ਦੇ ਸੈਸ਼ਨ ਦੇ ਹਿਸਾਬ ਨਾਲ ਜਿਹੜਾ ਹੈਗਾ ਨਾ ਉਹ ਸਮਝ ਆਉਣਗੀਆਂ, ਕਿਉਂਕਿ ਵਰਨਾ ਤੇ ਪੁਰਾਣੀ ਗੱਲ ਔਰ ਇਸ ਤੋਂ 35 ਤੋਂ ਬਾਅਦ ਦੀ ਗੱਲ ਉਹ ਬਹੁਤ ਸਾਰੀ ਹੈਗੀ ਹੈ ਹੋਰ। ਲੇਕਿਨ ਉਸ ਦੇ ਉੱਤੇ ਫੋਕਸ ਰੱਖੀਏ ਤਾਂ ਕਿ 5 ਸਾਲ ਦੇ ਅੰਦਰ ਜਿਹੜਾ ਹੈਗਾ 35 to 40 ਜੋ ਵੀ ਕੁਝ ਹੋਇਆ ਹੈਗਾ ਔਰ ਉਹਦਾ ਪੋਲੀਟਿਕਸ ਦੇ ਵਿੱਚ ਕੀ ਅਸਰ ਪਿਆ ਔਰ ਕਿਹੜੀ ਓਪਨਿੰਗਸ ਬਣੀਆਂ ਨੇ, ਸ਼ਾਇਦ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਇਸ ਅੱਜ ਦੇ ਹਵਾਲੇ ਨਾਲ ਸਾਡੀ ਜ਼ਿਆਦਾ ਉਹਦੇ ਤੇ ਐਮਫੈਸਿਸ ਹੋਣਾ ਚਾਹੀਦਾ ਹੈ। ਵਰਨਾ ਫਿਰ ਸ਼ਾਇਦ ਗੱਲ ਜਿਹੜੀ ਹੈਗੀ ਹੈ ਮੇਰਾ ਖਿਆਲ ਹੈ ਉਹ ਹੋਰ ਪਾਸੇ ਨਿਕਲ ਜਾਏਗੀ। ਜੀ ਮੈਂ ਬਸ ਇੰਨੀ ਗੱਲ ਕਰਨੀ ਸੀ। ਠੀਕ ਹੈ ਜੀ, ਬਹੁਤ ਵਧੀਆ। ਮੈਂ ਗੰਗਵੀਰ ਤੁਹਾਡਾ ਮਾਈਕ ਅਨਮਿਊਟ ਕਰਕੇ ਦੇਖਿਆ ਤਾਂ ਉਧਰੋਂ ਆਵਾਜ਼ ਆ ਰਹੀ ਸੀ ਤੇ ਬੋਲਣਾ ਹੋਏਗਾ ਮੈਨੂੰ ਦੱਸ ਦਿਓ, ਮੈਂ ਮਾਈਕ ਅਨਮਿਊਟ ਕਰ ਦਵਾਂਗਾ। ਹਾਂਜੀ ਸੋਹਲ ਸਾਹਿਬ ਜੀ। ਹਾਂਜੀ ਦੋ ਸਵਾਲ ਸੀਗੇ, ਇੱਕ ਵੋਟਰ ਦਾ ਜਿਹੜਾ ਵਾ ਉਹ ਉਸ ਟਾਈਮ ਤੇ ਕੁਆਲੀਫਿਕੇਸ਼ਨ ਕੀ ਸੀਗੀ ਜਾਂ ਫੈਡਰਲਿਜ਼ਮ ਦੇ ਬਾਰੇ, ਔਰ ਦੂਸਰਾ ਵੈਸਟਰਨ ਟਾਈਪ ਔਰ ਡੈਮੋਕ੍ਰੇਸੀ ਦਾ ਫਿਊਚਰ ਜਿਹੜਾ ਵਾ ਉਹ ਕੀ ਸੀਗਾ। ਦੇਖੋ ਅੰਗਰੇਜ਼ਾਂ ਨੂੰ ਇੱਕ ਗੱਲ ਦਾ ਜ਼ਰੂਰ ਆਈਡੀਆ ਸੀਗਾ ਕਿ ਉਹਨਾਂ ਦੇ ਜੋ ਵੀ ਉਹ ਸਟਰਕਚਰ ਬਣਾਉਂਦੇ ਸੀ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰਦੇ ਸੀਗੇ। ਔਰ ਇਸੇ ਤਰੀਕੇ ਨਾਲ ਹੁਣ ਦੋ ਲੈਵਲ ਤੇ ਪੋਲਿਟਿਕਸ ਆ, ਇੱਕ ਲੈਜਿਸਲੇਟਿਵ ਪੋਲਿਟਿਕਸ ਆ ਜਿਹਦੇ ਕਿ ਆਪਾਂ ਨੂੰ ਇਲੈਕਟੋਰੇਟ ਦਾ ਪਤਾ ਵਾ ਕਿ ਬਹੁਤ ਲਿਮਟਿਡ ਆ ਔਰ ਇਹ ਮੋਸਟਲੀ ਕਿਹਾ ਜਾਂਦਾ ਸੀਗਾ ਜੀ ਇਹ ਲਾਇਲਿਸਟ ਪੋਲਿਟਿਕਸ ਆ। ਦੂਸਰੀ ਓਪਨ ਪੋਲਿਟਿਕਸ ਸੀਗੀ ਜਿਹਦੇ 'ਚ ਕਾਂਗਰਸ ਪ੍ਰੋਪੇਗੈਂਡਾ ਅੰਗਰੇਜ਼ਾਂ ਦੇ ਵਿਰੁੱਧ ਜੋ ਵੀ ਕਰਦੀ ਸੀਗੀ, ਕਿਉਂਕਿ 1937 'ਚ ਪਹਿਲੀ ਵਾਰ ਕਾਂਗਰਸ ਓਪਨਲੀ ਇਲੈਕਸ਼ਨ ਲੜੀ ਆ, ਉਸ ਤੋਂ ਪਹਿਲਾਂ ਇਲੈਕਸ਼ਨ ਨਹੀਂ ਗੀ ਲੜੀ। ਸੋ ਇਸ ਕਰਕੇ ਜਿਹੜੀਆਂ ਇਹ ਦੋ ਲੇਅਰਸ ਨੇ ਉਹਨਾਂ ਲੇਅਰਸ ਨੂੰ ਆਪਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਵਾ। ਕੁਆਲੀਫਿਕੇਸ਼ਨ ਉਹਨਾਂ ਦੀ ਕੀ ਸੀਗੀ ਇਹ ਮੈਂ ਤੁਹਾਨੂੰ ਦੱਸ ਦਵਾਂ। ਕੌਂਸਟੀਟੂਐਂਸੀਜ਼ ਬਣੀਆਂ ਹੋਈਆਂ ਸਨ, ਜਿਵੇਂ ਲੈਂਡਲੋਰਡਸ ਕੌਂਸਟੀਟੂਐਂਸੀ ਇੱਕ ਇਹ ਸੀਗਾ 1919 ਦਾ ਐਕਟ ਤੇ 1935 ਦੇ ਐਕਟ ਦੇ ਵਿੱਚ ਦੋਨਾਂ ਦੇ ਵਿੱਚ ਅੱਗੇ ਜਿਹੜਾ ਵਾ ਇੰਪਰੂਵ ਕਰ ਦਿੱਤੀ ਜਾਂਦੀਆਂ ਨੇ। ਲੈਂਡਲੋਰਡਸ ਕੌਂਸਟੀਟੂਐਂਸੀ ਇਹ ਕੌਣ ਸਨ? ਲੈਂਡਲੋਰਡਸ ਇਹ ਜਿਹੜਾ ਲੈਂਡ ਰੈਵਨਿਊ 500 ਰੁਪਏ ਸਾਲ ਦੇ ਉਸ ਤੋਂ ਵੱਧ ਜਿਹੜਾ ਵਾ ਉਹ ਦਿੰਦਾ ਸੀਗਾ ਉਹਨੂੰ ਇਹ ਇੱਕ ਵੋਟ ਪਾਉਣ ਦਾ ਹੱਕ ਸੀਗਾ। ਸੋ ਤੁਸੀਂ ਹੁਣ ਅੰਦਾਜ਼ਾ ਲਗਾ ਸਕਦੇ ਜੇ ਕਿ 500 ਰੁਪਇਆ ਸਾਲ ਦਾ ਕਿਹੜਾ ਲੈਂਡਲੋਰਡ ਦਿੰਦਾ ਹੋਏਗਾ, ਕਿਉਂਕਿ ਇਹ 2 ਜਾਂ 3 ਏਕੜ ਦਾ ਮੁੱਲ ਉਸ ਟਾਈਮ ਤੇ ਬਣਦਾ ਵਾ। ਅੱਜ ਤੁਸੀਂ ਦੇਖੋਗੇ ਤੇ 3 ਏਕੜ ਦੀ ਕੀਮਤ ਤਕਰੀਬਨ 50-60 ਲੱਖ ਰੁਪਏ ਦੀ ਕਿਸੇ ਦੀ ਜਾਇਦਾਦ ਹੋਏਗੀ ਲੈਂਡ ਦੀ, ਤਾਂ ਫਿਰ ਉਸ ਨੂੰ ਰਾਈਟ ਟੂ ਵੋਟ ਜੇ ਪ੍ਰਾਪਰਟੀ ਦੇ ਹਿਸਾਬ ਨਾਲ ਮਿਲੇਗਾ। ਰੈਵਨਿਊ ਦੇ ਹਿਸਾਬ ਨਾਲ ਤਾਂ ਹੁਣ ਕਿਉਂਕਿ ਰੈਵਨਿਊ ਹੈ ਹੀ ਨਹੀਂ। ਦੂਸਰਾ ਹੈਗਾ ਸੀਗਾ ਪੰਜਾਬ ਯੂਨੀਵਰਸਿਟੀ ਕੌਂਸਟੀਟੂਐਂਸੀ। ਇਹ ਉਹ ਲੋਕ ਸਨ ਜਿਹੜੇ ਫੈਲੋ ਸਨ ਜਾਂ ਗ੍ਰੈਜੂਏਟ ਸਨ ਔਰ ਇਹ 7 ਸਾਲ ਤੋਂ ਯੂਨੀਵਰਸਿਟੀ ਸਿਸਟਮ ਦੇ ਵਿੱਚ ਸਨ, ਉਹਨਾਂ ਨੂੰ ਰਾਈਟ ਸੀਗਾ ਵੋਟ ਪਾਉਣ ਦਾ। ਤੀਸਰਾ ਸੀਗਾ ਇੰਡਸਟਰੀਅਲ ਕੌਂਸਟੀਟੂਐਂਸੀ। ਇਹ ਉਹ ਸਨ ਜਿਨ੍ਹਾਂ ਦੀ ਪੇਡ ਅਪ ਕੈਪੀਟਲ ਜਿਹੜਾ ਵਾ ਉਹ 25,000 ਰੁਪਇਆ ਸੀਗਾ। ਔਰ ਇਸੇ ਤਰੀਕੇ ਦੇ ਨਾਲ ਚੈਂਬਰ ਆਫ ਕਾਮਰਸ ਉਹਨਾਂ ਦੀਆਂ ਸੀਟ ਸਨ ਕੁਛ। ਇਹ ਉਹ ਸਨ ਲੋਕ ਜਿਹੜੇ ਮੈਂਬਰ ਸਨ ਚੈਂਬਰਸ ਆਫ ਕਾਮਰਸ ਦੇ। ਔਰ 1935 ਤੋਂ ਬਾਅਦ 35 ਦੇ ਐਕਟ ਦੇ ਵਿੱਚ ਪੂਨਾ ਪੈਕਟ ਦੇ ਅੰਡਰ 8 ਸੀਟਾਂ ਜਿਹੜੀਆਂ ਨੇ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਸੀਗੀਆਂ ਜਰਨਲ ਸੀਟਸ ਦੇ ਵਿੱਚ, ਜਿਹੜੇ ਕਿ ਰਿਜ਼ਰਵ ਕੈਟਾਗਰੀ ਸੀਗੀ। ਨਾਲ ਹੀ ਇੱਕ ਲੇਬਰ ਕੌਂਸਟੀਟੂਐਂਸੀ ਜਿਹੜੀ ਆ ਬਣਾਈ ਗਈ, ਜਿਹੜੇ ਰੇਲਵੇ ਯੂਨੀਅਨ ਜਾਂ ਰਜਿਸਟਰਡ ਟ੍ਰੇਡ ਯੂਨੀਅਨ ਸਨ ਉਹਨਾਂ ਦੇ ਜਿਹੜੇ ਮੈਂਬਰ ਸਨ ਉਹਨਾਂ ਦੇ ਜਿਹੜੇ ਨੇ ਉਹਨਾਂ ਨੂੰ ਰਾਈਟ ਟੂ ਵੋਟ ਸੀਗਾ। ਔਰ ਇਸ ਹਿਸਾਬ ਦੇ ਨਾਲ ਇਹ 12% ਬਣਦੇ ਨੇ। ਹੁਣ ਤੁਸੀਂ ਥੋੜਾ ਜਿਹਾ ਇਹਨਾਂ ਦੇ ਵਿੱਚ ਰਿਲੈਕਸੇਸ਼ਨ ਜਿਹੜੀ ਹੈ ਨਾ ਉਹ ਜੇ ਘੱਟ ਕਰ ਦੋ, ਇਹਨਾਂ ਦੇ ਅਮਾਊਂਟ ਕੁਆਲੀਫਿਕੇਸ਼ਨ ਘੱਟ ਕਰ ਦੋ, ਤਾਂ ਇਹ ਕੌਂਸਟੀਟੂਐਂਸੀ ਬਹੁਤ ਵੱਡੀ ਜਿਹੜੀ ਆ ਬਣ ਸਕਦੀ, ਜਿਹੜੀ ਕਿ ਅੰਗਰੇਜ਼ ਨਹੀਂ ਸੀਗੇ ਕਰਨਾ ਚਾਹੁੰਦੇ। ਡੈਮੋਕ੍ਰੇਸੀ ਐਕਚੁਅਲੀ ਆਪਰੇਟ ਜੇ ਇਹ
ਇਲੈਕਟੋਰੇਟ ਕੰਸਟੀਟੂਐਂਸੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਫਰੈਂਚਾਈਜ਼ ਜੇ ਇਹਨਾਂ ਦੀਆਂ ਕੁਆਲੀਫਿਕੇਸ਼ਨ ਰਿਲੈਕਸ ਕਰਦੇ ਨੇ ਹੁਣ ਤਾਂ ਆਪਣੇ ਜਿਹੜਾ ਵਾ ਉਹ ਯੂਨੀਵਰਸਲ ਫਰੈਂਚਾਈਜ਼ ਆ ਇਸ ਕਰਕੇ ਆਪਣੇ ਓਪਨ ਆ ਭਾਵੇਂ ਬੈਗਰ ਆ ਜਾਂ ਕੋਈ ਵੀ ਪ੍ਰੋਪਰਟੀ ਜਿਸ ਦੀ ਨੰਬਰ 1 ਤੇ ਆ ਇੰਡੀਆ 'ਚ ਵੋਟ ਇੱਕ ਆ ਪਰ ਇਹਨਾਂ ਦੀ ਜੇ ਪ੍ਰੋਪਰਟੀ ਕੁਆਲੀਫਿਕੇਸ਼ਨ ਸੀਗੀਆਂ ਤਾਂ ਸਟੇਟਸ ਸੀਗੀਆਂ ਤੇ ਜੇ ਇਹ ਕੱਟ ਕਰਦੇ ਤਾਂ ਇਹ ਥੋੜਾ ਜਿਹਾ ਡੈਮੋਕ੍ਰੈਟਿਕਲੀ ਇਹ ਪ੍ਰੋਸੈਸ ਜਿਹੜਾ ਸੀਗਾ ਆਪਰੇਟਿਵ ਜ਼ਿਆਦਾ ਹੋਣਾ ਸੀਗਾ ਗਵਰਨਮੈਂਟਸ ਜਿਹੜੀਆਂ ਸੀ ਰਿਸਪੌਂਸਿਬਲ ਬਣਨੀਆਂ ਸੀਗੀਆਂ ਇਹਦੇ ਨਾਲ ਫੈਡਰਲ ਸਟਰਕਚਰ ਜਿਹੜਾ ਵਾ ਉਹ ਜ਼ਿਆਦਾ ਵਾਇਬਲ ਹੋਣਾ ਸੀ ਫੈਡਰਲ ਸਟਰਕਚਰ ਨੂੰ ਜਦੋਂ ਇਹ ਲੋਕ ਆਪਰੇਟ ਕਰਨ ਲੱਗੇ ਤਾਂ ਪਿੰਡਾਂ ਦੀਆਂ ਜਿਹੜੀਆਂ ਜਾਂ ਡਿਵੈਲਪਮੈਂਟ ਐਜੂਕੇਸ਼ਨ ਦਾ ਜਿੱਦਾਂ ਉਹ ਕਰਨ ਲੱਗੇ ਤਾਂ ਉਸੇ ਵੇਲੇ ਜਿਹੜਾ ਵਾ ਉਹ ਦੂਸਰੀ ਧਿਰ ਉਹਨਾਂ ਦੇ ਵਿਰੁੱਧ ਹੋ ਜਾਂਦੀ ਸੀ ਇਸ ਕਰਕੇ ਉਹ ਵੀ ਪ੍ਰੋਬਲਮ ਇਹਨਾਂ ਨੂੰ ਜਿਹੜਾ ਵਾ ਉਹ ਰਹਿੰਦੀ ਆ ਬਾਕੀ ਰਹੀ ਜਿਹੜੀ ਵੈਸਟਰਨ ਟਾਈਪ ਡੈਮੋਕ੍ਰੇਸੀ ਉਹ ਤਾਂ ਮੈਂ ਦੇਖਿਆ ਵਾ ਸਿਰਫ ਸਾਡਾ ਹੀ ਨਹੀਂਗਾ ਅੰਗਰੇਜ਼ਾਂ ਦਾ ਆਪਣਾ ਵੀ ਗਵਾਲਾ ਨਿਕਲਿਆ ਹੋਇਆ ਸੀਗਾ ਮੈਂ ਤੁਹਾਨੂੰ ਇੱਕ ਕੇਸ ਦੱਸਦਾ ਵਾਂ ਆਇਰਲੈਂਡ ਦਾ ਆਇਰਲੈਂਡ ਆਜ਼ਾਦ ਹੋਣ ਤੱਕ ਆਇਰਲੈਂਡ 1920-21 ਚ ਆਜ਼ਾਦ ਹੋ ਜਾਂਦਾ ਵਾ ਅੰਗਰੇਜ਼ਾਂ ਦੀ ਪਾਰਟ ਦਾ ਇੱਕ ਹਿੱਸਾ ਵਾ ਤੁਸੀਂ ਹੈਰਾਨ ਹੋਵੋਗੇ ਆਇਰਲੈਂਡ 1920-21 ਤੱਕ ਕਹਿੰਦਾ ਰਿਹਾ ਮੈਨੂੰ ਡੋਮੀਨੀਅਨ ਸਟੇਟਸ ਦੇ ਦਿਓ ਆਇਰਲੈਂਡ ਨੂੰ ਡੋਮੀਨੀਅਨ ਸਟੇਟਸ ਨਹੀਂ ਸੀਗਾ ਆਇਰਲੈਂਡ ਦੇ ਵਿੱਚ ਹੋਮ ਰੂਲ ਇੱਕ ਪਾਰਟੀ ਸੀਗੀ ਜਾਂ ਹੋਮ ਰੂਲ ਵਾਸਤੇ ਉਹ ਚਾਹੁੰਦੇ ਸੀਗੇ ਪਾਰਟੀ ਚਲੋ ਸਿਨ ਫੀਨ ਇੱਕ ਵੱਖਰੀ ਸੀ ਜਿਹੜੀ ਇੰਡੀਪੈਂਡੈਂਸ ਚਾਹੁੰਦੀ ਸੀ ਪਰ ਇੱਕ ਪਾਰਟੀ ਹੋਮ ਰੂਲ ਲੀਗ ਵੀ ਸੀਗੀ ਉਹ ਹੋਮ ਰੂਲ ਵੀ ਮੰਗਦੇ ਸੀਗੇ ਉਹ ਵੀ ਉਹਨਾਂ ਨੇ ਨਹੀਂ ਕਰ ਦਿੱਤਾ ਅਲਟੀਮੇਟਲੀ 1920-21 ਦੇ ਵਿੱਚ 3 ਸਾਲ ਦੀ ਸਿਵਲ ਵਾਰ ਦੇ ਬਾਅਦ ਆਇਰਲੈਂਡ ਆਜ਼ਾਦ ਹੋ ਗਿਆ ਸੋ ਜਿਹੜਾ ਆਪਾਂ ਨੂੰ ਇਹ ਕਿਹਾ ਜਾਂਦਾ ਨਾ ਕਿ ਇਹਨਾਂ ਨੂੰ ਫੈਡਰਲ ਸਟਰਕਚਰ ਦੇਣਾ ਸੀ ਫੈਡਰਲ ਸਟਰਕਚਰ ਨੂੰ ਆਪਰੇਟ ਕਰਨ ਲਈ ਅੱਗੇ ਇੱਕ ਬੇਸ ਚਾਹੀਦਾ ਵਾ ਅੰਗਰੇਜ਼ ਨਾ ਤਾਂ ਤਿਆਰ ਸਨ ਔਰ ਕਹਿੰਦੇ ਰਹੇ ਡੋਮੀਨੀਅਨ ਸਟੇਟਸ ਜਦੋਂ ਡੋਮੀਨੀਅਨ ਸਟੇਟਸ ਕਹਿਣ ਲੱਗੇ ਉਸ ਟਾਈਮ ਤੇ ਸਮਾਂ ਲੰਘ ਚੁੱਕਾ ਸੀਗਾ ਸੋ ਇਸ ਕਰਕੇ ਅੰਗਰੇਜ਼ਾਂ ਨੂੰ ਜਿਹੜਾ ਵਾ ਉਹ ਡੋਮੀਨੀਅਨ ਸਟੇਟਸ ਵਾਲਾ ਮਾਡਲ ਜਿਹੜਾ ਆਸਟ੍ਰੇਲੀਆ ਦਾ ਵਾ ਜਾਂ ਜਿਹੜਾ ਮਾਡਲ ਕੈਨੇਡਾ ਦਾ ਵਾ ਉਹ ਬਿਲਕੁਲ ਇੱਥੇ ਅਪਲਾਈ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਇਹਦੀਆਂ ਲਿਮਿਟੇਸ਼ਨ ਦਾ ਪਤਾ ਸੀਗਾ ਕਿ ਜਦੋਂ ਇਹ ਇਲੈਕਟੋਰਲ ਫਰੈਂਚਾਈਜ਼ ਹੋ ਗਿਆ ਤਾਂ ਪੋਲਿਟਿਕਸ ਬਹੁਤ ਲਾਰਜ ਸਕੇਲ ਤੇ ਚੱਲਣੀ ਹੈ ਔਰ ਉਹਦੇ ਕਰਕੇ ਉਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ ਇਹ ਪੋਲਿਟਿਕਸ ਕੰਟਰੋਲ ਕਰਨ ਦੀ ਨੀਤੀ ਸੀਗੀ ਔਰ ਜਿਹਦੇ ਨਾਲ ਉਹਨਾਂ ਨੇ ਉਸ ਦੇ ਨਾਲ ਜਿਹੜੇ ਮੈਸੇਜ ਸੀਗੇ ਇਸ ਕਨਸਟੀਟੂਐਂਸੀ ਦੇ ਰਾਹੀਂ ਵੱਖਰੇ ਵੱਖਰੇ ਸਮੇਂ ਤੇ ਦਿੰਦੇ ਰਹੇ ਤੇ ਸਾਨੂੰ ਹੁਣ ਇਹ ਵੀ ਮਨ 'ਚ ਰੱਖਣਾ ਚਾਹੀਦਾ ਵਾ ਵੀ ਇਹ ਲੋਕ ਜਿਨ੍ਹਾਂ ਦੇ ਉੱਪਰ ਇੰਨੀ ਜ਼ਿੰਮੇਵਾਰੀ ਸੀਗੀ ਬੀਇੰਗ ਰਿਪਰੈਜ਼ੈਂਟੇਟਿਵ ਇਹ ਐਕਚੁਅਲੀ ਇਹਨਾਂ ਦਾ ਬੇਸ ਕਿੰਨਾ ਸੀਗਾ ਤੇ ਡੈਮੋਕ੍ਰੇਸੀ ਕਿੰਨੀ ਵੀਕ ਸੀਗੀ ਜਿਹਨੂੰ ਆਪਾਂ ਇਹ ਕਹਿੰਦੇ ਆ ਥੈਂਕ ਯੂ ਹਾਂਜੀ ਸੋਲ ਸਾਹਿਬ ਇਹ ਬੜੀ ਇੰਪੋਰਟੈਂਟ ਗੱਲ ਜਿਹੜੀ ਦੱਸੀ ਜਦੋਂ ਕਿ ਹੁਣ ਅਸੀਂ ਕਦੀ ਦੋਵੇਂ ਪਾਸੇ ਪੰਜਾਬ ਇੱਧਰ ਔਰ ਉੱਧਰ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਅਸੀਂ ਡੈਮੋਕ੍ਰੈਟਿਕ ਫੈਡਰਲ ਸਟਰਕਚਰ ਦੀ ਗੱਲ ਕਰਦੇ ਹਾਂ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜੀਆਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਗੱਲ ਮਤਲਬ ਜੋ ਆਸਟ੍ਰੇਲੀਅਨ ਬ੍ਰਿਟਿਸ਼ ਪੁਆਇੰਟ ਆਫ ਵਿਊ ਤੋਂ ਦੱਸੀ ਗਈ ਉਹ ਇਹੀ ਸੀ ਲੋਕਲ ਇੱਥੋਂ ਦੇ ਬਸ਼ਿੰਦਿਆਂ ਨੂੰ ਕਿ ਇੰਡੀਆ ਇਜ਼ ਨਾਟ ਰੈਡੀ ਫॉर ਏ ਸੈਲਫ ਗਵਰਨਮੈਂਟ ਔਰ ਫੈਡਰਲ ਸਟਰਕਚਰ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਹਿੰਟ ਨਿਕਲਦਾ ਆ ਉਹਦੇ ਵਿੱਚ ਤੁਸੀਂ ਇਹ ਕਹੋ ਕਿ ਤੁਸੀਂ 1 ਮਿੰਟ ਤੁਸੀਂ ਉਹਨਾਂ ਨੂੰ ਇਹ ਪੁੱਛੋ ਕਿ ਆਇਰਲੈਂਡ ਉਹਨਾਂ ਤੋਂ ਆਜ਼ਾਦ ਕਿਉਂ ਹੋ ਗਿਆ ਆਸਟ੍ਰੇਲੀਆ ਤੋਂ ਬਾਅਦ ਦੀ ਗੱਲ ਆ ਕੈਨੇਡਾ ਦੀ ਬਾਅਦ ਦੀ ਗੱਲ ਆ ਆਇਰਲੈਂਡ ਨੂੰ ਕੀ ਪ੍ਰੋਬਲਮ ਸੀ ਕੀ ਆਇਰਲੈਂਡ ਇੰਡੀਪੈਂਡੈਂਸ ਜਿਹੜੀ ਹੈ ਕਿਉਂ ਮੰਗ ਰਿਹਾ ਵਾ ਠੀਕ ਹੈ ਜੀ ਸਵਾਲ ਤੁਹਾਡਾ ਨੋਟ ਕਰ ਲਿਆ ਤੇ ਜੇ ਕਿਤੇ ਮੌਕਾ ਮਿਲੇਗਾ ਜਿਵੇਂ ਆਸਟ੍ਰੇਲੀਆ ਤੇ ਇੱਥੇ ਦੀ ਜਿਹੜੀ ਆਇਰਲੈਂਡ ਸਟਰਗਲ ਦੀ ਲਾਈਫ ਕੁਝ ਹੋ ਰਿਹਾ ਪ੍ਰੋਫੈਸਰ ਹਰਜਿੰਦਰ ਸਿੰਘ ਜ਼ਿਆਦਾ ਜਾਣਦੇ ਮੇਰੇ ਨੂੰ ਉਹ ਆਇਰਲੈਂਡ ਔਰ ਇੰਗਲਿਸ਼ ਦੀ ਜਿਹੜੀ ਡਿਵੀਜ਼ਨ ਹੈ ਉਹ ਆਸਟ੍ਰੇਲੀਆ ਦੇ ਵਿੱਚ ਵੀ ਰਹੀ ਹੈ ਇੱਥੇ ਆਇਰਿਸ਼ ਸਟਰਗਲ ਰਿਹਾ ਉਹਦਾ ਅਸਰ ਉਹ ਇੰਗਲਿਸ਼ ਦੇ ਨਾਲ ਇੱਥੇ ਵੀ ਰਿਹਾ ਆਸਟ੍ਰੇਲੀਆ ਦੇ ਵਿੱਚ ਡਿਕਸ਼ਨਰੀ ਵਾਲੀ ਗੱਲ ਜਿਹੜੀ ਆ ਹਾਂਜੀ ਇੱਥੇ ਵੀ ਨਾ ਜਦੋਂ ਕੋਈ ਜਿਹੜੇ ਇੰਗਲਿਸ਼ ਨੇ ਉਹ ਜਦੋਂ ਕਿਸੇ ਮਿਹਣਾ ਮਾਰਨਾ ਹੁੰਦਾ ਨਾ ਜਾਂ ਠਿੱਠ ਕਰਨਾ ਹੁੰਦਾ ਤੇ ਜਾਂ ਡਾਊਨ ਕਿਸੇ ਨੂੰ ਸ਼ੋਅ ਕਰਨਾ ਹੁੰਦਾ ਉਹ ਜੇ ਕਿਸੇ ਤੋਂ ਕੰਮ ਬਹੁਤਾ ਵਧੀਆ ਨਾ ਹੋਵੇ ਉਹ ਕਹਿਣਗੇ ਵੀ ਇਟ ਲੁਕਸ ਲਾਈਕ ਆਇਰਿਸ਼ ਦੇਖੋ ਹਿੰਦੁਸਤਾਨ ਦੇ ਵਿੱਚ ਪੁਲਿਸ ਤੇ ਆਰਮੀ 'ਚ 60% ਆਇਰਿਸ਼ ਸੀਗੇ ਸਾਰਾ ਕੁੱਟ ਟੱਪਾ ਆਇਰਿਸ਼ ਨੇ ਹਿੰਦੁਸਤਾਨ 'ਚ ਕੀਤਾ ਅੰਗਰੇਜ਼ਾਂ ਦੇ ਨਾਂ ਯਾਨੀ ਅਸੀਂ ਅੰਗਰੇਜ਼ਾਂ ਨੂੰ ਅੰਗਰੇਜ਼ ਦੇਖਣ ਦੇ ਆ ਉਹਨਾਂ ਦੇ ਪਿੱਛੇ ਤਾਂ ਆਇਰਿਸ਼ ਨੇ ਇਹ ਆਪਣਾ ਮਾਈਕਲ ਅਡਵਾਇਰ ਵੀ ਆਇਰਿਸ਼ ਔਰ ਜਨਰਲ ਡਾਇਰ ਵੀ ਆਇਰਿਸ਼ ਨੇ ਦੋਨੋਂ
ਔਰ ਇਹਨਾਂ ਨੂੰ ਤੁਸੀਂ ਜਦੋਂ ਪੁੱਛੋਗੇ ਕਿ ਇਹ ਜਦੋਂ ਇੱਥੋਂ ਗਏ ਨੇ 1919 1920 ਦੇ ਵਿੱਚ ਇਹ ਆਇਰਲੈਂਡ ਕਿਉਂ ਨਹੀਂ ਜਾ ਕੇ ਰਹੇ, ਇਹ ਤਾਂ ਰਹੇ ਹੀ ਇੰਗਲੈਂਡ ਦੇ ਵਿੱਚ, ਲੰਡਨ ਦੇ ਵਿੱਚ ਰਹੇ ਨੇ, ਔਰ ਇਹਨਾਂ ਨੂੰ ਤਾਂ ਆਇਰਲੈਂਡ 'ਚ ਬਰਦਾਸ਼ਤ ਨਹੀਂ ਕੀਤਾ ਗਿਆ। ਸੋ ਇਹ ਜਿਹੜੀਆਂ ਪ੍ਰੋਬਲਮ ਆਪਣੇ ਕੰਟਰੀ 'ਚ ਨੇ ਜਿਹੜੀਆਂ ਉਹਨਾਂ ਨੇ ਕ੍ਰੀਏਟ ਕੀਤੀਆਂ ਨੇ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਵੀ ਬਹੁਤ ਜ਼ਿਆਦਾ ਨੇ। ਅਸੀਂ ਜਦੋਂ ਉਹਨਾਂ ਦੀਆਂ ਪ੍ਰੋਬਲਮਸ ਦੇਖਦੇ ਹਾਂ ਤਾਂ ਫਿਰ ਪਤਾ ਲੱਗਦਾ ਵਾ ਕਿ ਉਹ ਉੱਥੋਂ ਲੈਸਨ ਲੈ ਕੇ ਤੇ ਸਾਨੂੰ ਇੱਥੇ ਜਿਹੜਾ ਵਾ ਕੰਟਰੋਲ ਕਰ ਰਹੇ ਨੇ, ਇੱਥੋਂ ਦਾ ਅਸਰ ਉੱਥੇ ਜਾ ਰਿਹਾ ਵਾ। ਸੋ ਇਸ ਕਰਕੇ ਜਿਹੜਾ ਵਾ ਨਾ ਇਹ ਇੰਗਲਿਸ਼ ਨੂੰ ਥੋੜਾ ਜਿਹਾ ਮਾਈਂਡ ਨੂੰ ਸੀਰੀਅਸਲੀ ਦੇਖਣਾ ਚਾਹੀਦਾ ਵਾ। ਸਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਵੀ ਕਰ ਰਹੇ ਨੇ, ਉਹ ਤਾਂ ਰੀਜ਼ਨ ਹੈ ਕਿ ਇਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ। ਸਹੀ ਹੈ ਜੀ, ਸਹੀ ਹੈ। ਤੇ ਜਿਹੜੀ ਡਿਕਸ਼ਨਰੀ ਵਾਲੀ ਗੱਲ ਕੀਤੀ ਹੈ ਆਮਿਰ ਰਿਆਜ਼ ਜੀ ਤੁਸੀਂ, ਉਹ ਬਹੁਤ ਮੈਂ ਸਮਝਦਾ ਇੰਪੋਰਟੈਂਟ ਹੈ ਸਾਡੇ ਲਈ, ਔਰ ਸ਼ਾਇਦ ਇਹ ਸਾਡੇ ਲਈ ਅੱਜ ਦਾ ਲੈਸਨ ਜਿਹੜਾ ਇਹ ਵੀ ਹੈ ਕਿ ਆਪਣੀਆਂ ਜ਼ਬਾਨਾਂ ਨੂੰ ਆਪਾਂ ਅੱਜ 77 ਸਾਲ ਬਾਅਦ ਜਾਂ 40-50 ਸਾਲ ਤੋਂ 100 ਸਾਲ ਹੀ ਹੋ ਚੱਲਿਆ ਉੱਥੇ ਬਚਾਉਣ ਦੀ ਗੱਲ ਕਰੀਏ, ਔਰ ਉਹ ਡਾਇਲੈਕਟਸ ਜਿਹੜੇ ਸਾਡੇ ਨੇ ਜਿਹਦੇ ਵਿੱਚ ਉਹ ਵੰਡ ਪਾਉਣ ਦੇ ਡਾਇਲੈਕਟਸ ਪਾਏ ਗਏ ਉਹ ਪਤਾ ਕਰਨੇ ਆ, ਇਹ ਚੀਜ਼ ਸਾਡੇ। ਹਾਂਜੀ ਕੱਲ ਵਾਈਂਡ ਅਪ ਕਰੀਏ ਜੀ ਹੁਣ ਅੱਜ ਦਾ ਸੈਸ਼ਨ। ਰਿਆਜ਼ ਸਾਹਿਬ ਕੁਝ ਕਹਿਣਾ ਚਾਹੁੰਦੇ? ਨਹੀਂ, ਮੈਂ ਤੇ ਉਹ ਸਿਰਫ ਸੋਹਲ ਸਾਹਿਬ ਨੂੰ ਇਹ ਕਹਿ ਰਿਹਾ ਕਿ ਉਹ ਲਾਰਡ ਮੇਓ ਵੀ ਆਇਰਿਸ਼ ਸੀ ਮੇਰਾ ਖਿਆਲ ਹੈ। ਬਹੁਤ ਸਾਰੇ ਮੈਨੂੰ ਜੇਲ੍ਹ ਦੇ ਵਿੱਚ ਦਿਨ ਦਿਹਾੜੇ ਕਤਲ ਕਰਾਤਾ ਗਿਆ ਸੀ, ਔਰ ਉਸ ਤੋਂ ਬਾਅਦ ਵੀ ਤਿਆਰ ਕਰਨੀ ਚਾਹੀਦੀ ਆ ਕਿ ਅੰਗਰੇਜ਼ਾਂ ਨੇ ਆਇਰਿਸ਼ ਦੇ ਨਾਮ ਦੇ ਉੱਤੇ ਕੀ ਇੱਥੇ ਜਿਹੜਾ ਵਾ ਖਿਲਵਾੜ ਖੇਡਿਆ ਇੱਥੇ। ਹਾਂਜੀ ਇਹਦੇ ਇਦਾਂ ਦੇਖੋ, ਜਿਹੜਾ ਅੰਗਰੇਜ਼ ਆ, ਅੰਗਰੇਜ਼ ਨੇ ਤਾਂ ਇਹ ਖੇਡ ਖੇਡਣੀ ਸੀ ਤੇ ਉਹਨੇ ਖੇਡੀ, ਉਹਨੇ ਖੇਡੀ। ਕੁਝ ਇਹ ਹੈ ਵੀ ਜਿਹੜੇ ਸਾਡੇ ਸੀਗੇ ਉਹਨਾਂ ਨੇ ਕਿੰਨੀ ਕੁ ਜ਼ਿੰਮੇਵਾਰੀ ਆਪ ਮੇਰਾ ਪੁਆਇੰਟ ਇਹ ਹੈ ਵੀ ਉਹ ਵੀ ਉਹਨਾਂ ਨੇ ਵੀ ਅੰਗਰੇਜ਼ ਖੇਡੀ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਜਿਹੜੇ ਖੱਬੇ ਜਿਹੜੇ ਨੇ ਉਹ ਸਾਡੀ ਰੈਜ਼ਿਸਟੈਂਸ ਸਟਰਗਲ ਦੇ ਵਿੱਚ ਹੈਗੇ ਨਾ, ਉਹ ਖੱਬੇ 47 ਤੋਂ ਬਾਅਦ ਸਾਰੇ ਮੁਲਕਾਂ ਦੇ ਅੰਦਰ ਉਭਰ ਕੇ ਸਾਹਮਣੇ ਆਏ, ਕਿਉਂਕਿ ਅੰਗਰੇਜ਼ ਤੇ ਚਲੇ ਗਏ ਤੇ ਉਹ ਖੱਬੇ ਕਿਉਂਕਿ ਅਸੀਂ ਉਹਦੇ ਵਿੱਚ ਤੁਸੀਂ ਕੀ ਕਰਦੇ ਕੀ ਹੋ, ਤੁਸੀਂ ਦੇਖੋ ਕਿ ਜਿਹੜੇ ਮਹਾਸ ਬਾਈ ਨੇ ਉਹਨਾਂ ਦੇ ਨਾਲ ਹਾਲਾਂਕਿ ਕਾਂਗਰਸ ਦੀ ਲੜਾਈਆਂ ਵੀ ਹੈਗੀਆਂ ਨੇ 47 ਤੋਂ ਪਹਿਲੇ ਦੀਆਂ, ਲੇਕਿਨ ਜਦੋਂ ਫਰੀडम ਫਾਈਟਰਸ ਦੀ ਲਿਸਟ ਬਣਦੀ ਹੈ 47 ਤੋਂ ਬਾਅਦ ਤੇ ਉਹ ਲਿਸਟ ਪੜ੍ਹ ਕੇ ਦੇਖ ਲਓ, ਉਹਦੇ 'ਚ ਉਹਨਾਂ ਨੇ ਸਾਰੇ ਹੀ ਰਲਾਤੇ ਕਿ ਨੇਸ਼ਨ ਬਿਲਡਿੰਗ ਵਾਸਤੇ ਬੜਾ ਜ਼ਰੂਰੀ ਹੈ ਕਿ ਸਭ ਨੂੰ ਇੱਕ ਕਹਿ ਦਿੱਤਾ ਜਾਏ। ਯਾਰ ਉਹ ਕਹਿੰਦੇ ਕਿ ਉਹਨਾਂ ਦੀ ਸਟਰਗਲ ਠੀਕ ਹੈਗੀ ਸੀ, ਭਾਵੇਂ ਉਹ ਧਰਮ ਦੇ ਨਾਲ ਲੈ ਰਹੇ ਸਨ। ਦੇਖੋ ਨਾ, ਰੈਸ਼ਨਲ ਬਣਾਉਣਾ ਜਿਹੜਾ ਹੈਗਾ ਉਹ ਰਿਆਸਤ ਦਾ ਕੰਮ ਹੈਗਾ ਨਾ। ਰਿਆਸਤ ਨੇਸ਼ਨ ਬਿਲਡਿੰਗ ਦੇ ਅੰਦਰ ਮੰਨਫੀ ਦੀ ਬੁਨਿਆਦ ਤੇ ਚੀਜ਼ਾਂ ਨੂੰ ਇਕੱਠੀ ਕਰਦੀ ਹੈ ਤੇ ਫਿਰ ਉਹਦਾ ਅਸਰ ਫਿਰ ਪੂਰੀ ਪੋਲਿਟਿਕਸ ਦੇ ਉੱਤੇ ਪੈਂਦਾ। ਇੱਕ ਪਾਸੇ ਕਹਿ ਰਹੇ ਹੋ ਕਿ ਮਜ਼ਹਬ ਦਾ ਔਰ ਰਿਆਸਤ ਦਾ ਕੋਈ ਤਾਲੁਕ ਨਹੀਂ ਹੁੰਦਾ, ਅਸੀਂ ਸੈਕੂਲਰ ਹਾਂ। ਦੂਜੇ ਪਾਸੇ ਇਹ ਕਰ ਰਹੇ ਹੋ ਕਿ ਜਿਹੜੇ ਮਜ਼ਹਬ ਦੇ ਨਾਂ ਤੇ ਅੰਗਰੇਜ਼ਾਂ ਦੀ ਮੁਖਾਲਫਤ ਕਰ ਰਹੇ ਨੇ ਉਹਨਾਂ ਨੂੰ ਵੀ ਕੌਮੀ ਹੀਰੋ ਡਿਕਲੇਅਰ ਕਰ ਰਹੇ ਹੋ। ਮਤਲਬ ਤੁਸੀਂ ਕੋਈ ਇੱਕ ਗੱਲ ਕਰਦੇ ਨਾ, ਜਦੋਂ ਤੁਸੀਂ ਇਸ ਤਰ੍ਹਾਂ ਦਾ ਨੈਰੇਟਿਵ ਬਣਾਓਗੇ ਤੇ ਮੇਰਾ ਆਪਣਾ ਖਿਆਲ ਹੈ ਸਾਡੀ ਰੈਜ਼ਿਸਟੈਂਸ ਮੂਵਮੈਂਟ ਦੇ ਅੰਦਰ ਬਹੁਤ ਸਾਰੇ ਖੱਬੇ ਹੈਗੇ ਸਨ ਜਿਹੜੇ ਇੰਡੀਆ ਪਾਕਿਸਤਾਨ ਦੇ ਵਿੱਚ, ਈਵਨ ਬੰਗਲਾਦੇਸ਼ ਦੇ ਵਿੱਚ ਵੀ ਉਹ ਸਾਨੂੰ ਨਜ਼ਰ ਆਉਂਦੇ ਨੇ ਕਿ ਉਹ ਪਾਰਟੀਸ਼ਨ ਤੋਂ ਬਾਅਦ ਵੀ 71 ਤੋਂ ਬਾਅਦ ਵੀ ਉਹ ਉਹਦੇ ਵਿੱਚ ਜਿਹੜਾ ਹੈਗਾ ਹੋਰ ਉੱਭਰ ਕੇ ਸਾਹਮਣੇ ਆ ਗਏ। ਔਰ ਸਾਡੇ ਕੋਲ ਉਹ ਫਿਰ ਹੁਣ ਜਿਸ ਹਾਲਾਤ ਅਸੀਂ ਅੱਜ ਹੈਗੇ ਹੈ ਉਹਦੇ ਵਿੱਚ ਬਹੁਤ ਸਾਰਾ ਮਸਲਾ ਹੈਗਾ ਕਿ ਅਸੀਂ ਉਹ ਸਾਰੇ ਨੇ ਮਤਲਬ ਹੁਣ ਹਥਿਆਰਬੰਦ ਲਹਿਰ ਜਿਹੜੀ ਚੱਲ ਰਹੀ ਅੱਜ ਉਹਨਾਂ ਨੂੰ ਐਕਸਟ੍ਰੀਮਿਸਟ ਕਹਿ ਕੇ ਤੇ ਰੈਡੀਕਲਾਈਜ਼ ਕਹਿ ਕੇ ਤੇ ਫਰਕ ਕੀਤਾ ਜਾ ਰਿਹਾ ਸਾਡੇ ਸਾਹਮਣੇ 9/11 ਤੋਂ ਬਾਅਦ ਓਪਨਲੀ ਸਾਰੇ ਕਹਿ ਰਹੇ। ਗੱਲ ਇਹ ਹੈ ਕਿ ਭਗਤ ਸਿੰਘ ਤੱਕ ਨੂੰ ਲੋਕ ਕੁਐਸਚਨ ਕਰਨ ਲੱਗ ਗਏ ਨੇ ਕਿ ਜਨਾਬ ਭਗਤ ਸਿੰਘ ਜਿਹੜਾ ਹੈਗਾ ਉਹਨੇ ਕੀ ਕੀਤਾ ਸੀ, ਉਹ ਤੇ ਪਤਾ ਨਹੀਂ ਕੁਛ ਵੀ ਨਹੀਂ ਹੋ ਸਕਦਾ ਸੀ ਉਹਦੇ ਨਾਲ, ਉਹਨੇ ਮਤਲਬ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ ਲੋਕ। ਹਥਿਆਰਬੰਦ ਲਹਿਰਾਂ ਨੂੰ ਤੁਸੀਂ ਇਹ ਗੱਲ ਅੱਜ ਕਹਿ ਸਕਦੇ ਹੋ ਕਿ ਜਨਾਬ ਉਸ ਵੇਲੇ ਆਪਸ਼ਨ ਕੀ ਸੀ ਲੋਕਾਂ ਦੇ ਕੋਲ। ਉਸ ਵੇਲੇ ਇੱਕ ਬੰਦਾ ਤੁਹਾਡੀ ਧੌਣ ਦੇ ਉੱਤੇ ਚੜਿਆ ਹੋਇਆ ਹੈ, ਉਹਨੇ ਇੱਕ ਜਾਲੀ ਜਿਹਾ ਇਲੈਕਟੋਰਲ ਸਿਸਟਮ ਖੜਾ ਕਰਤਾ ਹੈ ਔਰ ਤੁਹਾਨੂੰ ਇਹ ਕਹਿ ਰਿਹਾ ਕਿ ਇਨਸਾਨ ਬਣ ਕੇ ਰਹੋ ਔਰ ਪਿਆਰ ਨਾਲ ਰਹੋ ਔਰ ਜਮਹੂਰੀਅਤ ਦੇ ਤਹਿਤ ਰਹੋ। ਅਸਲ ਦੇ ਵਿੱਚ ਧੌਣ ਤੋਂ ਤੁਹਾਡੀ ਉਤਰੇਗਾ ਤਾਂ ਫਿਰ ਗੱਲ ਹੋਏਗੀ ਨਾ। ਗੱਲ ਹੈ ਕਿ ਇਹ ਹਥਿਆਰਬੰਦ ਲਹਿਰਾਂ ਜਿਹੜੀ ਚੱਲੀਆਂ ਉਹ ਇਸੇ ਨਿਜ਼ਾਮ ਦੀ ਪੈਦਾਵਾਰ ਸਨ ਜਿਹੜਾ ਕਲੋਨੀਅਲ ਸਿਸਟਮ ਕਰਨਾ ਪੈਣਾ ਜੀ। ਕੁਝ ਮਿੰਟਾਂ ਦੇ ਵਿੱਚ ਸੌਰੀ ਮੈਂ
ਅੱਛਾ ਜੀ ਜੀ, ਜ਼ਰੂਰ ਘੰਟੇ ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ, ਜ਼ਰੂਰ ਕਰੋ। ਹਾਂਜੀ ਤੁਸੀਂ ਗੱਲ ਮੇਰੇ ਖਤਮ ਖਿਆਲ ਕਰ। ਗੱਲ ਹੋ ਗਈ ਹੈ, ਗੱਲ ਤਕਰੀਬਨ ਸਾਰੀ ਹੋ ਗਈ ਹੈ। ਹਾਂਜੀ ਡਾਕਟਰ ਅਜਿੰਦਰ ਸਿੰਘ ਜੀ, ਲਾਸਟ ਜਾਂਦੇ ਜਾਂਦੇ ਜਿਵੇਂ ਕਹਿੰਦੇ ਹਾਂਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ? ਸਾਡੇ ਕੋਲ 2 ਤੋਂ 4 ਮਿੰਟ ਹੀ ਹੋ ਗਏ। ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ 1935 ਤੱਕ ਜਾਂ 1940 ਤੱਕ ਦਾ ਜੋ ਵੀ ਸਾਡੇ ਸਾਹਮਣੇ ਇਤਿਹਾਸ ਸੀਗਾ ਜਾਂ ਕੁਝ ਵੀ ਸਿਰਜਿਆ ਗਿਆ, ਉਹਦਾ ਜੋ ਵੀ ਕੁਝ ਸੀਗਾ ਉਹ 50 ਸਾਲ ਪਿੱਛੋਂ ਸਭ ਕੁਝ ਖੜਾ ਹੋ ਗਿਆ ਸੀਗਾ। ਈਵਨ 1935 ਜਦੋਂ 40 ਦੇ ਵਿੱਚ ਪਾਕਿਸਤਾਨ ਦਾ ਮਸੌਦਾ ਵੀ ਜਿੰਨਾ ਪੜ੍ਹਦੇ ਨੇ, ਤੇ ਉਦੋਂ ਉਹ ਗੱਲ ਵੀ 1924-25 ਦੇ ਦੌਰਾਨ ਲਾਲਾ ਲਾਜਪਤ ਰਾਏ ਦੇ ਆਰਟੀਕਲ ਤੋਂ ਕਰਦੇ ਆ, ਤੇ ਉਹਨਾਂ ਦੇ ਰੈਫਰੈਂਸ ਤੋਂ ਕਰਦੇ ਆ ਵੀ ਜੋ ਗੱਲ ਤੋਰਦੇ ਆ। ਸੋ ਆਪਾਂ ਜੇ ਅੱਜ ਆਪਾਂ 35 ਤੋਂ 40 ਤੱਕ ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਆਪਾਂ ਇਹੀ ਗੱਲ ਕਹਿ ਕੇ ਛੱਡਾਂਗੇ ਕਿ ਜੋ ਵੀ ਕੁਛ ਉਹ 1935-40 ਦਾ ਚੱਲ ਰਿਹਾ ਸੀਗਾ ਡਿਸਕੋਰਸ, ਉਹਦੀਆਂ ਜੜ੍ਹਾਂ 1920-25 ਤੋਂ ਸ਼ੁਰੂ ਹੋ ਗਈਆਂ ਸੀ, ਜਾਂ ਆਪਾਂ ਇਹ ਕਹਿ ਦਈਏ ਕਿ 100 ਸਾਲ ਪਹਿਲਾਂ ਵੀ ਜੋ ਕੁਛ ਬੀਜ ਪੁੰਗਰ ਗਿਆ ਸੀਗਾ, ਤੇ ਉਹਦਾ ਬੂਟਾ ਜੋ ਬਣ ਗਿਆ ਸੀਗਾ ਇੱਕ ਨੈਸ਼ਨਲਿਜ਼ਮ ਦੇ ਤੌਰ ਤੇ, ਜਦੋਂ ਕਾਂਗਰਸ ਦਾ ਅਗਰੈਸਿਵ ਫੇਸ ਸਾਹਮਣੇ ਆ ਗਿਆ, ਤੇ ਉਹ ਦੌਰ ਦਾ ਅਸਰ ਜਿਹੜਾ ਸੀ 1935-40 ਦੇ ਵਿੱਚ ਜੋ ਆਈਡੈਂਟੀਟੀਆਂ ਘੜੀਆਂ ਗਈਆਂ ਜਾਂ ਨੈਗੋਸ਼ੀਏਸ਼ਨਸ ਘੜੀਆਂ ਗਈਆਂ, ਉਹਦੇ ਤੇ ਪੈਣਾ ਹੀ ਪੈਣਾ ਸੀ। ਥੈਂਕ ਯੂ। ਹਾਂਜੀ ਸ਼ੁਕਰੀਆ ਜੀ। ਡਾਕਟਰ ਰਜਿੰਦਰ ਸਿੰਘ ਜੀ। ਮੇਰਾ ਤਾਂ ਇਹੀ ਕਹਿਣਾ ਕਿ ਜਿਹੜੀ ਗੱਲ ਬਾਕੀ ਸਾਰੇ ਸੱਜਣਾ ਨੇ ਕਹੀ ਆ, ਉਹ ਗੱਲ ਬੜੀ ਦਰੁਸਤ ਆ ਕਿ ਇਹ ਜਿਹੜੀ ਵੰਡ ਆ, ਇਹਦਾ ਜਿਹੜਾ ਆਧਾਰ ਆ, ਇਹਦੀ ਜੜ ਆ, ਉਹ ਬੜੀ ਪਿੱਛੇ ਜਾਂਦੀ ਆ, ਤੇ ਉਹ ਅੰਗਰੇਜ਼ ਨੇ ਘੜੀ। ਤੇ ਪਰ ਜਿਹੜੇ ਸਾਡੇ ਵੀ ਸੋ ਕਾਲਡ ਨੈਸ਼ਨਲ ਲੀਡਰ ਸੀਗੇ ਹਰ ਪਾਰਟੀ ਦੇ, ਉਹਨਾਂ ਨੇ ਵੀ ਅੰਗਰੇਜ਼ ਦੀ ਉਹ ਜਿਹੜੀ ਉਹਨੇ ਜੋ ਫਰੇਮਵਰਕ ਬਣਾਇਆ ਸੀ ਜਾਂ ਉਹਨੇ ਵਿਜ਼ਨ ਬਣਾਇਆ ਸੀ, ਉਸੇ 'ਚ ਕੰਟਰੀਬਿਊਟ ਕੀਤਾ, ਬਜਾਏ ਇਹਦੇ ਕਿ ਉਹ ਇੱਕ ਓਨੈਸਟ ਸੈਕੂਲਰ ਤੇ ਨੈਸ਼ਨਲਿਸਟ ਵਿਊ ਇੱਕ ਲੈਂਦੇ ਵੀ ਇਸ ਮੁਲਕ ਦੇ ਬਾਰੇ, ਇਸ ਲੋਕਾਂ ਦੀ ਲੋਕਾਈ ਦਾ ਖਿਆਲ ਪਹਿਲਾਂ ਹੁੰਦਾ। ਉਹ ਗੱਲ ਨਹੀਂ ਰੱਖੀ ਗਈ। ਅਲਟੀਮੇਟਲੀ ਰਿਜ਼ਲਟ ਅੱਜ ਇਸ ਪੀਰੀਅਡ ਦੇ ਦੌਰਾਨ ਵੀ ਜਿਹੜੀ ਗੱਲ ਆ ਉਹ ਵੰਡ ਵੱਲ ਨੂੰ ਹੀ ਵਧੀ। ਇਹ ਜਿਹੜਾ ਪੀਰੀਅਡ ਆ 5 ਸਾਲ ਦੀ ਆਪਾਂ ਗੱਲ ਕਰਦੇ ਹਾਂ, 1935 ਤੋਂ ਲੈ ਕੇ 1940 ਦਾ, ਇਹਦੇ ਵਿੱਚ ਵੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਪੋਲੀਟੀਕਲ ਡਿਵੈਲਪਮੈਂਟਸ ਹੁੰਦੀਆਂ ਨੇ, ਉਹ ਵੀ ਉਸੇ ਪਾਸੇ ਨੂੰ ਲੈ ਕੇ ਜਾਂਦੀਆਂ ਨੇ। ਤੇ ਔਰ ਇਹਦੇ ਵਿੱਚ ਮੈਂ ਸਗੋਂ ਇਹ ਕਹਾਂਗਾ ਕਿ ਜਿਨ੍ਹਾਂ ਨੂੰ ਅਸੀਂ ਰੀਜਨਲ ਪਾਰਟੀ ਕਹਿ ਦਿੰਦੇ ਆ, ਮੈਂ ਉਹਨਾਂ ਕਹਿੰਦਾ ਵੀ ਉਹ ਜਿਹੜੀਆਂ ਕੌਮੀ ਪਾਰਟੀਆਂ ਸੀਗੀਆਂ ਡਿਫਰੈਂਟ ਇਲਾਕਿਆਂ ਦੀਆਂ, ਚਾਹੇ ਉਹ ਬੰਗਾਲ ਬਾਰੇ ਮੈਨੂੰ ਬਹੁਤਾ ਨਹੀਂ ਪਤਾ, ਪਰ ਪੰਜਾਬ ਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੀ ਯੂਨੀਅਨਿਸਟ ਪਾਰਟੀ ਆ, ਉਹ ਚਾਹੇ ਲੈਂਡਡ ਜਿਹੜੀ ਲੋਕ ਨੇ ਜ਼ਿਆਦਾ ਉਹਨਾਂ ਦੀ ਸੀਗੀ, ਔਰ ਉਹਦੀ ਇੱਕ ਪੋਜ਼ਿਟਿਵ ਸਾਈਡ ਇਹ ਸੀਗੀ ਕਿ ਉਹ ਸਾਂਝੀ ਪਾਰਟੀ ਰਹੀ ਆ ਬੜੀ ਦੇਰ ਤੱਕ ਉਸਨੇ ਸਾਰੇ ਤਿੰਨਾਂ ਜਿਹੜੀਆਂ ਕਮਿਊਨਿਟੀਜ਼ ਨੇ, ਹਿੰਦੂ, ਸਿੱਖ, ਮੁਸਲਮਾਨ, ਉਹਨਾਂ ਨੂੰ ਬੜਾ ਇਕੱਠਾ ਰੱਖਿਆ। ਇਹ ਗੱਲ ਉਹਦੀ ਯਾਨੀ ਬੜੀ ਵਧੀਆ ਗੱਲ ਆ। ਔਰ ਹਾਲਾਂਕਿ ਕਾਂਗਰਸ ਦਾ ਰੋਲ ਆ ਜਿਹੜਾ ਉਸ ਵੇਲੇ ਪੰਜਾਬ ਦੇ ਵਿੱਚ ਇਸ ਪੀਰੀਅਡ ਦੇ ਦੌਰਾਨ ਵੀ ਉਹ ਜ਼ਿਆਦਾ ਰਿਪਰੈਜ਼ੈਂਟੇਟਿਵ ਆ, ਜਿਹੜਾ ਉਹ ਬਿਜ਼ਨਸ ਤੇ ਇੰਡਸਟਰੀਅਲ ਕਮਿਊਨਿਟੀ ਆ, ਉਸ ਨੂੰ ਰਿਪਰੈਜ਼ੈਂਟ ਕਰਦੀ ਹੈ, ਜਦੋਂ ਕਿ ਯੂਨੀਅਨਿਸਟ ਪਾਰਟੀ ਹੈ ਜਿਹੜੀ ਉਹ ਜ਼ਿਆਦਾ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੀ ਹੈ ਜ਼ਿਆਦਾ। ਔਰ ਖਾਸ ਤੌਰ ਤੇ ਜਿਹੜੀ ਜ਼ਮੀਨ ਦੀ ਮਾਲਕੀ ਸਰ ਛੋਟੂ ਰਾਮ ਦਾ ਜਿਹੜਾ ਰੋਲ ਆ, ਉਹਨੇ ਬਾਣੀਏ ਦੀ ਹਕੂਮਤ ਆ, ਜਿਹੜੀ ਬਾਣੀਏ ਦੀ ਚੌਧਰ ਆ, ਬਾਣੀਏ ਦੀ ਜਿਹੜੀ ਲੁੱਟ ਆ, ਉਸ ਨੂੰ ਘਟਾਉਣ 'ਚ ਬੜਾ ਅਹਿਮ ਰੋਲ ਪੈਦਾ ਕੀਤਾ, ਉਹ ਵੀ ਯੂਨੀਅਨਿਸਟ ਪਾਰਟੀ ਦਾ ਰੋਲ। ਸੋ ਇਸ ਕਰਕੇ ਅਸੀਂ ਯੂਨੀਅਨਿਸਟ ਪਾਰਟੀ ਨੂੰ ਜੋ ਪ੍ਰੋਪੇਗੈਂਡਾ ਕਾਂਗਰਸ ਜਾਂ ਮੁਸਲਿਮ ਲੀਗ ਨੇ ਕੀਤਾ ਸ਼ੁਰੂ 'ਚ, ਅਸੀਂ ਉਸ ਨੂੰ ਬੜੇ ਧਿਆਨ ਨਾਲ ਦੇਖਣ ਦੀ ਲੋੜ ਆ। ਇਹਦਾ ਇੱਕ ਪੋਜ਼ਿਟਿਵ ਰੋਲ ਆ। ਇਹ ਠੀਕ ਹੈ ਬਾਅਦ ਦੇ ਵਿੱਚ ਸਰ ਸਿਕੰਦਰ ਖਾਨ ਉਹਨਾਂ ਨੇ ਮੁਸਲਿਮ ਲੀਗ ਨੇ ਸਮਝੌਤਾ ਕੀਤਾ, ਜਿਹੜਾ ਕਿ ਉਹਨਾਂ ਨੂੰ ਲੋੜ ਨਹੀਂ ਸੀ ਕਰਨ ਦੀ। ਉਹ ਇੰਨਾ ਸਟਰੋਂਗ ਸੀਗਾ ਆਪਣੇ ਆਪ 'ਚ ਹੀ, ਸਗੋਂ ਉਸ ਦਾ ਨੁਕਸਾਨ ਹੋਇਆ। ਆਪਣੀ ਇੰਡੀਪੈਂਡੈਂਟ ਹਸਤੀਅਤ ਤੇ ਰੱਖਦਾ, ਸਮਝੌਤਾ ਨਾ ਕੀਤਾ ਜਾਂਦਾ ਤਾਂ ਸ਼ਾਇਦ ਇਹ ਗੱਲ ਆ ਪੰਜਾਬ ਦੇ ਕੌਂਟੈਕਸਟ ਦੇ ਵਿੱਚ ਸ਼ਾਇਦ ਕੋਈ ਚੰਗੀ ਹੁੰਦੀ ਜਾਂ ਇੰਨੀ ਮਾੜੀ ਨਾ ਹੁੰਦੀ ਜਿਹੜੀ ਬਾਅਦ ਦੇ ਵਿੱਚ ਉਹ ਚੀਜ਼ ਦੀ ਹੋਈ। ਮਿਹਰਬਾਨੀ। ਸ਼ੁਕਰੀਆ ਜੀ, ਸ਼ੁਕਰੀਆ ਬਹੁਤ ਸੱਜਣਾ ਦਾ। ਤੇ ਫੇਸਬੁੱਕ ਦੇ ਉੱਤੇ ਜਿਨ੍ਹਾਂ ਲੋਕਾਂ ਦੇ ਅਸੀਂ ਸਵਾਲ ਕਈਆਂ ਦੇ ਜਵਾਬ ਨਹੀਂ ਦੇ ਸਕੇ,
ਉਹਨਾਂ ਤੋਂ ਮਾਫੀ ਇਸ ਕਰਕੇ ਕਿ ਹੁਣ ਨਹੀਂ ਦੇ ਸਕੇ, ਪਰ ਉਹ ਸਵਾਲ ਅੱਗੇ ਨਾ ਅੱਗੇ ਅਗਲੇ ਜਿਹੜੇ 3 ਐਪੀਸੋਡ ਨੇ, 3 ਕਿਸ਼ਤਾਂ ਨੇ, ਉਹਦੇ ਵਿੱਚ ਆਪਾਂ ਲੈਣ ਦੀ ਪੂਰੀ ਉਠਾਉਣ ਦੀ ਕੋਸ਼ਿਸ਼ ਕਰਾਂਗੇ। ਮਹਾਤਮਾ ਗਾਂਧੀ ਦੇ ਰੋਲ ਤੇ ਸਵਾਲ ਵੀ ਆਏ ਨੇ, ਯੂਨੀਅਨ ਪਾਰਟੀ ਬਣਨ ਦੇ ਵਿੱਚ ਉਹਦਾ ਕੀ ਰੋਲ ਰਿਹਾ, ਇਹਦੇ ਵੀ ਸਵਾਲ ਆਏ ਨੇ, ਤੇ ਪੰਜਾਬੀ ਨੈਸ਼ਨਲਿਜ਼ਮ ਕਿਵੇਂ ਖਤਮ ਹੋਇਆ, ਤੇ ਧਰਮ ਦੇ ਨਾਂ ਤੇ ਥੋੜੇ ਗਿਣਤੀ 'ਚ ਹੁੰਦੇ ਹੋਏ ਵੀ ਅੰਗਰੇਜ਼ਾਂ ਨੇ ਇਸ ਵੱਡੇ ਮੁਲਕ ਤੇ ਵੱਡੀ ਐਡੀ ਲਾਰਜ ਪਾਪੂਲੇਸ਼ਨ ਨੂੰ ਕਿੱਦਾਂ ਕਾਬੂ ਕੀਤਾ, ਉਸ ਦੇ ਬਾਰੇ ਅੱਜ ਖੂਬ ਚਾਨਣਾ ਪਾਇਆ। ਜਿਹੜੇ ਕਿ ਕਾਫੀ ਜਿਹੜੇ ਸਵਾਲ ਸੀ, ਡਾਊਟ ਸੀ, ਉਹ ਕਲੀਅਰ ਹੋਏ। ਔਰ ਇੱਕ ਸਵਾਲ ਗੰਗਵੀਰ ਨੂੰ ਵਿੱਚ ਕਿਤੋਂ ਆਇਆ, ਗੰਗਵੀਰ ਤੁਸੀਂ ਉਹਦਾ ਜਵਾਬ ਚਾਹੇ ਬਾਅਦ 'ਚ ਦੇ ਲੈਣਾ, ਵੀ ਕੀ ਕਿਤੇ ਡਾਕੂਮੈਂਟਰੀ ਐਵੀਡੈਂਸ ਹੈਗਾ ਕਿ ਬ੍ਰਿਟਿਸ਼ ਨੇ ਮੁਸਲਿਮ ਲੀਗ ਨੂੰ ਫਾਈਨਾਂਸ ਕੀਤਾ ਹੋਵੇ, ਫੰਡ ਕੀਤਾ ਹੋਵੇ? ਬ੍ਰਿਟਿਸ਼ ਨਹੀਂ, ਇਹ ਜਿਹੜਾ ਸੀਗਾ ਮੈਂ ਗੱਲ ਕੀਤੀ ਹੈ ਵੀ ਜਿਹੜੀ ਵਪਾਰੀ ਲੋਬੀ ਸੀਗੀ, ਉਹ ਜਿਹੜਾ ਮੁਸਲਿਮ ਲੀਗ ਨੂੰ ਫੰਡ ਕੀਤਾ ਸੀਗਾ, ਜਿਹੜਾ ਖੋਜਾ ਵਪਾਰੀ ਸੀਗਾ, ਤੇ ਜਿਹੜਾ ਕਾਂਗਰਸ ਨੂੰ ਸਪੋਰਟ ਕਰ ਰਿਹਾ ਸੀਗਾ, ਉਹ ਮਾਰਵਾੜੀ ਵਪਾਰੀ ਸੀਗਾ। ਇਹ ਸਾਰੇ ਡਾਕੂਮੈਂਟਡ ਹੈਗੇ ਹੈ। ਮੈਂ ਸਮਝਦਾ ਗੱਲ। ਠੀਕ ਹੈ ਜੀ, ਮੇਰੇ ਖਿਆਲ ਨਾਲ ਇਹ ਗੱਲ ਦਾ ਜਵਾਬ ਦਿੱਤਾ ਜਾ ਸਕਦਾ, ਆਪਣੇ ਕੋਲ ਐਵੀਡੈਂਸ ਹੈਗੇ ਆ। ਤਹਿ ਦਿਲੋਂ ਧੰਨਵਾਦੀ ਸਾਰੇ ਪਤਵੰਤੇ ਸੱਜਣਾਂ ਦਾ ਇੱਕ ਵਾਰੀ ਫੇਰ, ਤੁਸੀਂ ਬੜੀ ਲੰਮੀ ਡਿਸਕਸ਼ਨ ਕੀਤੀ, ਕਿਉਂਕਿ ਇਹ ਮੁੱਦੇ ਹੈ ਬਹੁਤ ਨੇ, ਸਵਾਲ ਬਹੁਤ ਨੇ, ਜਿਨ੍ਹਾਂ ਦਾ ਆਫ ਕੋਰਸ ਇਨ ਡੈਪਥ ਜਾਣਾ ਬਣਦਾ ਸੀਗਾ। ਤੇ ਚਾਹਵਾਨ ਸੱਜਣ ਜਿਹੜੇ ਹਿਸਟੋਰੀਅਨ, ਹਿਸਟਰੀ ਨਾਲ ਸੰਬੰਧ ਰੱਖਣ ਵਾਲੇ ਜ਼ਰੂਰ ਇਸ ਪ੍ਰੋਗਰਾਮ ਨੂੰ ਦੇਖਣਗੇ। ਤੇ ਮੈਂ ਪ੍ਰੋਗਰਾਮ ਦੇ ਅਖੀਰਲੇ ਪੜਾਅ ਵੱਲ ਵੱਧ ਰਿਹਾ, ਤੇ ਜਾਂਦਾ ਜਾਂਦਾ ਸਾਰੀ ਗੱਲ ਦਾ ਕਨਕਲੂਜਨ ਆਪਣੇ ਦੋਸਤ ਸ਼ਾਇਰ ਅਫਜ਼ਲ ਸਾਹਿਰ ਦੀ ਇਸੇ 2 ਲਾਈਨਾਂ ਨਾਲ ਕਰੂੰਗਾ ਕਿ ਜੋ ਸਾਨੂੰ ਗੱਲ ਸਮਝ ਆਈ ਹੈ ਕਿ ਅਸੀਂ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸਨੂੰ ਧਰਮੀ ਲਹਿਰ ਦਾ ਤੜਕਾ ਲਾਇਆ, ਤੇ ਉਹਦਾ ਨਤੀਜਾ ਇਹ ਹੈ ਕਿ ਅੱਜ ਅਸੀਂ 2 ਮੁਲਕਾਂ 'ਚ ਹੋਏ ਤੇ ਖੂਨੀ ਵੰਡ ਸਾਡੇ ਸਾਹਮਣੇ ਆਈ। ਸ਼ੁਕਰੀਆ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।